ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:14 ਹੋਏ ਨੇ। 26 ਅਪ੍ਰੈਲ ਦਾ ਦਿਨ ਹੈ, ਵਰ੍ਹਾ 2021 ਦਾ ਸੋਮਵਾਰ ਹੈ, 14 ਵਿਸਾਖ, ਨਾਨਕਸ਼ਾਹੀ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਖਾਸ ਜਿਹੜੀ ਗੱਲਬਾਤ ਤੁਹਾਡੇ ਨਾਲ ਹੋਣੀ ਹੈ, ਉਹ ਪਹਿਲੇ ਹਿੱਸੇ ਦੇ ਵਿੱਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਮੇਰੇ ਨਾਲ ਸ਼ਾਮਲ ਹੋਣਗੇ। ਫਿਰ ਇੱਕ ਬੜਾ ਰੇੜਕਾ ਭਾਈਚਾਰੇ ਦੇ ਵਿੱਚ ਰੀਅਲਟਰ ਤੇ ਕਸਟਮਰ ਦਾ ਰਿਸ਼ਤਾ ਹੈ। ਰੀਅਲਟਰਾਂ ਤੇ ਬੜੇ ਦੋਸ਼ ਲੱਗਦੇ ਨੇ ਕਿ ਰੀਅਲਟਰਾਂ ਨੇ ਮਾਰਕੀਟ ਗਰਮ ਕਰਤੀ, ਰੀਅਲਟਰ ਇਕੱਠੀਆਂ ਜਿਹੜੀਆਂ ਨੌਨ ਸਬਜੈਕਟ ਆਫਰਾਂ ਮੰਗਾ ਲੈਂਦੇ ਨੇ, ਵਾਰ ਕ੍ਰੀਏਟ ਕਰਤੀ। ਰੀਅਲਟਰ ਕੀ ਕਰ ਸਕਦਾ ਹੈ, ਰੀਅਲਟਰ ਦੇ ਹੱਕ ਹਕੂਕ ਕੀ ਨੇ, ਤੇ ਜਿਹੜੇ ਕਸਟਮਰ ਨੇ ਉਹ ਵੀ ਉਹਨਾਂ ਦੀ ਜਿਹੜੀ ਕਦਰਾਂ ਕੀਮਤਾਂ ਕਿੱਥੇ ਨੇ। ਰੀਅਲਟਰ ਨਾਲ ਘਰ ਦੇਖ ਕੇ ਕਿਸੇ ਨਾਲ ਘਰ ਦੇਖਣਾ ਲੈਣਾ ਕਿਤੇ, ਜਾਂ ਦੇਖਣਾ ਹੈ ਵੀ ਕਦ ਘਰ ਲੈਂਦਾ ਮਾਰਕੀਟ ਤੋਂ ਫੇਰ ਲਈਏ। ਇਸ ਦੇ ਲਈ ਉੱਘੇ ਰੀਅਲਟਰ ਗੁਰਦਿਆਲ ਸਿੰਘ ਡੇਲਬਾਦ ਮੇਰੇ ਨਾਲ ਸ਼ਾਮਲ ਹੋਣਗੇ। 10:10 ਤੇ ਖੁੱਲੀਆਂ ਅੱਜ ਗੱਲਾਂ ਅਸੀਂ ਕਰਾਂਗੇ ਤੇ ਪਤਾ ਲੱਗੇ ਕਿ ਇਹੋ ਜਿਹੀ ਮਾਰਕੀਟ, ਚੰਗੀ ਮਾੜੀ ਮਾਰਕੀਟ ਦੇ ਵਿੱਚ ਕੀ ਕੀ ਕਰਨਾ ਚਾਹੀਦਾ, ਕੀ ਕੀ ਹੋ ਸਕਦਾ, ਕੀ ਕੀ ਨਹੀਂ ਹੋ ਸਕਦਾ। 604-204 0600 6042040600 ਆਨ 에ਅਰ ਨੰਬਰ ਹੈ। 604-729-1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ, ਜਿੱਥੇ ਤੁਸੀਂ ਮੈਨੂੰ ਕੋਈ ਸੁੱਖ ਸੁਨੇਹਾ ਭੇਜ ਸਕਦੇ ਹੋ। ਕੋਈ ਕਮਿਊਨਿਟੀ ਦੀ ਖਬਰ, ਕਿਤੇ ਕੋਈ ਖਾਸ ਗੱਲਬਾਤ ਹੋਈ ਹੋਵੇ, ਉਹਨੂੰ ਛੇਤੀ ਪਹੁੰਚਾਉਣਾ ਹੋਵੇ ਤਾਂ ਤੇ ਸ਼ੇਰੇ ਪੰਜਾਬ radio.ca ਤੇ ਸਿੱਧਾ ਪ੍ਰਸਾਰਣ ਚੱਲਦਾ। ਫੁੱਲਾਂ ਵਾਂਗੂ ਉਸਨੇ ਹੀ ਟਹਿਕਣਾ ਇਸ ਦੌਰ ਵਿੱਚ, ਫੁੱਲ ਵਾਂਗੂ ਉਸਨੇ ਹੀ ਟਹਿਕਣਾ ਇਸ ਦੌਰ ਵਿੱਚ, ਜਾਣਦੇ ਜੋ ਸੂਲੀਆਂ ਨੂੰ ਚੁੰਮਣਾ ਇਸ ਦੌਰ ਵਿੱਚ। ਹਰ ਕਦਮ ਤੇ ਲਟਕਦੇ ਨੇ ਖੂਬਸੂਰਤ ਪਿੰਜਰੇ, ਭੁੱਲ ਗਿਆ ਪੰਛੀ ਵਿਚਾਰਾ ਆਲਣਾ ਇਸ ਦੌਰ ਵਿੱਚ। ਸਿਦਕ ਹੈ, ਇਮਾਨ ਹੈ, ਸਾਡੀ ਤਲੀ ਤੇ ਜਾਨ ਹੈ, ਪਰਖ ਲੈ ਜੋ ਪਰਖਣਾ ਤੂੰ ਦੁਸ਼ਮਣਾ ਇਸ ਦੌਰ ਵਿੱਚ। ਦੋਸ਼ ਪੱਥਰ ਦਾ ਨਹੀਂ ਤੇ ਨਾ ਕਿਸੇ ਵੀ ਫੁੱਲ ਦਾ, ਸ਼ੀਸ਼ਿਆਂ ਦਾ ਤਿੜਕਣਾ ਹੀ ਤਿੜਕਣਾ ਇਸ ਦੌਰ ਵਿੱਚ। ਕੀ ਭਰੋਸਾ ਇਸ ਜੰਗਲ ਦੇ ਸਦੀਵੀ ਹੋਣ ਦਾ, ਝੂਮਦੇ ਵਿਰਖਾਂ ਅਚਾਨਕ ਡਿੱਗਣਾ ਇਸ ਦੌਰ ਵਿੱਚ। ਕੌਣ ਹੈ ਇਹ ਕਿਸ ਨੇ ਸਾਡੇ ਮੱਥਿਆਂ ਤੇ ਉਕਰਿਆ, ਗਿੱਲੇ ਗੋਹੇ ਵਾਂਗ ਹਰ ਪਲ ਸੁਲਗਣਾ ਇਸ ਦੌਰ ਵਿੱਚ। ਹੂਕ ਹੈ, ਬੈਰਾਗ ਹੈ, ਇੱਕ ਰਾਗ ਹੈ ਪਰ ਸਾਜ ਨਾ, ਗੀਤ ਦਾ ਇਹ ਦਰਦ ਕਿਸ ਨੇ ਸਮਝਣਾ ਇਸ ਦੌਰ ਵਿੱਚ। ਮੌਸਮਾਂ ਦਾ ਕਹਿਰ ਹੈ, ਸੂਲਾਂ ਦੀ ਤਿੱਖੀ ਜ਼ਹਿਰ ਹੈ, ਫਿਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਵਿੱਚ। ਫਿਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਦੇ ਵਿੱਚ। ਹਰਦਮ ਸਿੰਘ ਮਾਨ ਲਿਖਦੇ ਨੇ, ਸਾਡੇ ਦੋਸਤ ਨੇ, ਸਰੀ 'ਚ ਰਹਿੰਦੇ ਨੇ, ਫਿਰੋਜ਼ਪੁਰ ਜ਼ਿਲ੍ਹੇ 'ਚ ਰਾਮੂਵਾਲਾ ਡੇਲਿਆਂ ਵਾਲੀ ਪਿੰਡ ਤੋਂ ਨੇ ਹਰਦਮ ਸਿੰਘ ਮਾਨ। ਨਾਰ ਸਿੰਘ ਢੇਸੇ ਦੇ ਵੀ ਯਾਰ ਨੇ। ਸਾਰਿਆਂ ਦਾ ਧੰਨਵਾਦ ਹੈ। ਸੋਮਵਾਰ ਮੈਂ ਕਿਹਾ ਮਾੜਾ ਜਿਹਾ ਹਲਾਰਾ ਦਈਏ, ਉਦਾਸੀ ਹੁੰਦੀ ਹੈ, ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਹੈ। ਜ਼ਿੰਦਗੀ ਇਸ ਤਰ੍ਹਾਂ ਹੀ, ਸੋਮਵਾਰ ਤੇ ਸ਼ੁੱਕਰਵਾਰ ਇੱਕ ਹੀ ਹੈ, ਸੱਸਾ ਹੀ ਲੱਗਦਾ ਹੈ। ਕਾਇਮ ਰਿਹਾ ਕਰੋ। ਪਹਿਲੇ ਹਿੱਸੇ ਦੇ ਵਿੱਚ ਦੇਸ਼ ਪੰਜਾਬ ਦੇ ਝਰੋਖੇ 'ਚੋਂ ਨਵਕਿਰਨ ਸਿੰਘ ਪੱਤੀ ਹੋਰਾਂ ਨਾਲ ਗੱਲਬਾਤ ਕਰਾਂਗੇ ਤੇ ਫਿਰ ਅੱਜ ਖਾਸ ਗੱਲਬਾਤ 10:10 ਤੇ ਚੱਲਣੀ ਹੈ ਗੁਰਦਿਆਲ ਸਿੰਘ ਉੱਘੇ ਰੀਅਲਟਰ ਡੇਲਬਾਦ ਉਹਨਾਂ ਨਾਲ। ਸੋ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਜਦ ਪੰਜਾਬ ਗੱਲ ਕਰਦੇ ਆ, ਪੰਜਾਬ 'ਚ ਹੁਣ ਪਿੰਡ 'ਚ ਬੈਠੇ ਬੰਦੇ ਨੂੰ ਨਹੀਂ ਪਤਾ ਲੱਗਦਾ। ਮਕਸੂਦ ਪੁੱਛ ਕਿਸੇ ਨੂੰ ਕਿਵੇਂ ਆ, ਉਹ ਕਹਿੰਦੇ ਨਾ ਠੀਕ ਹੈ, ਹੁਣੇ ਸੱਤ ਤੋਂ ਉੱਠ ਕੇ ਆਇਆ, ਦੁੱਧ ਪੀ ਕੇ ਪਿਆ, ਕੁਛ ਨਹੀਂ ਹੈ, ਸੂਤ ਹੈ ਜਮਾਂ ਹੀ। ਤੇ ਪਰ ਜਦ ਦੇਖਦੇ ਆ ਬਾਹਰਲੇ ਨੈਟਵਰਕ, ਅਲ ਜਜ਼ੀਰਾ ਨੂੰ ਦੇਖਦੇ ਆ, ਸਿਵੇ ਸੜ ਰਹੇ ਨੇ। ਕਾਨਪੁਰ ਦੇ ਸਿਵਿਆਂ 'ਚ 45 ਲਾਸ਼ਾਂ, ਇੱਕ ਗੱਡੀ ਸੁੱਟ ਕੇ ਭੱਜ ਗਈ। ਹਾਲ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ CN ਦਾ ਤੇ ਇੱਕ ਡਾਕਟਰ ਕੱਲ੍ਹ ਗੱਲਬਾਤ ਕਰ ਰਿਹਾ ਸੀ ਕਿ 15 ਮਈ ਦੇ ਨੇੜੇ ਜਾ ਕੇ ਹੋਰ ਮਾੜਾ ਹੋ ਸਕਦਾ। ਤੇ ਉਧਰੋਂ BJP ਬੰਗਾਲ 'ਚ ਟਵੀਟ ਕਰ ਰਹੀ ਹੈ, ਕਹਿੰਦੇ ਸਾਨੂੰ ਜਿਤਾ ਦਿਓ, ਜੇ ਜਦ ਅਸੀਂ ਪਾਵਰ 'ਚ ਆ ਗਏ ਫ੍ਰੀ ਜਿਹੜੀ ਲਾ ਦਿਆਂਗੇ ਤੁਹਾਡੇ ਸਾਰਿਆਂ ਦੇ ਵੈਕਸੀਨ। ਐਕਟਰ ਸਿਧਾਰਥ ਨੇ ਲਿਖਿਆ, ਕਹਿੰਦਾ ਉਹ ਦਿਨ, ਫੋਟੋ ਮੋਦੀ ਹੁਣੀ ਦਾ, ਕਹਿੰਦਾ ਉਹ ਵੀ ਦਿਨ ਦੂਰ ਨਹੀਂ ਜਿੱਦਣ ਅਸੀਂ ਵੋਟਾਂ ਪਾ ਕੇ ਤੈਨੂੰ ਦਫ਼ਤਰ 'ਚੋਂ ਕੱਢਣਾ, ਸਾਰਾ ਦੇਸ਼ ਵੈਕਸੀਨੇਟਡ ਉਸੇ ਦਿਨ ਹੋ ਜਾਏਗਾ। ਜਿਹੜਾ ਹਾਲ ਹੈ ਵੈਕਸੀਨ ਦਾ ਤੇ ਕਰੋਨਾ ਵਾਇਰਸ ਦਾ, ਇਹਦੇ ਬਾਰੇ ਦੱਸੋ ਜੀ।
ਜੀ ਗਿੱਲ ਸਾਹਿਬ, ਦੇਖੋ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਨਾਲ ਕਾਫੀ ਜ਼ਿਆਦਾ ਸਥਿਤੀ ਹੈ ਜਿਹੜੀ ਨਾਜ਼ੁਕ ਬਣੀ ਹੋਈ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਕਰੋਨਾ ਨਾਲ ਉਨੀਆਂ ਮੌਤਾਂ ਨਹੀਂ ਹੋ ਰਹੀਆਂ ਜਿੰਨੀਆਂ ਮੌਤਾਂ ਸਾਡੇ ਪ੍ਰਬੰਧਾਂ ਦੀ ਘਾਟ ਕਰਕੇ ਹੋ ਰਹੀਆਂ ਨੇ। ਹੁਣ ਆਪਾਂ ਦੇਖੀਏ ਕਿ ਕਰੋਨਾ ਦੀ ਮਹਾਮਾਰੀ ਨਾਲ ਅਸੀਂ ਨਜਿੱਠਣਾ ਸੀ। ਸਾਲ ਪਹਿਲਾਂ ਇਹ ਮਹਾਮਾਰੀ ਹੈ ਜਿਹੜੀ ਉਹ ਦੁਨੀਆ ਭਰ 'ਚ ਦਸਤਕ ਦੇ ਚੁੱਕੀ ਸੀ। ਅਸੀਂ 1 ਸਾਲ ਦੇ ਵਿੱਚ ਕੁਝ ਨਹੀਂ ਕੀਤਾ। ਹੁਣ ਮੌਤਾਂ ਜਿਹੜੀਆਂ ਜ਼ਿਆਦਾਤਰ ਹੋ ਰਹੀਆਂ ਨੇ ਆਕਸੀਜਨ ਦੀ ਘਾਟ ਦੇ ਕਰਕੇ ਹੋ ਰਹੀਆਂ ਨੇ, ਬੈੱਡਾਂ ਦੀ ਘਾਟ ਕਰਕੇ ਹੋ ਰਹੀਆਂ ਨੇ। ਦਿੱਲੀ ਦੇ 2 ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਘਾਟ ਕਰਕੇ ਮੌਤਾਂ ਹੋਈਆਂ। ਅੰਮ੍ਰਿਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ 'ਚ ਆਕਸੀਜਨ ਦੀ ਘਾਟ ਕਰਕੇ 6 ਮੌਤਾਂ ਹੋਈਆਂ। ਔਰ ਵੱਡੇ ਮਨੁੱਖੀ ਜਿਹੜਾ ਦੁਖਾਂਤ ਆ ਉਹਦੀ ਨਿਸ਼ਾਨਦੇਹੀ ਇਹ ਮੌਤਾਂ ਕਰਦੀਆਂ ਨੇ। ਇਹ ਦਰਸਾਉਂਦੀਆਂ ਨੇ ਕਿ ਸਿਹਤ ਪ੍ਰਬੰਧ ਤੇ ਹੋਰ ਪ੍ਰਸ਼ਾਸਨਿਕ ਮਾਮਲਿਆਂ 'ਚ ਅਫਰਾ ਤਫਰੀ ਫੈਲੀ ਹੋਈ ਆ। ਔਰ ਆਕਸੀਜਨ ਗਿੱਲ ਸਾਹਿਬ ਜੇ ਦੇਖਿਆ ਜਾਵੇ ਆਪਣੇ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਆਕਸੀਜਨ ਜਨਰੇਸ਼ਨ ਪਲਾਂਟ ਆ ਜਿਹੜਾ ਉਹ ਹਰਿਆਣੇ ਦੇ ਪਾਣੀਪਤ 'ਚ ਲੱਗਿਆ ਹੋਇਆ। ਨਾਲ ਹੀ ਦਿੱਲੀ ਆ। ਦਿੱਲੀ 'ਚ ਆਕਸੀਜਨ ਦੀ ਘਾਟ ਪੈ ਗਈ। ਹਰਿਆਣੇ 'ਚ ਅੱਜ ਮੈਂ ਦੇਖ ਰਿਹਾ ਸੀ ਉੱਥੇ ਵੀ 19 ਦੇ ਕਰੀਬ ਮੌਤਾਂ ਹੋਈਆਂ ਨੇ ਆਕਸੀਜਨ ਦੀ ਘਾਟ ਦੇ ਕਰਕੇ। ਸੋ ਇਹ ਜਿਹੜਾ ਘਟਨਾਕ੍ਰਮ ਬਣਿਆ, ਇਸ ਘਟਨਾਕ੍ਰਮ ਦੇ ਵਿੱਚ ਸਥਿਤੀ ਇਉਂ ਹੋਈ ਪਈ ਆ ਜਿਵੇਂ ਕੋਈ ਰਾਜਾ ਬਾਬੂ ਹੀ ਨਹੀਂ ਸੀ। ਜਾਂ ਇਹ ਹਾਲਤ ਹੁੰਦੀ ਆ ਕਿ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ, ਉਹ ਤਾਂ 5 ਰਾਜਾਂ ਦੀਆਂ ਚੋਣਾਂ 'ਚ ਜਿਹੜੇ ਗੁਲਤਾਨ ਨੇ, ਉਹਨਾਂ ਨੂੰ ਤਾਂ ਲੱਗਦਾ ਕਿ 2 ਮਈ ਦਿੰਦੀ ਆ। ਕਿੰਨੀਆਂ ਮੌਤਾਂ ਹੋ ਰਹੀਆਂ, ਕਿਸ ਤਰੀਕੇ ਦੇ ਨਾਲ ਸਿਵੇ ਚੱਲ ਰਹੇ ਨੇ, ਇਸ ਪਾਸੇ ਉਹਨਾਂ ਦਾ ਧਿਆਨ ਹੀ ਨਹੀਂ ਹੈ। ਆਪਾਂ ਇਹ ਦੇਖੀਏ ਕਿ ਉਹ ਸਿਆਸਤ ਕਰਨ ਦੇ ਲਈ ਲੱਗੇ ਹੋਏ ਨੇ। ਮੈਂ ਅੱਜ ਪੜ੍ਹ ਰਿਹਾ ਸੀ ਸ਼ਹੀਦ ਭਗਤ ਸਿੰਘ ਹੋਰਾਂ ਦੇ ਉੱਤੇ ਸਭ ਤੋਂ ਵੱਧ ਜੇ ਕਿਸੇ ਨੇ ਰਿਸਰਚ ਕਰਕੇ ਲਿਖਿਆ ਉਹ ਹੈਗਾ ਡਾਕਟਰ ਚਮਨ ਲਾਲ। ਪ੍ਰੋਫੈਸਰ ਚਮਨ ਲਾਲ ਜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿੱਚ ਪੜ੍ਹਾਉਂਦੇ ਰਹੇ ਨੇ। ਉਹਨਾਂ ਦੇ ਵੈਕਸੀਨ ਲਾਉਣੀ ਸੀ, ਉਹਨਾਂ ਨੇ ਚਿੱਠੀ ਲਿਖਤੀ, ਉਹ ਕਹਿੰਦੇ ਮੈਂ ਨਹੀਂ ਲਵਾਉਂਦਾ। ਉਹ ਕਹਿੰਦੇ ਵੈਕਸੀਨ ਜਿਹੜੀ ਤੁਸੀਂ ਲਾਉਨੇ ਹੋ ਉਹਦੇ ਉੱਤੇ ਪ੍ਰਧਾਨ ਮੰਤਰੀ ਜੀ ਦੀ ਜਿਹੜਾ ਕਾਰਡ ਬਣ ਕੇ ਆਉਂਦਾ ਵੈਕਸੀਨੇਸ਼ਨ ਦਾ, ਪ੍ਰਧਾਨ ਮੰਤਰੀ ਜੀ ਦੀ ਫੋਟੋ ਕਿਉਂ ਹੈ? ਉਹ ਕਹਿੰਦਾ ਫੋਟੋ ਲਾਹੋ ਫਿਰ ਵੈਕਸੀਨ ਲਵਾਉਂਗਾ। ਹਾਲਾਂਕਿ ਉਹ ਨਿਰਪੱਖ ਬੁੱਧੀਜੀਵੀ ਨੇ, ਕਿਸੇ ਪਾਰਟੀ ਦੇ ਨਾਲ ਨਹੀਂ ਹੈ ਸੀਗੀ। ਸੋ ਇੱਥੇ ਵੀ ਰਾਜਨੀਤੀ ਵਾੜੀ ਹੋਈ ਹੈ। ਪੱਛਮੀ ਬੰਗਾਲ ਵਾਲੀ ਉਹ ਕੁੜੀ ਬੜੇ ਤੇਜ਼ ਭਰਾਰ ਆਗੂ ਆ ਗਈ, ਬਹੁਤ ਸੋਹਣਾ ਬੋਲਦੀ ਹੈ, MP ਹੈ। ਉਹਨੇ ਕਿਹਾ, ਉਹ ਕਹਿੰਦੀ ਵੈਕਸੀਨੇਸ਼ਨ ਵਾਲੇ ਕਾਰਡ ਤੇ ਤਾਂ ਮੋਦੀ ਜੀ ਦੀ ਫੋਟੋ ਹੈਗੀ ਆ, ਜਿਹੜੀਆਂ ਆਕਸੀਜਨ ਦੇ ਨਾਲ ਮੌਤਾਂ ਹੋਈਆਂ ਕੀ ਉਹਨਾਂ ਦੇ ਡੈਥ ਸਰਟੀਫਿਕੇਟ ਤੇ ਮੋਦੀ ਜੀ ਦੀ ਫੋਟੋ ਹੋਊਗੀ? ਸੋ ਇਹ ਸਵਾਲ ਪੂਰਾ ਦੇਸ਼ ਪੁੱਛ ਰਿਹਾ। ਪੂਰਾ ਦੇਸ਼ ਅੱਜ ਇਸ ਪਾਸੇ ਨੂੰ ਉਲਝਿਆ ਹੋਇਆ ਕਿ ਪਿੰਡਾਂ 'ਚ 70 ਵਿਸ ਰਹੇ ਨੇ। ਬਠਿੰਡੇ ਦੇ ਵਿੱਚ ਮੈਂ ਦੇਖ ਰਿਹਾ ਸੀ 24 ਜਿਹੜੀਆਂ ਡੈਡ ਬੋਡੀਜ਼ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਸਕਦਾ ਇੱਕੋ ਟਾਈਮ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ। ਅੱਜ 25 ਡੈਡ ਬੋਡੀ ਜੋ ਸ਼ਮਸ਼ਾਨ ਘਾਟ 'ਚ ਪਹੁੰਚੀਆਂ, ਇੱਕ ਡੈਡ ਬੋਡੀ ਦਾ ਸੰਸਕਾਰ ਆ ਜਿਹੜਾ ਉਹ ਬਾਹਰ ਕਰਨਾ ਪਿਆ। ਇਹ ਅੱਜ ਦੀ ਹਾਲਤ ਆ ਬਠਿੰਡੇ ਦੀ। ਲੁਧਿਆਣੇ 'ਚ ਮੈਂ ਦੇਖ ਰਿਹਾ ਸੀ ਪ੍ਰਬੰਧ ਇੰਨੇ ਮਾੜੇ ਗਿੱਲ ਸਾਹਿਬ ਕਿ ਕੋਈ ਰਿਕਸ਼ੇ ਦੇ ਉੱਤੇ ਜਿਹੜੀ ਡੈਡ ਬੋਡੀ ਲੈ ਕੇ ਜਾ ਰਹੇ ਨੇ ਅੰਤਿਮ ਸੰਸਕਾਰ ਕਰਨ ਦੇ ਲਈ, ਕਿਤੇ ਜਿਹੜਾ ਉਹ 3 ਵੀਲਰ ਦੇ ਉੱਤੇ, ਆਟੋ ਦੇ ਉੱਤੇ ਜਿਹੜੀ ਡੈਡ ਬੋਡੀ ਲੈ ਕੇ ਜਾ ਰਿਹਾ ਪਰਿਵਾਰ। ਜਿਹੜੀਆਂ ਉੱਥੋਂ ਦੀਆਂ ਐਂਬੂਲੈਂਸ ਵਾਲੇ ਨੇ ਉਹ 10,000 ਦੇ ਵਿੱਚ ਪੈਸੇ ਮੰਗ ਰਹੇ ਨੇ। ਤੇ 4 ਪਾਸੇ ਸੀ ਤਾਂ ਇਹ ਕਿ ਦੇਖੋ ਇਹ ਕਾਮ ਵਾਇਰਲ ਹੈ, ਕਾਮ ਬੁਖਾਰ ਹੁੰਦਾ ਹੈ, ਬੁਖਾਰ ਬਹੁਤ ਤੇਜ਼ ਹੁੰਦਾ ਹੈ, ਵਿਅਕਤੀ ਨੂੰ ਬਹੁਤ ਸਮੱਸਿਆ ਆਉਂਦੀ ਹੈ। ਇਹਦੇ ਲਈ ਪ੍ਰੀਕਾਸ਼ਨ ਦੱਸਣ ਦੀ ਲੋੜ ਸੀ, ਸਾਵਧਾਨੀਆਂ ਦੱਸਣ ਦੀ ਲੋੜ ਸੀ। ਇਹ ਡੰਡੇ ਲੈ ਕੇ ਸਰਕਾਰ ਸਾਡੀ ਜਿਹੜੀ ਉਹ ਕਰੋਨਾ ਭਜਾਉਣ ਲੱਗ ਗਈ। ਔਰ 1 ਸਾਲ ਬੀਤ ਗਿਆ, ਪਿਛਲੇ ਮਾਰਚ ਨੂੰ ਲੈ ਕੇ ਅੱਜ ਅਪ੍ਰੈਲ ਦਾ ਮਹੀਨਾ ਲੰਘਣ ਵਾਲਾ 2021 ਦਾ। 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਇਸ 1 ਸਾਲ ਤੋਂ ਵੱਧ ਦੇ ਸਮੇਂ 'ਚ ਸਾਡੀ ਸਰਕਾਰ ਆਕਸੀਜਨ ਦੀ ਕਮੀ ਨਹੀਂ ਪੂਰੀ ਕਰ ਸਕੀ। ਇਸ 1 ਸਾਲ ਤੋਂ ਵੱਧ ਦੇ ਸਮੇਂ ਦੇ ਵਿੱਚ ਸਾਡੀ ਸਰਕਾਰ ਬੈੱਡ ਨਹੀਂ ਤਿਆਰ ਕਰ ਸਕੀ, ਹਸਪੀਟਲ ਨਹੀਂ ਤਿਆਰ ਕਰ ਸਕੀ, ਜਿਹਦਾ ਨਤੀਜਾ ਅੱਜ ਅਸੀਂ ਭੁਗਤ ਰਹੇ ਹਾਂ। ਭਾਰਤ 'ਚ ਲੰਘੇ 24 ਘੰਟਿਆਂ ਦੌਰਾਨ 3.5 ਲੱਖ ਤੋਂ ਵੱਧ COVID-19 ਦੇ ਕੇਸ ਆਏ ਨੇ। 2812 ਮੌਤਾਂ ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਹੋਈਆਂ ਨੇ। ਹਾਲਾਂਕਿ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਹੈਗਾ ਉਹਦਾ ਇਹ ਹੈ ਕਿ ਮੌਤਾਂ ਦੀ ਗਿਣਤੀ ਬਾਰੇ ਸੱਚ ਛੁਪਾਇਆ ਜਾ ਰਿਹਾ ਹੈ। ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਸ਼ਹਿਰ ਆ ਪਟਿਆਲਾ, 31 ਮੌਤਾਂ 24 ਘੰਟਿਆਂ ਦੌਰਾਨ ਉੱਥੋਂ ਦੇ ਰਜਿੰਦਰਾ ਹਸਪੀਟਲ ਦੇ ਵਿੱਚ। ਔਰ ਪੰਜਾਬ ਦੇ ਵਿੱਚ 100 ਦੇ ਲਗਭਗ ਮੌਤਾਂ ਇੱਕ ਦਿਨ 'ਚ ਹੋ ਜਾਣੀਆਂ 24 ਘੰਟਿਆਂ 'ਚ COVID-19 ਦੇ ਕਰਕੇ। ਸਵਾਲ ਖੜੇ ਹੁੰਦੇ ਨੇ। ਇਹ ਮੌਤਾਂ ਦੇ ਵਿੱਚੋਂ ਵੱਡੀ ਗਿਣਤੀ ਜੇ ਅਸੀਂ ਦੇਖਾਂਗੇ ਤਾਂ ਉਹ ਪ੍ਰਬੰਧਾਂ ਦੀ ਘਾਟ ਕਰਕੇ, ਕਿਤੇ ਆਕਸੀਜਨ ਨਹੀਂ, ਕਿਤੇ ਬੈੱਡ ਨਹੀਂ ਹੈ, ਕਿਤੇ ਦਵਾਈਆਂ ਨਹੀਂ ਹਨ, ਕਿਤੇ ਜਿਹੜਾ ਉਹ ਸਿਹਤ ਅਮਲਾ ਨਹੀਂ ਹੈ। ਭਰਤੀ ਬਹੁਤ ਘੱਟ ਕੀਤੀ ਹੋਈ ਹੈ। ਇੱਕ ਸਿਹਤ ਮੁਲਾਜ਼ਮ ਤੋਂ ਕੋਈ ਘੰਟੇ ਕੰਮ ਲਈ ਜਾਂਦੇ ਨੇ, ਉਹ ਆਪ ਪੈਨਸ਼ਨ 'ਚ। ਸੋ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਹੈ। ਅਫਰਾ ਤਫਰੀ ਦੇ ਇਸ ਮਾਹੌਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵੀ ਇੱਕ ਕਰੋਨਾ ਪੀੜਤ ਉਮੀਦਵਾਰ ਦੀ ਮੌਤ ਹੋ ਗਈ। ਵੋਟਾਂ ਕੀ ਪਈਆਂ, ਉਮੀਦਵਾਰ ਦੀ ਹੀ ਮੌਤ ਹੈ ਜਿਹੜੀ ਉਹ ਹੋ ਗਈ। ਲੇਕਿਨ ਚੰਗੀ ਗੱਲ ਸਾਹਿਬ ਇਹ ਹੈ ਕਿ ਦੁਨੀਆ ਭਰ 'ਚੋਂ ਮਦਦ ਦੀ ਅਪੀਲ ਆ ਰਹੀ ਹੈ। ਇੰਗਲੈਂਡ ਕਹਿੰਦਾ ਸਾਥੋਂ ਮਦਦ ਲਓ, ਸਿੰਗਾਪੁਰ 'ਚੋਂ ਆਕਸੀਜਨ ਪਹੁੰਚ ਰਹੀ ਆ।
ਕੈਨੇਡਾ ਤੋਂ, ਅਮਰੀਕਾ ਤੋਂ, ਦੁਨੀਆ ਭਰ ਤੋਂ ਫੋਨ ਆ ਰਹੇ ਨੇ ਪ੍ਰਧਾਨ ਮੰਤਰੀ ਨੂੰ, ਭਾਰਤ ਸਰਕਾਰ ਨੂੰ, ਕਿ ਅਸੀਂ ਤੁਹਾਡੀ ਮਦਦ ਲਈ ਹਰ ਪੱਖੋਂ ਤਿਆਰ ਆ। ਦੁਨੀਆ ਦੀ ਵੱਡੀ ਤਾਕਤ ਬਣਨ ਦੇ ਦਾਅਵੇ ਇਹ ਕਰਦੇ ਸੀ, ਕਹਿੰਦੇ ਸੀ ਪੂਰੀ ਦੁਨੀਆ ਨੂੰ ਵੈਕਸੀਨ ਅਸੀਂ ਪਹੁੰਚਾਵਾਂਗੇ। ਲੇਕਿਨ ਅੱਜ ਹਾਲਤ ਇਹ ਬਣੀ ਹੋਈ ਹੈ ਕਿ ਪਾਕਿਸਤਾਨ ਦੇ ਜਿਹੜੇ ਮੁਖੀ ਨੇ ਉਹ ਵੀ ਭਾਰਤ ਨੂੰ ਕਹਿ ਰਹੇ ਨੇ ਕਿ ਅਸੀਂ ਤੁਹਾਡੀ ਹਰ ਪੱਖੋਂ ਮਦਦ ਦੇ ਲਈ ਤਿਆਰ ਹਾਂ। ਬਹੁਤ ਚੰਗੀ ਗੱਲ ਹੈ, ਉਹ ਮਦਦ ਦੇ ਲਈ ਤਿਆਰ ਨੇ, ਔਰ ਬਹੁਤ ਚੰਗੀ ਗੱਲ ਹੈ ਕਿ ਉਹਨਾਂ ਨੇ ਇਸ ਮੌਕੇ ਦੇ ਉੱਤੇ ਹਾਂ ਦਾ ਨਾਅਰਾ ਗਾ ਜਿਹੜਾ ਉਹ ਮਾਰਿਆ। ਪਰ ਸਾਡੀ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਹੈਲਥ ਸਿਸਟਮ ਦੇ ਉੱਤੇ ਕੁੱਲ ਘਰੇਲੂ ਉਤਪਾਦ ਦਾ ਜਿਹੜਾ 1.26% ਖਰਚ ਕੇ ਬਾਂਹ ਖੜੀ ਕਰਕੇ ਕਹਿ ਦਿੰਦੇ ਅਸੀਂ ਦੁਨੀਆ ਦੀ ਵੱਡੀ ਤਾਕਤ ਬਣਨ ਵਾਲੇ ਹਾਂ। ਸਿਰਫ ਬੰਬ, ਬੰਦੂਕਾਂ, ਹਥਿਆਰਾਂ ਦੇ ਨਾਲ ਮਨੁੱਖੀ ਤਬਾਹੀ ਦੇ ਸੰਦ ਤਿਆਰ ਕਰਕੇ ਦੁਨੀਆ ਦੀ ਵੱਡੀ ਤਾਕਤ ਬਣਨ ਦਾ ਭਰਮ ਸਾਡੇ ਮੋਦੀ ਜੀ ਨੇ ਪਾਲਿਆ ਸੀ, ਤੇ ਅੱਜ ਸਥਿਤੀ ਇਹ ਹੈ ਕਿ ਉਹ ਕਿਸੇ ਵੀ ਗੱਲ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਜੀ। ਹੁਣ ਆਈਏ ਜੀ, ਹੁਣ ਇਹਦੇ ਸਾਰੇ ਕੁਛ ਦੇ ਵਿੱਚ ਜਿਹੜੀ ਮੈਨੂੰ ਲੱਗਦਾ ਹੈ ਉਹ ਇਹ ਹੈ ਕਿ ਮੋਰਚਾ ਖਿੰਡਦਾ ਲੱਗਦਾ। ਹਾਲਾਤ ਕੁਝ ਦੇਸ਼ ਦੇ ਇਹੋ ਜਿਹੇ ਹੋ ਗਏ, ਕੁਝ ਲੀਡਰਾਂ ਦੀਆਂ ਸੁਰਾਂ ਜਿਹੜੀਆਂ ਨੇ ਉਹ ਮਾੜੀਆਂ ਹੋ ਗਈਆਂ, ਇੱਕ ਦੂਜੇ ਨੂੰ ਵੱਢਣ ਟੁੱਕਣ ਲੱਗੇ ਹੋਏ ਨੇ। ਦੀਪ ਸਿੱਧੂ ਦੀ ਜ਼ਮਾਨਤ ਹੋ ਗਈ, ਅਗਰਾਹਾਂ ਖਾਲਿਸਤਾਨੀਆਂ ਨੂੰ ਘੇਰੀ ਫਿਰਦਾ ਹੈ, ਫੂਲ ਕਾਇਮ ਹੋਇਆ ਫਿਰਦਾ ਹੈ, ਤੇ ਰਾਜੇਵਾਲ ਵਿੱਚ ਵਿਚਾਲੇ ਆਪਣੀ ਸੀਟ ਦਾ ਸੈੱਟ ਕਰਦਾ ਫਿਰਦਾ ਹੈ। ਤੇ ਇਹਦੇ ਬਾਰੇ ਹੁਣ ਦੱਸੋ ਕਿ ਮੋਰਚੇ ਦੀ ਗੱਲ ਕੀ ਚੱਲ ਰਹੀ ਹੈ? ਜੀ ਗਿੱਲ ਸਾਹਿਬ, ਦੇਖੋ ਮੋਰਚੇ ਦੀ ਜਿਹੜੀ ਗੱਲ ਹੈ, ਜੋ ਨਹੀਂ ਹੋਣਾ ਚਾਹੀਦਾ ਸੀ ਉਹ ਹੋ ਰਿਹਾ। ਜੋ ਵਰਤਾਂਤ, ਜੋ ਨੈਰੇਟਿਵ ਸਿਰਜਿਆ ਜਾ ਰਿਹਾ ਉਹ ਨਹੀਂ ਸਿਰਜਿਆ ਜਾਣਾ ਚਾਹੀਦਾ ਸੀ। ਹੁਣ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਅਜਿਹਾ ਅਸਰ ਪੈਣਾ ਸ਼ੁਰੂ ਹੋਇਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਇੱਕ ਹਿੱਸੇ ਨੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਇੱਕ ਹਿੱਸੇ ਨੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ, ਨੌਜਵਾਨਾਂ ਦੇ ਨਾਲ ਰਾਬਤਾ ਕਰਨ ਦੀ, ਇੱਕ ਕਮੇਟੀ ਬਣਾਉਣ ਦੀ ਇਹ ਯਤਨ ਕੀਤੇ। ਲੇਕਿਨ ਫਿਰ ਵੀ ਕੁਝ ਵਿਅਕਤੀਆਂ ਦਾ ਇਹ ਹੈਗਾ ਕਿ ਉਹ ਇਸ ਮੋਰਚੇ ਨੂੰ ਕਹਿਣ ਤੋਂ ਕਹਿੰਦੇ ਨੇ ਅਸੀਂ ਬਹੁਤ ਵੱਡੇ ਲੀਡਰ ਹਾਂ, ਲੇਕਿਨ ਉਹ ਇਸ ਮੋਰਚੇ ਨੂੰ ਇਕਜੁੱਟ ਕਰਨ ਦੇ ਵਿੱਚ ਅਸਫਲ ਸਿੱਧ ਹੋ ਰਹੇ ਨੇ। ਹੁਣ ਜੇ ਦੇਖਿਆ ਜਾਵੇ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਪਹਿਲਾਂ ਇੱਕ ਵਰਤਾਂਤ ਸਿਰਜਿਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨ ਵਰਸਸ ਜਿਹੜੇ ਵੱਡੇ ਕਿਸਾਨ ਆਗੂ। ਉਸ ਤੋਂ ਬਾਅਦ ਵਰਤਾਂਤ ਸਿਰਜਿਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਖਾਲਿਸਤਾਨੀ ਵਰਸਸ ਕਾਮਰੇਡ। ਉਸ ਤੋਂ ਬਾਅਦ ਇਹ ਘਟਨਾਕ੍ਰਮ ਜਿਹੜਾ ਲਗਾਤਾਰ ਚੱਲਦਾ ਗਿਆ। ਹੁਣ ਇਸ ਸਥਿਤੀ ਦੇ ਵਿੱਚ ਜਾ ਵੜਿਆ ਇਹ ਘਟਨਾਕ੍ਰਮ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਲੱਖਾ ਪ੍ਰਧਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੁੱਕਲ ਦੇ ਵਿੱਚ ਵੀ ਲੈ ਲਿਆ, ਫਿਰ ਵੀ ਕੁਝ ਆਗੂ ਨੇ ਜਿਹੜੇ ਉਹ ਇਸ ਗੱਲ ਨੂੰ ਚੈੱਕ ਕਰਨ ਲਈ ਤਿਆਰ ਨਹੀਂ ਸੀਗੇ। ਹੁਣ ਘਟਨਾਕ੍ਰਮ ਇੱਥੋਂ ਤੱਕ ਜਾ ਪਹੁੰਚਿਆ ਕਿ ਦੇਖੋ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਿ ਅਸੀਂ ਸੰਸਦ ਭਵਨ ਵੱਲ ਪੈਦਲ ਮਾਰਚ ਕਰਾਂਗੇ ਮਈ ਦੇ ਪਹਿਲੇ ਪੰਦਰਵਾੜੇ 'ਚ। ਪਿੰਡਾਂ 'ਚ ਤਿਆਰੀਆਂ ਹੋ ਗਈਆਂ, ਲੋਕਾਂ ਨੂੰ ਲੱਗਿਆ ਕਿ ਅਪ੍ਰੈਲ ਦੇ ਵਿੱਚੇ ਹਾੜੀ ਵੱਢ ਕੇ ਸਮੇਟ ਕੇ ਜਿਹੜਾ ਮਾਰਦਾ ਦਮਾਮੇ ਜੱਟ ਮੇਲੇ ਜਾਊਗਾ, ਉਹੀ ਧਨੀ ਰਾਮ ਚਾਤ ਤੇ ਕਾਲਾ ਜੱਟ ਹੈਗਾ ਜਿਹੜਾ ਉਹ ਹਾੜੀ ਤੰਦ ਤੂੜੀ ਸਾਰਾ ਕੁਛ ਵੇਚ ਕੇ ਸਾਂਭ ਸੰਭਾਲ ਕਰਕੇ ਮਈ ਦੇ ਪਹਿਲੇ ਪੰਦਰਵਾੜੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਗੂੰਜੂਗਾ। ਲੇਕਿਨ ਉਸ ਤੋਂ ਬਾਅਦ ਗਿੱਲ ਸਾਹਿਬ ਕਰੋਨਾ ਵਾਇਰਸ ਦੀ ਮਹਾਮਾਰੀ ਦਾ ਹਕੂਮਤ ਨੇ ਖਹੂਆ ਖੜਾ ਕੀਤਾ, ਔਰ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਇੱਕ ਹਿੱਸੇ ਦੇ ਵੱਲੋਂ ਜਾਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਉਹਦੇ ਵਿੱਚ ਇਹ ਸਿਰਜਿਆ ਗਿਆ ਕਿ ਇਸ ਨੂੰ ਪੋਸਟਪੋਨ ਕੀਤਾ ਜਾਵੇ। ਉਦੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਜਾ ਕੇ ਗੱਲ ਰੱਖੀ ਹਾਂ ਕਿ ਗੁਰਨਾਮ ਸਿੰਘ ਚਲੂਨੀ ਨੇ ਜਿਹੜੀ ਇੰਟਰਵਿਊ ਦਿੱਤੀ ਕੁਛ ਨਿੱਜੀ ਚੈਨਲਾਂ ਨੂੰ, ਉਹਨਾਂ ਨੇ ਇਸ ਗੱਲ ਦੇ ਉੱਤੇ ਜਿਹੜਾ ਖੜੇ ਰਹਿਣ ਦੀ ਆਪਦੇ ਨਿੱਜੀ ਤੌਰ ਦੇ ਉੱਤੇ ਜ਼ਿਕਰ ਕੀਤਾ ਕਿ ਸੰਸਦ ਭਵਨ ਵੱਲ ਮਾਰਚ ਹੋਣਾ ਚਾਹੀਦਾ ਸੀ। ਲੇਕਿਨ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜੋ ਹੋ ਗਿਆ ਹੁਣ ਠੀਕ ਹੈ। ਤਾਂ ਉਹਦੇ ਵਿੱਚੋਂ ਹੁਣ ਇੱਕ ਮੀਟਿੰਗ ਰੱਖੀ ਹੋਈ ਸੀ। ਉਸ ਮੀਟਿੰਗ ਦੇ ਵਿੱਚ ਕੁਛ ਨੌਜਵਾਨਾਂ ਨੇ ਸਵਾਲ ਪੁੱਛੇ। ਹੁਣ ਇੱਕ ਬੰਨੇ ਤਾਂ ਅਸੀਂ ਕਹਿੰਦੇ ਆਂਗੇ ਕਿ 100 ਵਿਚਾਰ ਭੇਟਣ ਦਿਓ, 100 ਫੁੱਲ ਖੇਡਣ ਦਿਓ। ਇੱਕ ਬੰਨੇ ਤਾਂ ਅਸੀਂ ਕਹਿੰਦੇ ਹਾਂ ਕਿ ਉਹਨਾਂ ਆਗੂਆਂ ਨੂੰ ਸਵਾਲ ਪੁੱਛੋ, ਜਿਹੜੇ ਆਗੂ ਤੁਹਾਡੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਗੱਲਾਂ ਤੁਹਾਡੇ ਨਾਲ ਕਰਕੇ ਜਾਂਦੇ ਨੇ, ਵਾਅਦੇ ਕਰਕੇ ਜਾਂਦੇ ਨੇ, ਉਦੋਂ ਬਾਅਦ ਪੂਰੇ ਨਹੀਂ ਉਤਰਦੇ, ਉਹਨਾਂ ਨੂੰ ਕਿਤੇ ਸਵਾਲ ਪੁੱਛੋ। ਦੂਜੇ ਬੰਨੇ ਜੇ ਨੌਜਵਾਨਾਂ ਨੇ ਸਵਾਲ ਪੁੱਛ ਲਏ ਤਾਂ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਹੈਗਾ ਜਿਹੜਾ ਉਹ ਤਹੱਮਲ ਦੇ ਨਾਲ ਦੇਣਾ ਚਾਹੀਦਾ। ਉਹਨਾਂ ਨੂੰ ਨੌਜਵਾਨਾਂ ਨੂੰ ਬੁੱਕਲ 'ਚ ਲੈਣਾ ਚਾਹੀਦਾ। ਸਾਡਾ ਜਿਹੜਾ 30-40 ਸਾਲ ਦਾ ਤਜਰਬਾ ਹੈਗਾ ਕਿਸਾਨ ਆਗੂਆਂ ਦਾ, ਉਸ ਤਜਰਬੇ ਦੇ ਵਿੱਚੋਂ ਇਹ ਵੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਦੂਜਿਆਂ ਨੂੰ ਕਿਵੇਂ ਨਾਲ ਰੱਖਣਾ ਹੈਗਾ। ਤਾਂ ਉਸ ਤੋਂ ਬਾਅਦ ਇਹ ਮਾਹੌਲ ਹੈਗਾ ਜਿਹੜਾ ਉਹ ਸਰਜੀਤ ਸਿੰਘ ਫੂਲ ਦੇ ਖਿਲਾਫ ਜੋ ਅਗਰਾਹਾਂ ਜੀ ਨੇ ਬੋਲਿਆ, ਮੈਨੂੰ ਲੱਗਦਾ ਨਹੀਂ ਬੋਲਣਾ ਚਾਹੀਦਾ। ਉਸ ਤੋਂ ਬਾਅਦ ਅੱਜ ਤੱਕ ਗੱਲ ਇੱਥੋਂ ਤੱਕ ਗਈ ਕਿ ਫੇਕ ਆਈਡੀਆਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਪਾਇਆ ਗਿਆ। ਉਹ ਪੋਸਟਰ ਦੇ ਵਿੱਚ ਗਿੱਲ ਸਾਹਿਬ ਲਿਖਿਆ ਗਿਆ ਕਿ
ਸੁਰਜੀਤ ਸਿੰਘ ਸਕੂਲ ਦੀ ਜਿਹੜੀ ਭਾਰਤੀ ਕਿਸਾਨ ਕ੍ਰਾਂਤੀਕਾਰੀ, ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਸ ਸੁਸਾਇਟੀ ਅਤੇ ਲੱਖਾ ਸਿਧਾਣਾ ਦੇ ਸਮਰਥਕ, 3 ਜਥੇਬੰਦੀਆਂ ਦੇ ਵੱਲੋਂ, 3 ਧਿਰਾਂ ਦੇ ਵੱਲੋਂ ਉਹ ਪੋਸਟਰ ਆ ਜਿਹੜਾ ਉਹ ਫੇਕ ਆਈਡੀਆਂ ਤੋਂ ਫੇਕ ਪੋਸਟਰ ਬਣਾ ਕੇ ਪਾਇਆ ਗਿਆ ਕਿ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਤਾਂ ਦਿੱਲੀ ਮਾਰਚ ਲਈ ਜਾਂਦੀ ਨਹੀਂ, ਅਸੀਂ 30 ਅਪ੍ਰੈਲ ਨੂੰ ਜਾ ਰਹੇ ਹਾਂ ਔਰ ਸਾਡੇ ਨਾਲ ਚੱਲੋ। ਤਾਂ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਮਤਲਬ ਫੇਕ ਆਈਡੀਆਂ ਤੋਂ ਹੁਣ ਦੇਖਦੇ ਹਾਂ 30 ਨੂੰ ਜਾਂਦੇ ਆ ਕਿ ਨਹੀਂ ਜਾਂਦੇ, ਹੁਣ ਇਹ ਦੇਖਦੇ ਹਾਂ। ਤਾਂ ਇਹ ਮਤਲਬ ਉਹਨਾਂ ਦਾ ਬਕਾਇਦਾ ਤੌਰ ਦੇ ਉੱਤੇ ਇਹ ਹੈਗਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ, ਅਸੀਂ ਕੋਈ ਫੁੱਟ ਪਾਉਣ ਵਾਲੇ ਨਹੀਂ। ਤਾਂ ਫਿਰ ਜਿਹੜੇ ਵਿਅਕਤੀ ਇਸ ਤਰੀਕੇ ਦੇ ਪੋਸਟਰ ਬਣਾ ਕੇ ਇਸ ਤਰੀਕੇ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਕੁਛ ਗੱਲਾਂ ਫਿੱਟ ਰਹੇ ਨੇ, ਉਹ ਨਹੀਂ ਹੋਣੀਆਂ ਚਾਹੀਦੀਆਂ। ਸੰਯੁਕਤ ਮੋਰਚੇ ਨੇ ਨਿਖੇਧੀ ਕਰਤੀ ਇਹਦੀ। ਸ਼ਾਮ ਨੂੰ ਸੰਯੁਕਤ ਮੋਰਚੇ ਦੇ ਵੱਡੇ ਆਗੂਆਂ ਨੇ ਕਹਿਤਾ ਕਿ ਇਹ ਗਲਤ ਹੈ, ਜਿਹਨੇ ਵੀ ਪਾਇਆ ਇਹ ਠੀਕ ਨਹੀਂ ਹੈ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਮਸਲਾ ਹੈਗਾ ਜਿਹੜਾ ਉਹ ਸੈੱਟ ਕੀਤਾ ਜਾਊ। ਸੋ ਆਉਣ ਵਾਲੇ ਦਿਨਾਂ 'ਚ ਆਸ ਉਮੀਦ ਕਰਾਂਗੇ ਕਿ ਸਾਰਾ ਮਸਲਾ ਹੱਲ ਹੋਵੇ ਜੀ। ਹੋਲਡ ਕਰਿਓ, ਇੱਕ ਬ੍ਰੇਕਿੰਗ ਨਿਊਜ਼ ਪੰਜਾਬ ਦੀ ਤੁਹਾਨੂੰ ਦੇ ਦਈਏ, ਤੁਹਾਡੀ ਹਲੇ ਸ਼ਾਇਦ ਪਹੁੰਚ 'ਚ ਨਾ ਆਈ ਹੋਵੇ। ਮੇਰੇ ਨਾਲ ਸਰਮੀਤ ਸਿੰਘ, ਸ਼੍ਰੀ ਮੁਕਤਸਰ ਸਾਹਿਬ ਤੋਂ। ਬਹੁਤ ਬਹੁਤ ਧੰਨਵਾਦ ਗਿਲ ਸਾਹਿਬ ਸਮਾਂ ਦੇਣ ਲਈ। ਹੁਣੇ ਜਿਹੜੀ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈਗੇ ਸੁਨੀਲ ਜਾਖੜ ਔਰ ਕੈਬਨਿਟ ਮਿਨਿਸਟਰ ਜਿਹੜੇ ਸੁਖਜਿੰਦਰ ਰੰਧਾਵਾ, ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀ। ਬੇਅਦਬੀ ਮਾਮਲਿਆਂ ਨੂੰ ਲੈ ਕੇ ਜਿਹੜਾ ਅਸਤੀਫਾ ਦਿੱਤਾ ਗਿਆ ਔਰ ਅੱਜ ਜਿਹੜੀ ਕੈਬਨਿਟ ਦੀ ਮੀਟਿੰਗ ਸੀ ਉਹਦੇ ਵਿੱਚ ਅਸਤੀਫਾ ਦਿੱਤਾ ਗਿਆ। ਔਰ ਜਾਣਕਾਰੀ ਮੁਤਾਬਿਕ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਉਹਨਾਂ ਨੇ ਦੋਵਾਂ ਦਾ ਅਸਤੀਫਾ ਜਿਹੜਾ ਮੌਕੇ ਤੇ ਹੀ ਨਾ ਮਨਜ਼ੂਰ ਕਰ ਦਿੱਤਾ ਹੈ। ਪੰਜਾਬ ਵਿੱਚ ਜਿਹੜਾ ਬੇਅਦਬੀ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ, ਉਸ ਤੋਂ ਬਾਅਦ ਜਿਹੜੇ ਕੁੰਵਰ ਵਿਜੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀਗਾ। ਔਰ ਅਕਾਲੀ ਦਲ ਵੱਲੋਂ ਲਗਾਤਾਰ ਜਿਹੜਾ ਕਾਂਗਰਸ ਨੂੰ ਘੇਰਿਆ ਜਾ ਰਿਹਾ ਇਸ ਮੁੱਦੇ ਉੱਪਰ ਕਿ ਸਰਕਾਰ ਜਿਹੜੀ ਹੈ ਇਸ ਮਾਮਲੇ ਦੀ ਜਾਂਚ ਕਰਨ ਦੇ ਵਿੱਚ ਅਸਫਲ ਸਾਬਿਤ ਹੋਈ ਹੈ। ਔਰ ਇਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈਗੇ ਸੁਨੀਲ ਜਾਖੜ ਔਰ ਕੈਬਨਿਟ ਮਿਨਿਸਟਰ ਸੁਖਜਿੰਦਰ ਰੰਧਾਵਾ, ਉਹਨਾਂ ਵੱਲੋਂ ਰਿਜ਼ਾਈਨ ਕੀਤਾ ਗਿਆ। ਔਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਮੁੱਖ ਮੰਤਰੀ ਹੈ, ਉਹਨਾਂ ਨੇ ਅਸਤੀਫਾ ਜਿਹੜਾ ਨਾਮਨਜ਼ੂਰ ਕਰ ਲਿਆ। ਦੋਨੇ ਵੋਕਲ ਨੇ ਜੀ, ਪਹਿਲੇ ਦਿਨੋਂ ਦੋਨੇ ਬੋਲ ਰਹੇ ਜੀ। ਬਹੁਤ ਲੰਬੇ ਸਮੇਂ ਤੋਂ ਜਿਹੜਾ ਇਹ ਮੰਗ ਉੱਠ ਰਹੀ ਹੈ ਕਿ ਇਹਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਔਰ ਵਿਧਾਨ ਸਭਾ ਦੀਆਂ ਇਲੈਕਸ਼ਨਸ ਵੀ ਜਿਹੜੀਆਂ ਨੇੜੇ ਆ ਗਈਆਂ ਹੈ, ਕੁਛ ਮਹੀਨੇ ਰਹਿ ਗਏ ਆ ਜਿਹੜੇ ਪੰਜਾਬ ਵਿੱਚ ਵਿਧਾਨ ਸਭਾ ਇਲੈਕਸ਼ਨ ਦੇ, ਔਰ ਇਹਦੇ ਵਿੱਚ ਲੱਗ ਰਿਹਾ ਕਿ ਪੰਜਾਬ ਕਾਂਗਰਸ ਦੀਆਂ ਜਿਹੜੀਆਂ ਮੁਸੀਬਤਾਂ ਉਹ ਵੱਧ ਰਹੀਆਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ। ਧੰਨਵਾਦ ਸਰਮੀਤ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਇਸ ਸਨ ਸਰਮੀਤ ਸਿੰਘ, ਬ੍ਰੇਕਿੰਗ ਨਿਊਜ਼ ਦੇਖ ਗਏ ਨੇ। ਬਲਰਾਮ ਜਾਖੜ ਉਹਨਾਂ ਨੇ ਤੇ ਸੁਖਜਿੰਦਰ ਰੰਧਾਵਾ ਨੇ ਅਸਤੀਫਾ ਦਿੱਤਾ ਹੈ, ਪਰ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਨੇ ਐਕਸੈਪਟ ਨਹੀਂ ਕੀਤਾ। ਨਵਕਿਰਨ, ਇਹਦੇ ਨਾਲ ਇਹ ਨਵਜੋਤ ਸਿੱਧੂ ਕੀ ਕਰ ਰਿਹਾ ਤੇ ਪੰਜਾਬ ਦੀ ਰਾਜਨੀਤੀ ਇਹਨਾਂ ਅਸਤੀਫਿਆਂ ਦਾ ਨਾਲ ਕੁਛ ਫਰਕ ਕੀ ਪਵੇਗਾ? ਰਵਨੀਤ ਬਿੱਟੂ ਦੇ ਸ਼ਬਦ ਨੇ ਜਿਹੜੇ ਕਿ ਦੇਖਦੇ ਆ ਕਿ ਨਵਜੋਤ ਸਿੱਧੂ ਹੁਣ ਭੱਜਦਾ ਜਾਂ ਜਿਹੜੀ ਪਾਰਟੀ ਕੱਢਦੀ ਹੈ, ਨਵਜੋਤ ਸਿੱਧੂ ਨੂੰ ਐਕਸੈਪਟ ਨਹੀਂ ਕਰ ਰਿਹਾ ਕਿਉਂਕਿ ਲਾਈਨ ਅਪ ਦੇ ਵਿੱਚ ਅਗਲੀ ਸੀਐਮਸ਼ਿਪ ਦੇ ਵਿੱਚ ਰਵਨੀਤ ਬਿੱਟੂ ਚਾਹੁੰਦਾ ਹੈ ਕਿ ਮੇਰਾ ਨੰਬਰ ਲੱਗੇ। ਇਹਦੇ ਕਰਕੇ ਉਹਨੂੰ ਇਹ ਹੈ ਵੀ ਮੈਂ ਬਹੁਤ ਨੇੜੇ ਅਮਰਿੰਦਰ ਦੇ ਚਲੇ ਜਾਵਾਂ। ਪਿਛਲੇ ਦਿਨੀ ਅਮਰਿੰਦਰ ਨੂੰ ਵੀ ਟਾਰਗੇਟ ਕੀਤਾ ਸੀ ਉਸਨੇ। ਹੁਣ ਉਹ ਚਾਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਅਜਿਹੀ ਸਿਚੁਏਸ਼ਨ ਦੇ ਵਿੱਚ ਮੈਂ ਰਹਾਂ ਤੇ ਮੇਰੀ ਉੱਪਰਲੀ ਗੱਲ ਪ੍ਰਿੰਕਾ ਵਾਲੇ ਪਾਸੇ ਵੀ ਚੱਲੇ ਕਿ ਮੈਂ ਕਿੱਥੇ ਖੜਾਂ ਤੇ ਮੇਰੀ ਅਹਿਮੀਅਤ ਕੀ ਹੈ। ਸੋ ਰਾਜਨੀਤੀ ਕਿੱਧਰ ਜਾ ਰਹੀ ਹੈ ਜੀ ਨਵਕਿਰਨ? ਜੀ ਗੱਲ ਸਾਹਿਬ, ਦੇਖੋ ਰਾਜਨੀਤੀ ਦੇ ਵਿੱਚ ਖਾਸ ਕਰਕੇ ਕਾਂਗਰਸ 'ਚ ਕਾਫੀ ਕੁਛ ਹਿਲਜੁਲ ਹੋ ਰਹੀ ਹੈ। ਜਿਵੇਂ ਵੀਰ ਜੀ ਹੋਰੀ ਵੀ ਗੱਲ ਕਰਕੇ ਗਏ ਨੇ, ਕਾਂਗਰਸ ਪਾਰਟੀ ਦੀ ਜਿਹੜੀ ਅੱਜ ਮੀਟਿੰਗ ਸੀ ਉਹਦੇ ਵਿੱਚ ਵੀ ਕਾਫੀ ਹਿਲਜੁਲ ਆ ਜਿਹੜੀ ਉਹ ਹੋਈ ਹੈ। ਸੁਨੀਲ ਜਾਖੜ, ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ, ਉਹਨਾਂ ਨੇ ਅਸਤੀਫਾ ਤੱਕ ਦੇਣ ਦੀ ਗੱਲ ਕੀਤੀ, ਅਸਤੀਫਾ ਦਿੱਤਾ। ਉੱਥੇ ਹੀ ਸੈਰ ਸਪਾਟਾ ਵਿਭਾਗ ਦੇ ਮੰਤਰੀ ਚਰਨਜੀਤ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਸ ਨੂੰ ਤੁਸੀਂ ਕੱਢਣਾ ਆਪ ਹੀ ਕੱਢ ਦਿਓ, ਕਿਉਂਕਿ ਜਿਹੜਾ ਮਸਲਾ ਸਾਰਾ ਹੈਗਾ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਜੁੜ ਕੇ ਕਾਂਗਰਸ ਪਾਰਟੀ ਦੇ ਵਿੱਚ ਹਿਲਜੁਲ ਆ ਜਿਹੜੀ ਉਹ ਵਧੀ ਹੋਈ ਹੈ। ਔਰ ਕੁਛ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਸੂਰਵਾਰ ਮੰਨਿਆ ਜਾਣਾ ਚਾਹੀਦਾ। ਕੁਛ ਕਹਿ ਰਹੇ ਨੇ ਕਿ ਏਜੀ ਜਿਹੜੇ ਨੇ ਸਰਕਾਰੀ ਵਕੀਲ ਐਡਵੋਕੇਟ ਜਨਰਲ, ਉਹਨਾਂ ਨੂੰ ਕਸੂਰਵਾਰ ਮੰਨਿਆ ਜਾਣਾ ਚਾਹੀਦਾ। ਕੁਛ ਇਸ ਵਿਸ਼ੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ, ਜਿਹੜੇ ਮੌਜੂਦਾ ਗ੍ਰਹਿ ਮੰਤਰੀ ਨੇ, ਉਹਨਾਂ ਦੇ ਉੱਤੇ ਸਵਾਲ ਆ ਜਿਹੜਾ ਉਹ ਚੁੱਕ ਰਹੇ ਨੇ। ਔਰ ਜਿਹੜੀ ਇਹ ਮੀਟਿੰਗ ਵੀ ਹੋਈ ਆ ਉਹ 'ਚ ਬਾਰ-ਬਾਰ ਇਸ ਮਸਲੇ ਨੂੰ ਲੈ ਕੇ ਹੰਗਾਮਾ ਹੋਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਹਿਸ ਵੀ ਹੋਈ। ਔਰ ਸੁਨੀਲ ਜਾਖੜ ਆਪਣਾ ਅਸਤੀਫਾ ਨਾਲ ਲੈ ਕੇ ਆਏ ਸੀ ਤੇ ਰੰਧਾਵਾ ਹੋਰੀ ਅਸਤੀਫਾ ਲੈ ਕੇ ਆਏ ਸੀ, ਉਹਨਾਂ ਨੇ ਅਸਤੀਫਾ ਦਿੱਤਾ ਔਰ ਦੋਨਾਂ ਦਾ ਅਸਤੀਫਾ ਨਾਮਨਜ਼ੂਰ ਹੋਇਆ। ਤੇ ਨਵਜੋਤ ਸਿੰਘ ਸਿੱਧੂ ਅਸਲ ਦੇ ਵਿੱਚ ਨਾ ਗਿੱਲ ਸਾਹਿਬ ਇੱਕ ਪੂਰੀ ਦੀ ਪੂਰੀ ਧਿਰ ਖੜੀ ਕਰ ਰਿਹਾ ਨਵਜੋਤ ਸਿੱਧੂ ਹੇਠਾਂ ਤੋਂ ਲੈ ਕੇ ਉੱਪਰ ਤੱਕ। ਸ਼ਹਿਰਾਂ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਕੁਝ ਲੋਕ ਜਿਹੜੇ ਕਾਂਗਰਸ ਪਾਰਟੀ ਤੋਂ ਕਾਰਨਰ ਕੀਤੇ ਹੋਏ ਸੀ, ਜਿਹੜੇ ਲੋਕਾਂ ਨੂੰ ਕਿਤੇ ਨਾ ਕਿਤੇ ਟਿਕਟਾਂ ਨਹੀਂ ਸੀ ਦਿੱਤੀਆਂ ਜਾਂਦੀਆਂ, ਉਹ ਨਵਜੋਤ ਸਿੰਘ ਸਿੱਧੂ ਦੇ ਵਿੱਚ ਆਪਣਾ ਭਵਿੱਖ ਤਲਾਸ਼ ਰਹੇ ਨੇ। ਔਰ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਲੱਗਦਾ ਗਾ ਕਿ ਜਿਹੜਾ
ਬੇਅਦਬੀ ਦਾ ਮਸਲਾ, ਇਸ ਮਸਲੇ ਨੇ, ਨਸ਼ਿਆਂ ਦੇ ਮਸਲੇ ਨੇ, ਘਰ ਘਰ ਰੁਜ਼ਗਾਰ ਦੇ ਮਸਲੇ ਨੇ, 17 ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦਾ, ਔਰ ਉਹ ਕੋਈ ਮਸਲਾ ਵੀ ਨਹੀਂ ਪੂਰਾ ਕਰ ਸਕਿਆ। ਇਹਦੇ ਚੋਂ ਨਵਜੋਤ ਸਿੰਘ ਸਿੱਧੂ ਨੂੰ ਇਹ ਵੀ ਲੱਗਣ ਲੱਗ ਗਿਆ ਕਿ ਜੇ ਕਾਂਗਰਸ ਪਾਰਟੀ ਦੇ ਵਿੱਚ ਉਹ ਇਸੇ ਤਰੀਕੇ ਦੇ ਨਾਲ ਰਹਿੰਦਾ ਗਾ ਤਾਂ ਉਹਨੂੰ ਇੱਕ ਕੈਬਨਿਟ ਮੰਤਰੀ ਬਣਾ ਕੇ ਰੱਖਿਆ ਜਾਊਗਾ, ਤਾਂ ਉਹ ਵੀ ਅੱਜ ਬਗਾਵਤ ਦੇ ਸੁਰ ਜਿਹੜੇ ਉਹ ਤਿੱਖੇ ਕਰਦਾ ਨਜ਼ਰ ਆ ਰਿਹਾ। ਦੂਸਰਾ ਇਹ ਕਿ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਹ ਬਹੁਤ ਵੱਧ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੀ ਆਪਸ ਦੇ ਵਿੱਚ ਨੇੜਤਾ, ਪਾਸ ਦੇ ਕੇ ਫਰੈਂਡਲੀ ਮੈਚ ਹੈਗਾ ਜਿਹੜਾ ਉਹ ਖੇਡ ਰਹੇ ਨੇ। ਇਹਦੇ ਚੋਂ ਨਵਜੋਤ ਸਿੰਘ ਸਿੱਧੂ ਆ ਜਿਹੜਾ ਉਹ ਇੱਕ ਪਾਸੇ ਦੇ ਵਿੱਚ ਆਪਣਾ ਭਵਿੱਖ ਆ ਜਿਹੜਾ ਉਹ ਲਿਜਾਣਾ ਚਾਹੁੰਦਾ, ਔਰ ਜਿਸ ਪਾਸੇ ਨਵਜੋਤ ਸਿੰਘ ਸਿੱਧੂ ਜਾ ਰਿਹਾ, ਭਾਵੇਂ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਦਾ ਹੀ ਬੰਦਾ, ਕੈਪਟਨ ਅਮਰਿੰਦਰ ਸਿੰਘ ਤੋਂ ਇੰਚ ਭਰ ਵੀ ਬਾਹਰ ਨਹੀਂ। ਅਗਲੀ ਇਲੈਕਸ਼ਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਅਨਾਊਂਸ ਕਰਨ ਵਾਲਾ ਜਿਹੜਾ ਉਹ ਸੁਨੀਲ ਜਾਖੜ ਹੈ, ਔਰ ਸੁਖਜਿੰਦਰ ਸਿੰਘ ਰੰਧਾਵਾ ਗਾ ਜਿਹੜਾ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦਾ ਵਰਤਾ। ਹਾਂ ਬਿਲਕੁਲ। ਕੋਈ ਕਿਤੇ ਨਾ ਕਿਤੇ ਜਿਹੜਾ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਹੀਰੋ ਬਣ ਰਿਹਾ, ਜਾਂ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਅੱਜ ਕੱਲ ਬਹੁਤ ਹੀ ਚੜ੍ਹਤ ਦੇ ਵਿੱਚ ਦਿਖ ਰਿਹਾ ਗਾ, ਉਹਦੇ ਵਿੱਚੋਂ ਇੱਕ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿੱਚੋਂ ਹੀ ਕੁਝ ਬੰਦਿਆਂ ਨੂੰ ਜਿਹੜਾ ਉਭਾਰਿਆ ਜਾ ਰਿਹਾ, ਤਾਂ ਕਿ ਇਹਨਾਂ ਦਾ ਜਿਹੜਾ ਹੀਰੋਇਜ਼ਮ ਆ ਉਹਨੂੰ ਕਿਤੇ ਨਾ ਕਿਤੇ ਘੱਟ ਕੀਤਾ ਜਾ ਸਕੇ ਲੋਕਾਂ ਦੇ ਮਨਾਂ ਦੇ ਵਿੱਚ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਝ ਨਜ਼ਰ ਆਊਗਾ। ਰਵਨੀਤ ਬਿੱਟੂ ਜਿਸ ਦਿਨ ਦਿੱਲੀ ਧਰਨਾ ਲਾ ਕੇ ਬੈਠਾ ਸੀ, ਉਸ ਦਿਨ ਹੀ ਜ਼ਾਹਰ ਹੁੰਦਾ ਸੀ ਕਿ ਉਹ ਭਾਜਪਾ ਖਿਲਾਫ ਘੱਟ ਹੈ, ਉਹ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਖਿਲਾਫ ਵੱਧ ਬੋਲਦਾ। ਉਸ ਦਿਨ ਹੀ ਲੱਗਦਾ ਸੀ ਕਿ ਉਹ ਭਾਜਪਾ ਖਿਲਾਫ ਨਹੀਂ ਬੈਠਾ, ਉਹ ਕੈਪਟਨ ਅਮਰਿੰਦਰ ਸਿੰਘ ਦੇ ਬਰੋਬਰ ਦੇ ਉੱਤੇ ਜਾ ਕੇ ਬੈਠਾ। ਤੇ ਅੱਜ ਉਹਦਾ ਕੈਪਟਨ ਅਮਰਿੰਦਰ ਦੇ ਪੱਖ 'ਚ ਬੋਲਣਾ, ਨਵਜੋਤ ਸਿੱਧੂ ਦੇ ਖਿਲਾਫ ਬੋਲਣਾ, ਕਿਤੇ ਨਾ ਕਿਤੇ ਰਵਨੀਤ ਬਿੱਟੂ ਨੂੰ ਇਹ ਲੱਗਦਾ ਗਾ ਕਿ ਜੇ ਅੱਜ ਦੇ ਸਮੇਂ ਦੇ ਵਿੱਚ ਉਹ ਮੇਨ ਸਟ੍ਰੀਮ ਜਿਹੜੀ ਲੀਡਰਸ਼ਿਪ ਆ ਕਾਂਗਰਸ ਪਾਰਟੀ ਦੀ ਉਹਦੇ ਪੱਖ 'ਚ ਖੜਾ ਰਹਿੰਦਾ ਤਾਂ ਇਹਦੇ 'ਚ ਉਹ ਆਪਦਾ ਭਵਿੱਖ ਜਿਹੜਾ ਉਹ ਤਲਾਸ਼ ਸਕਦਾ ਜੀ। ਅੱਛਾ, ਕਲਯੁਗ ਹੈ ਕਿ ਨੇਪਾਲ ਤੋਂ ਆਈ ਇੱਕ ਇਸਤਰੀ ਦਾ ਮੰਦਿਰ ਦੇ ਵਿੱਚ ਬਲਾਤਕਾਰ ਕਰ ਦਿੱਤਾ ਪੁਜਾਰੀ ਨੇ ਜੀ। ਜੀ ਗੱਲ ਸਾਹਿਬ, ਇਹ ਪੰਜਾਬ ਦੀ ਘਟਨਾ ਜੀ, ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਰੋਪੜ ਬਲਾਚੌਰ ਜਿਹੜੀ ਸੜਕ ਆ ਉਹਦੇ ਤੇ ਇੱਕ ਮੰਦਿਰ ਹੈਗਾ, ਔਰ ਇਹ ਮੰਦਿਰ ਸਤਲੁਜ ਦਰਿਆ ਦੇ ਕੰਢੇ ਬਣਿਆ ਹੋਇਆ। ਉਸ ਮੰਦਿਰ ਦੇ ਵਿੱਚ ਇੱਕ ਪੁਜਾਰੀ ਹੈ ਭੋਲਾ ਜੀ। ਉਸ ਪੁਜਾਰੀ ਨੇ ਉਸ ਨੇਪਾਲ ਤੋਂ ਆਈ ਹੋਈ ਔਰਤ ਜਿਹੜੀ ਉੱਥੇ ਠਹਿਰੀ ਸੀ, ਵਿਸਾਖੀ ਵਾਲੇ ਦਿਨ ਇਹ ਔਰਤ ਆ ਜਿਹੜੀ ਉੱਥੇ ਠਹਿਰੀ ਸੀਗੀ, ਔਰ ਉੱਥੇ ਉਸ ਔਰਤ ਨਾਲ ਰੇਪ ਕੀਤਾ। ਕੁਝ ਸਮਾਂ ਉਹ ਚੁੱਪ ਰਹੀ, ਲੇਕਿਨ ਉਸ ਤੋਂ ਬਾਅਦ ਉਹਨੇ ਮਸਲਾ ਉਜਾਗਰ ਕੀਤਾ। ਹੁਣ ਇਹ ਪੁਜਾਰੀ ਜਿਹੜਾ ਭੋਲਾਗਿਰੀ ਹੈ ਇਹਨੂੰ ਅਰੈਸਟ ਕਰ ਲਿਆ ਗਿਆ। ਸੋ ਇਹ ਬੜੀ ਮੰਦਭਾਗੀ ਗੱਲ ਹੈ ਜੇ ਅਜਿਹੀਆਂ ਪਵਿੱਤਰ ਥਾਵਾਂ ਦੇ ਉੱਤੇ ਅਜਿਹਾ ਕੁਛ ਵਾਪਰਨ ਲੱਗਿਆ। ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਲੜਕੀ ਦੇ ਨਾਲ ਇੱਕ ਮੰਦਿਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਸੀ, ਉਹ ਬੜੀ ਮੰਦਭਾਗੀ ਘਟਨਾ, ਇਹਨੂੰ ਸਖਤ ਸਜ਼ਾ ਇਸ ਵਿਅਕਤੀ ਨੂੰ ਜਿਹੜੀ ਉਹ ਮਿਲਣੀ ਚਾਹੀਦੀ ਹੈ ਜੀ। ਇੱਕ ਹੋਰ ਦੱਸਿਓ ਜੀ, ਕੋਵਿਡ-19 ਦੇ ਬਾਰੇ ਕੁਝ ਇਹ ਗੱਲਾਂ ਚੱਲ ਰਹੀਆਂ ਨੇ ਕਿ ਕੋਵਿਡ-19 ਦਾ ਭਾਰਤ ਦੀ ਸਰਕਾਰ ਨੇ ਕੁਛ ਉਹਨਾਂ ਦੇ ਫੰਡਸ ਦੀ ਦੁਰਵਰਤੋਂ ਤੇ ਜਿਹੜਾ ਉਹਨਾਂ ਦਾ ਗ੍ਰਾਫ ਹੈ ਕਿਉਂਕਿ ਨਾਰਮਲ ਰਿਹਾ, ਕੋਈ ਹੋ ਨਹੀਂ ਸੀ ਰਿਹਾ, ਹੁਣ ਇਹ ਸਡਨ ਜਿਹੜਾ ਵੱਡੇ ਇਕੱਠ ਬੰਗਾਲ ਦੇ ਵਿੱਚ ਉੱਧਰੋਂ ਕੁੰਭ ਦਾ ਬਹੁਤ ਵੱਡਾ ਇਕੱਠ, ਹੁਣ ਉਹ ਧਾਰਮਿਕ ਇਹਦੇ ਵਿੱਚ ਸ਼ਰਧ ਹੈ। ਇਸ ਨੂੰ ਬਾਰੇ ਗੱਲ ਕਰਨੀ ਵੀ ਔਖੀ ਲੱਗਦੀ ਹੈ। ਅਗਲੇ ਕਹਿੰਦੇ ਵੀ ਸਾਨੂੰ ਧਰਮ ਪਿਆਰਾ, ਹੋ ਜਾਵੇ ਕੋਵਿਡ ਹੁੰਦਾ। ਤੇ ਮਦਰਾਸ ਹਾਈ ਕੋਰਟ ਨੇ ਕੁਝ ਟਿੱਪਣੀਆਂ ਕੀਤੀਆਂ ਕੋਵਿਡ ਦੇ ਬਾਰੇ, ਉਹ ਕੀ ਕਿਹਾ ਜੀ? ਜੀ ਗੱਲ ਸਾਹਿਬ, ਦੇਖੋ ਇਹ ਬਹੁਤ ਘੱਟ ਅਦਾਲਤਾਂ ਨੇ ਅੱਜ ਦੇ ਸਮੇਂ ਦੇ ਵਿੱਚ, ਬਹੁਤ ਘੱਟ ਜੱਜ ਨੇ ਜਿਹੜੇ ਜੇਰੇ ਦੇ ਨਾਲ ਗੱਲ ਕਰਦੇ ਨੇ, ਲੇਕਿਨ ਮਦਰਾਸ ਹਾਈ ਕੋਰਟ ਨੇ ਬੜੀ ਕਮਾਲ ਦੀ ਜੇਰੇ ਦੇ ਨਾਲ ਗੱਲ ਆ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਗਾ ਕਿ ਕੋਵਿਡ-19 ਦੇ ਜਿਹੜੇ ਕੇਸ ਵੱਧ ਰਹੇ ਨੇ ਉਹਦੇ ਲਈ ਜ਼ਿੰਮੇਵਾਰ ਆ ਜਿਹੜਾ ਉਹ ਚੋਣ ਕਮਿਸ਼ਨ ਹੈ। ਉਹਨਾਂ ਨੇ ਚੋਣ ਕਮਿਸ਼ਨ ਦੀ ਸਖਤ ਆਲੋਚਨਾ ਗੀ ਜਿਹੜੀ ਉਹ ਕੀਤੀ ਆ। ਦਰਅਸਲ ਅੱਜ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਸੰਜੀਵ ਬੈਨਰਜੀ ਉਹਨਾਂ ਨੇ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਲਈ ਸਿਰਫ ਤੇ ਸਿਰਫ ਚੋਣ ਕਮਿਸ਼ਨ ਜ਼ਿੰਮੇਵਾਰ ਹੈ। ਚੋਣ ਕਮਿਸ਼ਨ ਤੋਂ ਨਾਰਾਜ਼ ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਉੱਤੇ ਕਤਲ ਦਾ ਇਲਜ਼ਾਮ ਲਗਾਇਆ ਜਾਣਾ ਚਾਹੀਦਾ। ਜਸਟਿਸ ਬੈਨਰਜੀ ਨੇ ਕਿਹਾ ਕਿ ਅਦਾਲਤ ਦੇ ਸਪਸ਼ਟ ਆਦੇਸ਼ ਦੇ ਬਾਵਜੂਦ ਚੋਣ ਮੁਹਿੰਮ ਦੌਰਾਨ ਮਾਸਕ ਤੇ ਸੈਨੀਟਾਈਜ਼ਰ, ਸੋਸ਼ਲ ਡਿਸਟੈਂਸ ਇਹ ਨਿਯਮਾਂ ਨੂੰ ਜਿਹੜਾ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਉਹਨਾਂ ਨੇ ਚੋਣ ਕਮਿਸ਼ਨ ਦੇ ਵਕੀਲ ਨੂੰ ਪੁੱਛਿਆ ਕਿ ਜਦੋਂ ਨੇਤਾ ਚੋਣ ਰੈਲੀਆਂ ਕਰ ਰਹੇ ਸੀ ਤਾਂ ਕੀ ਤੁਸੀਂ ਕਿਸੇ ਹੋਰ ਗ੍ਰਹਿ ਦੇ ਉੱਤੇ ਗਏ ਹੋਏ ਸੀ ਉਸ ਵਕਤ? ਔਰ ਉਹਨਾਂ ਨੇ ਚੋਣ ਕਮਿਸ਼ਨ ਦੇ ਉੱਤੇ ਸਵਾਲ ਨੇ ਜਿਹੜੇ ਉਹ ਉਠਾਏ ਨੇ। ਮਮਤਾ ਬੈਨਰਜੀ ਨੇ ਇਹਨਾਂ ਦਾ ਸਵਾਗਤ ਕੀਤਾ ਇਸ ਤਰ੍ਹਾਂ ਦੇ ਫੈਸਲੇ ਦਾ।
ਲੇਕਿਨ ਇੱਕ ਗੱਲ ਸਾਹਿਬ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਿਤੇ ਨਾ ਕਿਤੇ ਚੋਣ ਕਮਿਸ਼ਨ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਮੋਦੀ ਜੀ ਨੂੰ ਤਾਂ ਨਹੀਂ ਕਿਤੇ ਜਿਹੜਾ ਉਹ ਬਰੀ ਕੀਤਾ ਜਾ ਰਿਹਾ, ਕਿਉਂਕਿ ਜ਼ਿੰਮੇਵਾਰੀ ਜਿਹੜੀ ਸਭ ਤੋਂ ਵੱਧ ਮੇਨ ਬਣਦੀ ਆ ਉਹ ਪ੍ਰਧਾਨ ਮੰਤਰੀ ਸਾਹਿਬ ਦੀ ਬਣਦੀ ਆ, ਗ੍ਰਹਿ ਮੰਤਰੀ ਸਾਹਿਬ ਦੀ ਬਣਦੀ ਆ। ਉਹ ਮਸ਼ਰੂਫ ਸੀਗੇ ਜਿਹੜੇ ਉਹ ਚੋਣ ਰੈਲੀਆਂ ਦੇ ਵਿੱਚ ਮਸ਼ਰੂਫ ਸੀਗੇ। ਤਾਂ ਹੋ ਵੀ ਗੱਲ ਸਾਹਿਬ ਜਿਹੜਾ ਹੁਣ ਆਕਸੀਜਨ ਦੀ ਘਾਟ ਹੈ ਬਹੁਤ ਮਾਮੂਲੀ ਗੱਲ ਹੈ। ਹੁਣ ਅਸੀਂ ਕਿਤੇ ਜਰਮਨ ਤੋਂ ਮੰਗਾ ਰਹੇ ਹਾਂ, ਕਿਤੇ ਸਿੰਗਾਪੁਰ ਤੋਂ ਮੰਗਾਉਣ ਦੀ ਗੱਲ ਚੱਲ ਰਹੀ ਹੈ, ਕਿਤੇ ਇੰਗਲੈਂਡ ਤੋਂ ਮੰਗਾਉਣ ਦੀ ਗੱਲ ਚੱਲ ਰਹੀ ਹੈ। ਇਹ ਆਮ ਹਵਾ ਤੋਂ ਤਿਆਰ ਕੀਤੀ ਜਾ ਸਕਦੀ ਆ ਔਰ ਇਹਦੇ ਬਹੁਤ ਸਾਰੇ ਪਲਾਂਟ ਹੁਣ ਲਾਉਣ ਦੀ ਤਿਆਰੀ ਹੋ ਰਹੀ ਆ। ਬੂਹੇ ਆਈ ਜਨ ਪਹਿਲੋਂ ਕੁੜੀ ਦੇ ਕੰਨ ਤੋਂ ਵੀ ਗਾਹਾਂ ਨਾ ਕਿ ਅਸੀਂ ਤਾਂ ਜਨ ਘਰੇ ਬੈਠੀ ਆ। ਔਰ ਹੁਣ ਜਿਹੜੀ ਗੱਲ ਹੋ ਰਹੀ ਆ ਇਹੀ ਗੱਲ ਜੇ ਅੱਜ ਤੋਂ 6 ਮਹੀਨੇ ਪਹਿਲਾਂ ਹੋ ਜਾਂਦੀ, ਹਾਲਾਂਕਿ ਉਦੋਂ ਮਾਹਰ ਕਹਿ ਰਹੇ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸੈਕੰਡ ਵੇਵ ਆ ਰਹੀ ਆ, ਤਾਂ ਸ਼ਾਇਦ ਅੱਜ ਦਿਨ ਨਾ ਦੇਖਣੇ ਪੈਂਦੇ। ਸੋ ਜਿਹੜੀਆਂ ਆਕਸੀਜਨ ਦੀ ਘਾਟ ਕਰਕੇ ਮੌਤਾਂ ਹੋ ਰਹੀਆਂ ਨੇ, ਇਹ ਆਣਾਈਆਂ ਮੌਤਾਂ ਨਹੀਂ ਹਨ, ਬਲਕਿ ਕਤਲ ਨੇ, ਜਿਹੜੇ ਕਤਲ ਇਸ ਪ੍ਰਬੰਧ ਦੇ ਵੱਲੋਂ ਲੋਕਾਂ ਦੇ ਕੀਤੇ ਜਾ ਰਹੇ ਨੇ। ਜੀ ਧੰਨਵਾਦ ਜੀ, ਬਹੁਤ ਬਹੁਤ। ਪਹਿਲੀ ਤਾਂ ਗੱਲ ਬੇਨਤੀ, ਆਪਣਾ ਖਿਆਲ ਰੱਖਿਓ, ਅਪਡੇਟ ਕਰਦੇ ਰਹਿਣਾ, ਆਲੇ ਦੁਆਲੇ ਅਵੇਅਰਨੈਸ, ਪਿੰਡ 'ਚ ਜਿੱਥੇ ਵੀ ਬਹਿਨੇ ਹੋ ਲੋਕਾਂ ਨੂੰ ਕਹੋ ਜੇ ਨਹੀਂ ਵੀ ਮਾਸਕ ਲਾਉਣਾ ਤਾਂ ਪਰਨੇ ਨੂੰ ਮੂੰਹ 'ਤੇ ਲਪੇਟ ਲੈਣ, ਮਾਵਾਂ ਚੁੰਨੀਆਂ ਮੂੰਹ 'ਤੇ ਰੱਖਣ। ਖਿਆਲ ਰੱਖੋ ਵੱਧ ਤੋਂ ਵੱਧ। ਇਹ ਆਉਣ ਵਾਲੇ ਜਿਹੜੇ 15-20 ਦਿਨ ਨੇ ਬੜੇ ਖਤਰਨਾਕ ਹੋ ਸਕਦੇ ਨੇ। 3.5 ਲੱਖ ਬੰਦੇ ਦਾ ਇਨਫੈਕਟ ਹੋਣਾ ਤੇ 3-3 ਹਜ਼ਾਰ ਦਾ ਮਰਨਾ ਬਹੁਤ ਔਖਾ ਹੈ। ਉੱਧਰੋਂ ਕੌਮ ਵੱਲੋਂ ਦਿੱਲੀ ਦੇ ਗੁਰਦੁਆਰਿਆਂ ਦੇ ਵਿੱਚ ਆਕਸੀਜਨ ਦੇ ਸਿਲੰਡਰ ਜਿਹੜੇ ਨੇ ਭਰ ਕੇ ਵੰਡਣੇ। ਇਹ ਦੱਸਣਾ ਕਿ ਕੁਛ ਵੀ ਹੋ ਜਾਵੇ ਸਾਡੇ ਨਾਲ। 36 ਵਰ੍ਹੇ ਪਹਿਲਾਂ ਨਵੰਬਰ ਦੇ ਮਹੀਨੇ 'ਚ ਇਸੇ ਦਿੱਲੀ ਦੀਆਂ ਗਲੀਆਂ ਦੇ ਵਿੱਚ 72 ਘੰਟੇ ਨੰਗਾ ਨਾਚ ਹੋਇਆ, ਕੋਹ ਕੇ ਸਿੱਖ ਮਾਰੇ। ਪਰ ਅਸੀਂ ਸਰਬੱਤ ਦਾ ਭਲਾ ਜਿਹੜਾ ਹੈ, ਉਹ ਪੱਲਾ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਗਾਡੀ ਰਾਹ 'ਤੇ ਚੱਲ ਕੇ 10 ਪਾਤਸ਼ਾਹਾਂ ਦੇ, ਉਹ ਕਰਦੇ ਰਹਿਣ। ਕੱਲ੍ਹ ਨੂੰ 9:15 ਵਜੇ ਫੇਰ ਤੁਹਾਡੇ ਨਾਲ ਗੱਲਬਾਤ ਹੋਏਗੀ। ਰੱਬ ਰਾਖਾ। ਸ਼ੁਕਰੀਆ। ਗੱਲ ਸੈਟਰਡੇ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ SpaceX ਦਾ ਕ੍ਰਿਊ ਡਰੈਗਨ ਸਪੇਸ ਕਰਾਫਟ ਜਿਹੜਾ ਪਹਿਲਾਂ ਗਿਆ ਸੀ, ਸਭ ਤੋਂ ਪਹਿਲਾਂ ਉਹੀ ਦੁਬਾਰਾ ਫੇਰ ਜਾ ਲੱਗਿਆ। ਭਾਰਤੀ ਮਹਾਸਾਗਰ ਤੋਂ ਉੱਪਰ 450 ਕਿਲੋਮੀਟਰ ਉੱਚੀ ਜਗ੍ਹਾ ਤੇ ਜਦ ਹੀ ਜਾ ਕੇ ਇਹ ਸਪੇਸ ਕਰਾਫਟ ਲੱਗਿਆ ਤੇ ਉਸ ਤੋਂ ਬਾਅਦ ਇਹ ਤੀਸਰਾ ਕ੍ਰਿਊ ਕੈਪਸੂਲ ਹੈ ਆਪਣੇ SpaceX ਦਾ। ਉਹਦੇ ਬਾਅਦ ਹੁਣ 11 ਉੱਥੇ ਵਿਗਿਆਨੀ ਨੇ। ਇੱਕ ਵਾਰ 13 ਹੋਏ ਸੀ ਤੇ ਦੂਸਰੀ ਵਾਰ ਇਹ 11 ਨੇ। 11 ਦੇ ਵਿੱਚੋਂ 4 ਨੇ ਬੁੱਧਵਾਰ ਨੂੰ ਮੁੜਿਆ ਆਉਣਾ, 7 ਨੇ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਹਨਾਂ 11 ਨੂੰ ਸੈੱਟ ਕਰਨ ਲਈ, ਜਿਵੇਂ ਪ੍ਰਾਹੁਣੇ ਆਉਣ ਮੰਜੇ ਬਿਸਤਰੇ ਜਿਹੜੇ ਸੈੱਟ ਕਰ ਰਹੇ ਸੀ, ਮੇਗਨ ਮੈਕਆਰਥਰ ਜਿਹੜੀ ਇਸ ਕੈਪਸੂਲ ਦੇ ਵਿੱਚ ਗਈ ਹੈ, ਉਹ ਬੈਕਨ ਜਿਹੜਾ ਉਸਦਾ ਘਰ ਵਾਲਾ ਹੈ, ਉਸੇ ਸੀਟ ਤੇ ਬੈਠ ਕੇ ਗਈ। ਮੀਆਂ ਬੀਬੀ ਦੋਨੇ ਹੀ ਐਸਟਰੋਨੌਟ ਨੇ। ਜਿਹੜਾ ਇਸੇ ਹੀ ਇਹਦੇ ਵਿੱਚ 2 ਆਪਣੇ ਜਦ ਪਹਿਲਾਂ SpaceX ਨੇ ਭੇਜੇ ਸੀ ਇਹ ਕੈਪਸੂਲ ਦੇ ਵਿੱਚ, ਇਸ ਦੇ ਉਸੇ ਸੀਟ ਤੇ ਬੈਠ ਕੇ ਨਾਸਾ ਦੀ ਐਸਟਰੋਨੌਟ ਮੈਗਨ ਮੈਕਆਰਥਰ ਜਿਹੜੀ ਪਹਿਲੀ ਵਾਰ ਚੱਲੀ ਹੈ ਤੇ ਪਹਿਲੀ ਵਾਰ ਗਈ, ਉਹ ਆਪਣੇ ਘਰ ਵਾਲੇ ਦੀ ਵੈਂਕਨ ਦੀ ਸੀਟ ਤੇ ਉਸੇ ਸੀਟ ਤੇ ਬੈਠ ਕੇ ਗਈ। ਤੇ 2012 ਦੇ ਵਿੱਚ ਜਦ ਸਪੇਸ ਸ਼ਟਲ ਨਾਸਾ ਦਾ 2 ਵੱਡੇ ਉਸ ਹਾਦਸਾਗ੍ਰਸਤ ਹੋਇਆ, ਦੁਰਘਟਨਾ ਹੋਈਆਂ, ਉਸ ਤੋਂ ਬਾਅਦ ਹੁਣ SpaceX ਤਾਂ ਇੰਨਾ ਇਹ ਆਟੋਨਮਸ ਹੋ ਗਿਆ, ਮਤਲਬ ਕੁਝ ਵੀ ਨਹੀਂ ਕਰਨਾ, ਆਪਣੇ ਹਿਸਾਬ ਦੇ ਨਾਲ ਇਹ ਜਾਂਦਾ ਹੈ, ਆਪੇ ਹੀ ਉੱਥੇ ਡੌਕਨ ਹੁੰਦਾ ਹੈ। ਹੁਣ ਉਹਦੇ ਵਿੱਚ ਮੁੜ ਕੇ ਆ ਜਾਣਾ 4 ਜਣਿਆਂ ਨੇ। ਮੈਕਸੀਕੋ ਦੀ ਖਾੜੀ ਦੇ ਵਿੱਚ ਇਹ ਸਪਲੈਸ਼ ਡਾਊਨ ਹੋਏਗਾ। ਸੋ ਇਹ ਹੁਣ ਇਹ 'ਚ 6 ਅਮਰੀਕਨ ਨੇ, 2 ਰਸ਼ੀਅਨ ਨੇ, 2 ਜੈਪਨੀਜ਼ ਨੇ, 1 ਫਰੈਂਚ ਹੈ। ਸੋਯੂਜ਼ ਪਿਛਲੇ ਦਿਨੀ ਉਹ ਵੀ ਗਿਆ, ਉਹਦੇ ਵਿੱਚ ਵੀ 3 ਜਣੇ ਗਏ ਨੇ। ਤੇ ਹੁਣ ਇਹ ਜਦ ਦੀ ਪ੍ਰਾਈਵੇਟ ਕੰਪਨੀਆਂ ਨੂੰ ਨਾਸਾ ਨੇ ਕੰਟਰੈਕਟ ਆਊਟ ਕੀਤੇ ਨੇ, SpaceX ਬਹੁਤ ਪੈਸੇ ਬਣਾ ਰਿਹਾ ਇਹਦੇ ਵਿੱਚ ਤੇ ਸਸਤਾ ਵੀ ਕਰ ਰਿਹਾ। SpaceX ਪਿਛਲੇ 10 ਸਾਲਾਂ ਤੋਂ
ਪਹਿਲਾਂ ਇਹਦਾ 9 ਜਦ ਤੋਂ ਸ਼ੁਰੂ ਹੋਇਆ ਡਿਲੀਵਰੀ ਸਮਾਨ ਲਿਆਉਣਾ ਛੱਡਣਾ ਉੱਥੇ, ਇਹ ਜਿਹੜਾ ਉਸਨੇ ਸ਼ੁਰੂ ਕੀਤਾ ਹੈ। ਹੁਣ ਦੂਜੇ ਬੰਨੇ ਮੰਗਲ ਤੇ ਹੁਣ ਕੀ ਹੋ ਰਿਹਾ ਹੈ? ਮੰਗਲ ਤੇ ਆਕਸੀਜਨ ਜਿਹੜੀ ਬਣਾਉਣ ਦੀ ਗੱਲ ਚੱਲ ਰਹੀ ਹੈ ਵੀ ਆਕਸੀਜਨ ਸਾਹ ਲੈਣ ਲਈ ਨਹੀਂ, ਆਕਸੀਜਨ ਰਾਕਟ ਨੂੰ ਫਿਊਲ ਕਰਨ ਲਈ ਜਦ ਉੱਥੇ ਗਏ ਹੋਏ ਐਸਟਰੋਨੌਟ ਨੇ ਜਿਹੜੇ ਉਹ ਵਾਪਸ ਲੈ ਕੇ ਆਉਣੇ ਨੇ। ਤੇ ਆਕਸੀਜਨ ਬਣਾਉਣ ਦੇ ਲਈ ਮੰਗਲ ਤੇ ਹੁਣ ਕੋਸ਼ਿਸ਼ ਇਹ ਚੱਲ ਰਹੀ ਹੈ ਕਿ ਉੱਥੇ ਇੱਕ ਉਪਕਰਨ ਭੇਜਿਆ ਜਾਵੇ ਜਿਸ ਨੂੰ ਬ੍ਰੇਕਵੇ ਮੌਕਸੀ ਇੰਸਟਰੂਮੈਂਟ ਕਹਿੰਦੇ ਨੇ। ਉਸਨੇ ਇਸ ਨੂੰ ਹਵਾ ਨੂੰ ਭੰਨ ਕੇ ਆਕਸੀਜਨ ਬਣਾਉਣੀ ਹੈ ਤੇ ਫਿਰ ਇਹ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਆਕਸੀਜਨ ਉੱਥੇ ਤਿਆਰ ਕਰੇਗਾ ਕਿ ਜਿਸ ਦੇ ਨਾਲ ਵਾਪਸ ਆਉਣ ਲਈ ਉੱਥੋਂ ਆਕਸੀਜਨ ਜਿਹੜੀ ਆ ਉੱਥੇ ਪੈਦਾ ਹੋਏਗੀ, ਜਿਹੜੀ ਦੁਬਾਰਾ ਰਾਕਟ ਫਿਊਲ ਕਰਨ ਲਈ ਮਾਰਸ ਤੋਂ ਮੰਗਲ ਤੋਂ ਉੱਡਿਆ ਜਾਵੇ। ਕੁਝ ਸਾਲ ਦੂਰ ਆ, ਆਪਾਂ ਕੁਝ ਸਾਲ ਹੀ ਦੂਰ ਆ, ਸ਼ਾਇਦ ਬ੍ਰੌਡਕਾਸਟਿੰਗ ਕਰਦੇ ਹੋਈਏ 2-4 ਸਾਲ 5 ਸਾਲ ਦੇ ਵਿੱਚ ਜਦ ਮੰਗਲ ਤੇ ਇਹ ਜਿਹੜੇ ਰਾਕਟ ਉਤਰਨਗੇ। ਤਿਆਰੀ ਚੱਲ ਰਹੀ ਹੈ ਤੇ ਜਦ ਇਹ ਰੋਵਰ ਜਿਹੜਾ 18 ਫਰਵਰੀ ਨੂੰ 7 ਮਹੀਨੇ ਦੀ ਜਿਹੜੀ ਯਾਤਰਾ ਤੋਂ ਬਾਅਦ ਮੰਗਲ ਤੇ ਪਹੁੰਚਿਆ ਸੀ, ਹੁਣ ਉਹਦੇ ਤੇ ਇਹ ਤਜਰਬੇ ਚੱਲ ਰਹੇ ਨੇ। ਮੌਕਸੀ ਨੇ ਪਹਿਲੀ ਵਾਰ ਜਿਹੜੀ ਆਕਸੀਜਨ ਉੱਥੇ ਬਣਾਈ ਹੈ। 25 ਟਨ ਆਕਸੀਜਨ ਚਾਹੀਦੀ ਹੈ ਟੈਂਕ ਦੇ ਵਿੱਚ ਜਦ ਉੱਡਣਾ ਉੱਥੋਂ। ਸੋ ਉਹ ਇੱਥੋਂ ਲਿਜਾਣੀ ਬਹੁਤ ਔਖੀ ਹੈ। ਤਾਂ 1 ਟਨ ਦੀ ਆਕਸੀਜਨ ਕਨਵਰਸ਼ਨ ਮਸ਼ੀਨ ਜਿਹੜੀ ਮੰਗਲ ਤੇ ਜਾਏਗੀ, ਜਿਹੜੀ ਫਿਰ ਆਕਸੀਜਨ ਸੈੱਟ ਕਰੇਗੀ। ਉੱਥੇ ਰਹਿਣ ਲਈ ਘਰ ਤਿਆਰ ਕੀਤੇ ਜਾ ਰਹੇ ਨੇ, ਵਿਗਿਆਨੀ ਉਹਨਾਂ ਵਿੱਚ ਰਹਿ ਰਹੇ ਨੇ 10-10 ਮਹੀਨੇ 12-12 ਮਹੀਨੇ। ਅਮਰੀਕਾ ਦੇ ਵਿੱਚ ਐਰੀਜ਼ੋਨਾ ਦੇ ਏਰੀਏ ਦੇ ਵਿੱਚ ਉਹੋ ਜਿਹਾ ਮੰਗਲ ਹੈ, ਉਹੋ ਜਿਹੀ ਜਗ੍ਹਾ 'ਤੇ ਉਸੇ ਤਰ੍ਹਾਂ ਹੀ ਰਹਿ ਰਹੇ ਨੇ ਉਹ ਜਿਵੇਂ ਮੰਗਲ 'ਤੇ ਰਹਿ ਰਹੇ ਨੇ। ਦੇਖੋ ਇਹ ਜਿਹੜੀਆਂ ਮਿਹਨਤਾਂ ਨੇ, ਇਹ ਮਿਹਨਤਾਂ ਹੁਣ ਮੇਰੇ ਖਿਆਲ ਅਸੀਂ ਨਹੀਂ ਵੇਖਾਂਗੇ, ਸਾਡੀ ਪੀੜ੍ਹੀ ਵੇਖੂ ਵੀ ਧਰਤੀ ਦਾ ਗ੍ਰਹਿ ਛੱਡ ਕੇ ਦੂਜੇ ਗ੍ਰਹਿਆਂ 'ਤੇ ਵਸ ਜੋ। ਚਲੋ ਇੱਥੇ ਹੁਣ ਖਰਾਬ ਹੋ ਗਿਆ, ਵਾਤਾਵਰਨ ਖਰਾਬ ਹੋ ਗਿਆ, ਅਮੀਰ ਬੰਦੇ ਜਾ ਕੇ ਵਸਣਗੇ। ਜਿਸ ਤਰ੍ਹਾਂ ਅਲਟਰਾ ਰਿਚ ਜਿਹੜੇ ਨੇ ਬੰਬੇ ਦੇ ਹਵਾਈ ਜਹਾਜ਼ਾਂ ਦੇ ਛਤਰਪਤੀ ਸ਼ਿਵਾਜੀ ਹਵਾਈ ਅੱਡੇ ਤੋਂ ਉੱਪਰ ਜਿਨ੍ਹਾਂ ਕੋਲ ਪੈਸੇ ਤੀ, ਉਹਨਾਂ ਨੇ ਆਪਣੇ ਜੈੱਟ ਜਿਹੜੇ ਕਿਰਾਏ 'ਤੇ ਕੀਤੇ, ਉੱਡਿਆ ਤੇ ਇੰਗਲੈਂਡ ਆ ਕੇ ਵੜ ਗਏ। ਬਾਕੀ ਭਾਰਤ ਮਰ ਰਿਹਾ। ਇਹ ਅਮੀਰੀ ਤੇ ਗਰੀਬੀ ਹੈ। ਆਹ ਦੇਸ਼ਾਂ ਦੇ ਵਿੱਚ ਇਹ ਨਹੀਂ ਹੈ ਵੀ ਅਮੀਰ ਨੂੰ ਆਕਸੀਜਨ ਲੱਗ ਜੂ, ਗਰੀਬ ਨੂੰ ਨਹੀਂ ਲੱਗੂ। ਇਹ ਫਰਕ ਹੈ। ਤਾਂ ਇੱਥੇ ਹੱਡ ਮਾਸ ਗਾਲ ਕੇ ਬੰਦੇ ਰਹਿ ਰਹੇ ਨੇ। ਹੁਣ ਜੈੱਟ ਜਿਨ੍ਹਾਂ ਨੂੰ ਲੈ ਆਏ ਉਹਦੇ ਬਾਅਦ ਦੁਬਈ ਆ ਕੇ ਵੜ ਗਏ ਜੈੱਟ, ਕੁਛ ਇੰਗਲੈਂਡ ਉਤਰ ਗਏ। ਅਤੇ ਅਮੀਰ ਬੰਦੇ ਜਿਹੜੇ ਨੇ ਉਹ ਇੰਡੀਆ ਭਾਰਤ ਛੱਡ ਕੇ ਭੱਜ ਰਹੇ ਨੇ। ਪਹਿਲਾਂ ਵੀ ਚੋਰੀ ਕਰਕੇ ਭੱਜੇ ਨੇ, ਹੁਣ ਆਪਣੇ ਟੱਬਰਾਂ ਦੇ ਨਾਲ ਚਾਰਟਰਡ ਜੈੱਟ ਦੇ ਵਿੱਚ ਬੈਠ ਕੇ ਇੰਗਲੈਂਡ ਉਤਰ ਗਏ ਕਿ ਦੇਸ਼ ਸ਼ਾਇਦ ਕਰੋਨਾ ਦੇ ਨਾਲ ਹੋਰ ਵੀ ਹਾਲ ਮਾੜੇ ਹੋਣ। ਖਬਰਾਂ ਆ ਗਈਆਂ ਜੀ, ਖਬਰਾਂ ਤੋਂ ਬਾਅਦ ਵਾਪਸ ਆਉਣਾ ਅਤੇ ਗੱਲਬਾਤ ਚੱਲੇਗੀ ਗੁਰਦਿਆਲ ਸਿੰਘ ਬਾਦ, ਡੇਲ ਬਾਦ ਉਹਨਾਂ ਨਾਲ। ਕਾਲਰ ਸਾਡੇ ਜਿੰਨੇ ਵੀ ਨੇ, ਲਿਸਨਰ ਜਿੰਨੇ ਨੇ ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਹੋ, ਸ਼ੇਰੇ ਪੰਜਾਬ ਦਾ ਪਰਿਵਾਰ, ਧੰਨਵਾਦ ਬਹੁਤ ਬਹੁਤ। ਆਸਟ੍ਰੇਲੀਆ ਦੇ ਵਿੱਚ, ਪੰਜਾਬ ਦੇ ਵਿੱਚ ਸਰ ਗੁਰਚਰਨ ਸਿੰਘ ਬਰਿਆੜ ਨੇ, ਲੰਗਿਆ ਨੇ, ਅਤੇ ਹੋਰ ਬਹੁਤ ਤੁਸੀਂ ਜਿਹੜੇ ਪਿਆਰ ਕਰਦੇ ਹੋ। ਖਾਸ ਧੰਨਵਾਦ ਅੱਜ ਸਰ ਕੱਥੂ ਸਿੰਘ ਸਿੱਧੂ ਹੋਰਾਂ ਦਾ। ਕੱਥਾ ਸਿੰਘ ਸਿੱਧੂ ਵੱਡੇ ਫਾਰਮਰ ਨੇ, ਧੰਨਵਾਦ ਉਹਨਾਂ ਦਾ, ਜਿਹੜੇ ਅਕਸਰ ਗੱਲਬਾਤ ਅਤੇ ਇਸ ਫਸਲਬਾੜੀ ਬਾਰੇ ਅਤੇ ਬਲੂਬੇਰੀ ਬਾਰੇ, ਕ੍ਰੌਪਸ ਦੇ ਬਾਰੇ ਦੱਸਦੇ ਰਹਿੰਦੇ ਨੇ। ਰਾਜੇ ਬੁੱਕਣ ਵਾਲੇ ਦਾ ਵੀ ਧੰਨਵਾਦ। ਬਾਦ ਸਾਹਿਬ ਵੱਡਿਆਂ ਵੱਲੋਂ ਸਰ ਕੱਥਾ ਸਿੰਘ ਸਿੱਧੂ ਉਹਨਾਂ ਦਾ ਖਾਸ ਧੰਨਵਾਦ ਕੀਤਾ ਜਾਂਦਾ ਹੈ ਕਿ ਜਦ ਫਾਰਮਿੰਗ ਵਗੈਰਾ ਸ਼ੁਰੂ ਕੀਤੀ, ਉਹ ਕਹਿੰਦੇ ਸਾਨੂੰ ਮਦਦ ਬੜੀ ਉਹਨਾਂ ਨੇ ਬੜਮੁੱਲਾ ਜਿਹੜਾ ਯੋਗਦਾਨ ਪਾਇਆ। ਮੋਗੇ ਫਰੈਂਡਸ ਕਲੋਨੀਆਂ ਜਿਹੜੀ 5-7 ਦੋਸਤਾਂ ਨੇ, ਇਹਨਾਂ ਨੇ ਮਿੱਤਰਾਂ ਨੇ ਬਣਾਈ ਹੋਈ ਆ ਮੋਗੇ, ਅਤੇ ਇਸ ਤਰ੍ਹਾਂ ਹੀ ਇਹ ਸਾਰੇ ਦੋਸਤ ਇੱਥੇ ਜਿਹੜੇ ਰਹਿੰਦੇ ਆ ਅਤੇ ਉੱਥੇ ਵੀ ਇਕੱਠੇ ਰਹਿੰਦੇ ਆ। ਕੱਥੂ ਸਿੰਘ ਸਿੱਧੂ ਜੀ ਦਾ ਖਾਸ ਅੱਜ ਧੰਨਵਾਦ। ਅੱਜ ਮੈਂ ਖਾਸ ਇੱਕ ਗੱਲਬਾਤ ਕਰਨੀ ਹੈ
ਰੀਅਲਟਰ ਤੇ ਕਲਾਇੰਟ, ਰੀਅਲਟਰ ਤੇ ਕਸਟਮਰ, ਕੀ ਰੋਲ ਹੈ ਰੀਅਲਟਰ ਦਾ, ਪ੍ਰੋਫੈਸ਼ਨਲਿਜ਼ਮ ਕੀ ਹੈ, ਰੀਅਲਟਰ ਦੀਆਂ ਡਿਊਟੀਆਂ ਕੀ ਨੇ, ਰੀਅਲਟਰ ਕਿਹਾ ਕਿਹਨੂੰ ਚਾਹੁੰਦਾ? ਇਹ 20 ਵਰੇ ਪਹਿਲਾਂ ਜਦ ਇਸ ਦੇਸ਼ 'ਚ ਆਇਆ ਤਾਂ ਰੀਅਲਟਰ ਨੂੰ ਵੇਖਣਾ ਕਿ ਆਮ ਲੋਕ ਕੁੜਤੇ ਪਜਾਮੇ 'ਚ ਫਿਰਦੇ, ਰੀਅਲਟਰ ਦੇ ਸੂਟ ਪਾਇਆ ਹੁੰਦਾ, ਆਮ ਲੋਕਾਂ ਨਾਲੋਂ ਅਲੱਗ ਉਹਦੀ ਗੱਡੀ ਹੁੰਦੀ, ਪ੍ਰੋਫੈਸ਼ਨਲਿਜ਼ਮ ਹੁੰਦਾ, ਗੱਲ ਕਰਨ ਦਾ ਢੰਗ ਹੁੰਦਾ, ਅਤੇ ਆਫਰ ਪ੍ਰੈਜ਼ੈਂਟ ਕਰਨੀ, ਪੂਰਾ ਇੱਕ ਲੈਦਰ ਦਾ ਵਧੀਆ ਛੋਟਾ ਜਿਹਾ ਉਹਦੇ ਕੋਲ ਬਰੀਫ ਕੇਸ ਹੁੰਦਾ, ਉਹਦੇ ਵਿੱਚੋਂ ਨਿਕਲ ਕੇ ਜਦ ਆਫਰ ਰੱਖਣੀ, ਇੱਥੇ ਕਰੋ ਜੀ ਸਾਈਨ, ਇੱਥੇ ਕਰੋ ਜੀ ਸਾਈਨ, ਇੱਥੇ ਕਰੋ ਜੀ, ਹੁਣ ਮੈਂ ਲੈ ਕੇ ਚੱਲਿਆ, ਮੈਂ ਐਕਸੈਪਟ ਕਰੂੰ, ਉਹਦੇ ਬਾਅਦ ਮੈਂ ਵਾਪਸ ਆਊਂ, ਆਹ ਤੁਹਾਡੀਆਂ ਹੁਣ ਬਾਉਂਡਿੰਗਸ ਨੇ, ਇਹਦੇ 'ਤੇ ਦਸਤਖਤ ਕਰਤੇ, ਹੁਣ ਤੁਸੀਂ ਇਹਨੂੰ ਐਕਸੈਪਟ ਕਰ ਲਿਆ, ਉਹਦੀਆਂ ਇੰਨੀ ਤਰੀਕ ਨੂੰ ਆਹ ਹੈ, ਹੁਣ ਅਸੀਂ ਸਬਜੈਕਟ ਰਿਮੂਵਲ ਹੈ, ਸਬਜੈਕਟ ਟੂ ਫਾਈਨਾਂਸ ਹੈ, ਪਰ ਤੇਜ਼ ਮਾਰਕੀਟ ਨੇ ਬਹੁਤ ਕੁਝ ਅਲੱਗ ਕਰ ਦਿੱਤਾ। ਅੱਜ ਸਰਦਾਰ ਗੁਰਦਿਆਲ ਸਿੰਘ ਬਾਦ ਰੀਮੈਕਸ ਰਿਅਲਟੀ ਤੋਂ ਬਹੁਤ ਪੁਰਾਣੇ ਰੀਅਲਟਰ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਕ ਰੀਅਲਟਰ ਦੀਆਂ ਡਿਊਟੀਜ਼ ਕੀ ਨੇ, ਪ੍ਰੋਫੈਸ਼ਨਲਿਜ਼ਮ ਕੀ ਆ, ਹੁਨਰ ਕੀ ਹੈ। ਬਸ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਹਰਜੀਤ ਸਿੰਘ ਜੀ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ। ਤਾਂ ਸ਼ੇਰੇ ਪੰਜਾਬ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਭਾਜੀ ਰੀਅਲਟਰ ਕਿਹਨੂੰ ਕਹਿੰਦੇ ਆ, ਡੈਫੀਨੇਸ਼ਨ ਕੀ ਹੈ? ਰੀਅਲਟਰ ਹੈਗਾ ਪੇ ਜਿਹੜਾ ਪੇ ਆਪਣੇ ਉਹਨਾਂ ਨੇ ਰੀਅਲ ਏਸਟੇਟ ਦਾ ਕੋਰਸ ਕਰਕੇ BRC ਰੀਅਲ ਏਸਟੇਟ ਕਾਉਂਸਲ ਜਿਹੜਾ ਇਹ ਸਾਨੂੰ ਪੇ ਕਰਦਾ ਹੈਗੇ ਆ, ਉਹਨਾਂ ਦੇ ਥਰੂ ਜਾ ਕੇ ਪੇ ਜਦੋਂ ਤੁਸੀਂ ਰੀਅਲ ਏਸਟੇਟ ਦਾ ਕੋਰਸ ਜਿਹੜਾ ਕਰ ਲੈਂਦੇ ਆ, ਉਹ ਕੋਰਸ ਤੁਹਾਨੂੰ ਟੀਚ ਕਰਦਾ ਪੇ ਲੀਗਲ, ਫਾਈਨੈਂਸ਼ੀਅਲਸ ਐਂਡ ਅਦਰ ਥਿੰਗ। ਪਰ ਜਿਹੜਾ ਐਕਚੁਅਲ ਵਰਕ ਵਾਈਜ਼ ਆ, ਜਿਹੜਾ ਰੀਅਲ ਏਸਟੇਟ ਤੁਸੀਂ ਕਲਾਇੰਟ ਦੇ ਨਾਲ ਕਿੱਦਾਂ ਪੇ ਡੀਲ ਕਰਦੇ ਹੈਗੇ ਆ, ਉਹ ਤੁਹਾਡੇ ਜਿੱਦਾਂ ਤੁਸੀਂ ਜਿੱਦਾਂ ਅਸੀਂ ਪਹਿਲਾਂ ਸ਼ੁਰੂ ਕੀਤਾ ਸੀ, ਤੁਹਾਨੂੰ ਟ੍ਰੇਨਿੰਗ ਮਿਲਦੀ ਹੈ ਤੁਹਾਡੇ ਆਫਿਸਿਸ ਵੱਲੋਂ। ਤਾਂ ਜਦੋਂ ਮੈਂ ਸੈਂਚਰੀ 21 ਨਾਲ ਸ਼ੁਰੂ ਕੀਤਾ, ਉਹਨੇ ਤੁਹਾਨੂੰ ਟ੍ਰੇਨਿੰਗ ਦਿੱਤੀ ਆ, ਤਾਂ ਉਹ ਤੁਹਾਨੂੰ ਦੱਸਦਾ ਕਿੱਦਾਂ ਕਲਾਇੰਟ ਦੇ ਨਾਲ ਤੁਸੀਂ ਡੀਲਿੰਗ ਕਿੱਦਾਂ ਕਰਨੀ ਹੈਗੀ ਆ। ਜਿੱਦਾਂ ਹੁਣ ਆਪਾਂ ਡੇਲੀ ਬੇਸ ਤੇ ਆਪਾਂ ਲੋਕਾਂ ਦੇ ਨਾਲ ਕਿੱਦਾਂ ਗੱਲਬਾਤ ਤੁਸੀਂ ਕਰੋ ਪ੍ਰੋਪਰਲੀ ਪ੍ਰੋਫੈਸ਼ਨਲ ਲੈਵਲ ਤੇ ਜਿੱਦਾਂ ਨੇ। ਸੋ ਇਸ ਫਾਰ ਐਜ਼ ਸਾਡੇ ਪੇ ਜਿਹੜੀ ਹੈਗੀ ਆ ਇੰਡਸਟਰੀ ਹੈਗੀ ਆ, BC ਰੀਅਲ ਏਸਟੇਟ ਕਾਉਂਸਲ ਜਿਹੜਾ ਉਹ ਸਾਨੂੰ ਪਈ ਆ, ਉਹਨਾਂ ਦੇ ਅੰਡਰ ਅਸੀਂ ਉਹਨਾਂ ਦੇ ਅੰਬਰੇਲਾ ਦੇ ਥੱਲੇ ਹੈਗੇ ਆ। ਪਰ ਦੂਸਰਾ ਜਿੱਦਾਂ ਹੁਣ ਪੇ ਮੈਂ ਰੀਮੈਕਸ ਦੇ ਨਾਲ ਹੈਗਾ ਸਿੰਸ 1991, ਇਹ ਕੰਪਨੀ ਤੇ ਵੀ ਡਿਪੈਂਡ ਹੁੰਦਾ ਪਏ ਕੰਪਨੀ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਕਿੱਦਾਂ ਹੈਗੇ, ਉਹ ਕਿੱਦਾਂ ਚਾਹੁੰਦੇ ਵੀ ਤੁਹਾਡੇ ਜਿਹੜੇ ਰੀਅਲ ਏਸਟੇਟ ਏਜੰਟ ਆ ਬਾਹਰ ਪਬਲਿਕ 'ਚ ਜਾ ਕੇ ਕਿੱਦਾਂ ਕੰਪਨੀ ਨੂੰ ਰੈਪਰੈਜ਼ੈਂਟ ਕਰਨ, ਪ੍ਰੋਫੈਸ਼ਨਲਿਜ਼ਮ ਤੇ ਲੈਵਲ ਤੇ ਕਿੱਦਾਂ ਉਹ ਕੰਪਨੀ ਨੂੰ ਕਸਟਮਰ ਨੂੰ ਉਹ ਸਰਵਿਸ ਪ੍ਰੋਵਾਈਡ ਕਰਨ, ਤਾਂ ਕਿੱਦਾਂ ਬਿਹੇਵੀਅਰ ਉਹਨਾਂ ਦਾ ਹੋਵੇ। ਇਹ ਪ੍ਰੋਫੈਸ਼ਨ ਇੱਕ ਬਹੁਤ, ਮੈਂ ਇਹਨੂੰ ਕਹਾਂ ਬੜਾ ਸਤਿਕਾਰਤ ਪ੍ਰੋਫੈਸ਼ਨ ਹੈ। ਤੁਸੀਂ ਅੱਜ ਮਿਲੀਅਨਸ ਨੇ, ਕਦੇ ਲੱਖ ਵੀ ਸੀ, ਕਦੇ ਤੁਸੀਂ ਲੱਖ ਡਾਲਰ ਦੇ ਵੀ ਘਰ ਵੇਚੇ ਨੇ, ਅੱਜ ਤੁਸੀਂ 5 ਮਿਲੀਅਨ ਦੇ ਵੀ ਘਰ ਵੇਚਦੇ ਹੋ। ਇਹਦੇ ਵਿੱਚ ਰੀਅਲਟਰ ਜਿਹੜਾ ਹੈ ਉਹਦੇ ਕਿਹੜੇ ਗੁਣ ਚਾਹੀਦੇ ਨੇ? ਹੁਣ ਪਤਾ ਕੀ ਹੋਇਆ ਜੀ, ਪਿਛਲੀ 10 ਸਾਲਾਂ 12 ਦੀ ਤੇਜ਼ੀ 'ਚ ਬਈ ਚੱਲ ਅੱਜ ਟੈਕਸੀ ਚਲਾ ਲਓ, ਕੱਲ੍ਹ ਨੂੰ ਘਰ ਵੇਚ ਲਓ, ਅੱਜ ਰੇਡੀਓ ਤੇ ਗੱਲਾਂ ਕਰ ਲਓ, ਕੱਲ੍ਹ ਨੂੰ ਘਰ ਵੇਚ ਲਓ, ਅੱਜ ਟਰੱਕ ਚਲਾ ਲਓ, ਕੱਲ੍ਹ ਨੂੰ ਘਰ। ਮੈਂ ਕੋਈ ਪ੍ਰੋਫੈਸ਼ਨ ਦੀ ਗੱਲ ਨਹੀਂ ਕਰਦਾ, ਈਵਨ ਮੈਂ 12 ਵਰੇ ਪਹਿਲਾਂ ਸ਼ੁਰੂ ਕੀਤਾ, ਜਿੱਦਣ ਮੈਂ ਇੱਥੇ ਬਹਿ ਗਿਆ ਜੀ ਮੈਂ ਹੋਰ ਕੁਛ ਨਹੀਂ ਕੀਤਾ, ਕਿਉਂਕਿ ਹੁੰਦਾ ਹੀ ਨਹੀਂ, ਤੁਹਾਡਾ ਕੰਟਰਾਡਿਕਟ ਹੋ ਜਾਂਦਾ ਕਿਤੇ ਨਾ ਕਿਤੇ। ਰੀਅਲਟਰ ਦੇ ਪਹਿਲਾਂ ਤਾਂ ਕਾਨੂੰਨ ਇਹ ਸੀ ਵੀ ਸ਼ਾਇਦ ਰੀਅਲਟਰ ਇਕੱਲਾ ਇੱਕੋ ਹੀ ਕੰਮ ਕਰ ਸਕਦਾ, ਹੁਣ ਦੋ ਵੀ ਕਰ ਸਕਦਾ। ਹਾਂ, ਜਦੋਂ ਮੈਂ ਸ਼ੁਰੂ ਕੀਤਾ ਸੀ 1987 ਦੇ, ਉਦੋਂ ਵਿੱਚ ਪੇ ਸੀਗਾ ਵੀ ਜੇ ਤੁਸੀਂ ਸੇਲਸ ਪਰਸਨ ਹੈਗੇ, ਤੁਸੀਂ ਸਿਰਫ ਰੀਅਲ ਏਸਟੇਟ ਦਾ ਕੰਮ ਕਰ ਸਕਦੇ ਆ, ਕੋਈ ਹੋਰ ਸਾਈਡ ਬਿਜ਼ਨਸ ਨਹੀਂ ਕਰ ਸਕਦੇ। ਜੇ ਤੁਹਾਡੇ ਕੋਲ ਏਜੰਟ ਦਾ ਲਾਇਸੈਂਸ ਹੈਗਾ, ਫਿਰ ਤੁਹਾਡੇ ਕੋਲ ਥੋੜੀ ਖੁੱਲੀ ਛੁੱਟੀ ਸੀਗੀ, ਤੁਸੀਂ ਹੋਰ ਵੀ ਬਿਜ਼ਨਸ ਕੈਰੀ ਔਨ ਕਰ ਸਕਦੇ ਸੀਗੇ। ਪਰ ਰੀਅਲ ਏਸਟੇਟ ਕਾਉਂਸਲ ਦਾ ਉਦੋਂ ਸੀਗਾ ਵੀ ਜੇ ਤੁਹਾਡੇ ਕੋਲ ਰੀਅਲ ਏਸਟੇਟ ਲਾਇਸੈਂਸ, ਦੈਟਸ ਦੀ ਓਨਲੀ ਜੌਬ ਤੁਸੀਂ ਕਰ ਸਕਦੇ ਆ। ਪਰ ਅਨਫੋਰਚੂਨੇਟਲੀ ਰੂਲਸ ਐਂਡ ਰੈਗੂਲੇਸ਼ਨਸ ਕਰਕੇ ਇਹ ਸਾਡੇ ਕੋਲ ਪਈ ਫੋਰਸ ਅਪਾਨ ਕੀਤਾ ਗਿਆ ਵੀ ਤੁਸੀਂ ਕਿਸੇ ਨੂੰ ਮੈਂਡੇਟ ਨਹੀਂ ਕਰ ਸਕਦੇ, ਕਿਸੇ ਦੀ ਲਾਈਵਲੀਹੁੱਡ ਨਹੀਂ ਤੁਸੀਂ ਇਹਦਾ ਟੇਕ ਅਵੇ ਕਰ ਸਕਦੇ ਜੇ ਅਗਲਾ ਨਹੀਂ ਫੁੱਲ ਟਾਈਮ ਕਰਦਾ। ਕਿਉਂ? ਫਿਰ ਇਹਨਾਂ ਨੇ ਜਿਹੜੇ ਚੇਂਜ ਕੀਤੇ, ਇਹ ਚੇਂਜ ਕਰਨੇ ਦੇ ਨਾਲ ਸਾਡੀ ਇੰਡਸਟਰੀ 'ਚ ਬਹੁਤ ਜਿੱਦਾਂ ਨਾ ਕੀ ਨੁਕਸਾਨ ਪਹੁੰਚਾ। ਕਿਉਂ? ਜੇ ਹਿਸਾਬ ਨਾਲ ਅਸੀਂ ਜਿੱਦਾਂ ਸਾਨੂੰ ਜਿਹੜੀ ਟ੍ਰੇਨਿੰਗ ਮਿਲੀ ਸੀ ਪਹਿਲਾਂ ਪ੍ਰੋਫੈਸ਼ਨਲਿਜ਼ਮ ਦੀ, ਵੀ ਕਸਟਮਰ ਨੂੰ ਅਸੀਂ ਸਰਵਿਸ ਇੰਡਸਟਰੀ ਆ। ਬਿਲਕੁਲ। ਜੇ ਹੁਣ ਕਈ ਵਾਰ ਜੇ ਹੁਣ ਕੋਈ ਮੈਨੂੰ ਕਹਿੰਦਾ ਤੂੰ ਸੇਲਸ ਪਰਸਨ, ਪਹਿਲਾਂ ਉਹਨੂੰ ਕਰੈਕਟ ਕਰ ਦੇਣਾ, ਮੈਂ ਹੈਗਾ ਸਰਵਿਸ 'ਚ ਇੰਡਸਟਰੀ, ਮੈਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਨੀ ਆ। ਵੀ ਜੇ ਤੁਸੀਂ ਸੇਲਸ ਪਰਸਨ ਚਾਹੁੰਦੇ ਫਿਰ ਕਿਸੇ ਹੋਰ ਨਾਲ ਗੱਲ, ਮੈਂ ਸੇਲਸਮੈਨ ਨਹੀਂ, ਮੈਂ ਸੇਲਸਮੈਨ। ਕਿਉਂ? ਜੇ ਤੁਸੀਂ ਸੇਲਸ ਬੰਦਾ ਉਹ ਕਰਦਾ ਵੀ ਜਿਹੜਾ ਅਗਲੇ ਨੂੰ ਚੀਜ਼ ਵੇਚੋ ਤਾਂ ਆਪਣੇ ਕਮਿਸ਼ਨ ਲਵੋ ਤਾਂ ਗਾਹਾਂ ਪਾਓ। ਪਰ ਜੇ ਤੁਸੀਂ ਸਰਵਿਸ ਕਰਦੇ ਆ, ਤੁਸੀਂ ਅਗਲੇ ਕਸਟਮਰ ਦੀ ਨੀਡ ਦੇਖੋ, ਕਲਾਇੰਟ ਦੀ ਨੀਡ ਦੇਖੋ। ਜੇ ਨੀਡ ਫੁਲਫਿਲ ਕਰਦੇ ਆ ਤਾਂ ਤੁਹਾਡੀ ਨੀਡ ਵੀ ਆਪੇ ਫੁਲਫਿਲ ਉੱਪਰੋਂ ਹੋ ਜਾਂਦੀ ਹੈਗੀ ਆ। ਜੇ ਮੈਂ ਘਰ ਖਰੀਦਣਾ ਜਾਂ ਮੈਂ ਵੇਚਣਾ, ਹਾਂਜੀ, ਮੈਂ ਇੱਕ ਰੀਅਲਟਰ ਨੂੰ ਲੱਭਣਾ, ਤੇ ਜਿੱਦਣ ਮੈਂ ਮੰਨ ਲਓ ਵੀ ਮੈਂ ਤੁਹਾਨੂੰ ਫਾਈਨਲ ਕਰ ਲਿਆ, ਉਹਦੀ ਸ਼ੁਰੂਆਤ ਕੀ ਹੈ?
ਪਹਿਲੀ ਅੱਜ ਦਾ ਵੈਰੀ ਗੁੱਡ ਕੁਐਸਚਨ ਹੈਗਾ। ਜਿਹੜੀ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ ਭਈ ਸੈਲਰਸ ਨੂੰ ਵੀ ਬਾਇਰਸ ਨੂੰ, ਜਿਹੜੇ ਤੁਸੀਂ ਰੀਅਲ ਏਸਟੇਟ ਏਜੰਟ ਸਿਲੈਕਟ ਕਰਦੇ ਆ ਜੀ ਜੀ, ਤੁਸੀਂ ਉਹਦਾ ਪਹਿਲਾਂ ਟਰੈਕ ਰੈਕਡ ਦੇਖੋ, ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ, ਕੀ ਉਹਦਾ ਭਈ ਤੁਹਾਡੇ ਏਰੀਆ ਦੇ ਵਿੱਚ ਸਪੋਜ਼ ਕਰੋ ਹੁਣ ਸਰੀ 'ਚ ਹੈਗਾ, ਹਾਂ ਭਈ ਉਹ ਸਰੀ ਦੇ ਵਿੱਚ ਕੰਮ ਕਰ ਰਿਹਾ ਹੈਗਾ, ਉਹਦੀ ਮਾਰਕੀਟ ਦੀ ਨੌਲੇਜ ਉਹਦੇ ਕੋਲ ਹੈਗੀ ਆ। ਬਾਕੀ ਉਹਦੇ ਜੇ ਹੁਣ ਤੁਸੀਂ ਦੇਖੋ ਜੇ ਕੋਈ ਹੋਰ ਨਾ ਪੁੱਛੋ ਉਹਨਾਂ ਤੋਂ ਰੈਫਰੈਂਸ ਲਵੋ। ਜੇ ਹੁਣ ਤੇ ਕੋਈ ਮੈਨੂੰ ਕਹਿ ਪਿਆ ਹਾਂ ਤੁਸੀਂ ਮੈਂ ਰੈਫਰੈਂਸ ਰਾਈਟ ਵੇ ਦਿੰਦਾ ਪਿਆ, ਉਹ ਨਾਲ ਗੱਲ ਕਰੋ, ਉਹ ਜਿਹੜੇ ਰੈਫਰੈਂਸ ਦੇ ਨਾਲ ਤੁਸੀਂ ਅਗਲੇ ਨੂੰ ਸਿਲੈਕਟ ਕਰੋ। ਇਹ ਨਾ ਕਰੋ ਵੀ ਹਾਂ ਭਈ ਜਿੱਦਾਂ ਜੀ ਭਈ ਚਲੋ ਮੇਰਾ ਚਾਚਾ ਮੇਰਾ ਤਾਇਆ ਜਾਂ ਇੱਦਾਂ ਕੁਛ ਹੈਗਾ ਆ। ਹੁਣ ਜੇ ਸਾਡਾ ਜਿਹੜਾ ਕਮਿਸ਼ਨ ਸਟਰਕਚਰ ਹੁੰਦਾ ਹੈ ਇਟਸ ਮੈਂ ਹੁਣ 34 ਸਾਲ ਹੋ ਗਏ ਆ ਭਈ ਇਹ ਨਹੀਂ ਵੀ ਮੈਂ ਜ਼ਿਆਦਾ ਚਾਰਜ ਕਰ ਸਕਦਾ, ਨੋ ਉਹ ਸਾਡਾ ਭਈ ਇਹ ਨਹੀਂ ਕੋਈ ਸੈਟ ਸਟੈਂਡਰਡ ਹੈ ਨਹੀਂ, ਪਰ ਤੁਸੀਂ ਆਪ ਦੇਖ ਕੇ ਜਿੱਦਾਂ ਨਾ ਭਈ ਨੈਗੋਸ਼ੀਏਬਲ ਕਮਿਸ਼ਨਸ ਹੁੰਦੇ ਹੈਗੇ ਆ। ਪਰ ਜਿਹੜੇ ਸਾਡੇ ਲੋਕ ਕਈ ਵਾਰੀ ਇੱਦਾਂ ਦੇਖੀ ਮੈਂ ਕੱਲ ਚਲੋ ਸਾਡੇ ਨਹੀਂ ਕਹਿਣਾ ਚਾਹੁੰਦਾ, ਪਰ ਜਿਹੜੇ ਜਨਰਲ ਪਬਲਿਕ ਕਈ ਵਾਰੀ ਇਹ ਇੱਥੋਂ ਆ ਕੇ ਜਿੱਦਾਂ ਨਾ ਭਈ ਇਹ ਲੈ ਕਰਦੇ ਜਿਹੜੇ ਸਿਲੈਕਟਿੰਗ ਉਹ ਸਿਲੈਕਟ ਕਰਦੇ ਆ ਬੇਸਡ ਔਨ ਪੇ ਉਹਨੇ ਪ੍ਰਾਈਸ ਮੈਨੂੰ ਕੀ ਦੱਸੀ ਆ ਜਾਂ ਉਹਨੇ ਕਮਿਸ਼ਨ ਮੈਨੂੰ ਕੀ ਚਾਰਜ ਕਰਨਾ, ਵਿਚ ਇਜ਼ ਦ ਟੂ ਬਿਗੇਸਟ ਮਿਸਟੇਕ ਜਿਹੜੇ ਸੈਲਰਸ ਪੇ ਕਰ ਰਿਹਾ। ਪਰ ਜਿਹੜੇ ਤੁਸੀਂ ਬਾਇਰ ਦੇ ਨਾਲ ਕੰਮ ਕਰ, ਜੇ ਤੁਸੀਂ ਘਰ ਖਰੀਦਣਾ ਆ ਤੁਸੀਂ ਵੀ ਉਹ ਸੇਮ ਚੀਜ਼ ਦੇਖੋ ਵੀ ਉਹਦਾ ਟਰੈਕ ਰੈਕਡ ਰੀਅਲਟਰ ਦਾ ਕੀ ਹੈਗਾ, ਉਹ ਨੈਗੋਸ਼ੀਏਸ਼ਨ ਸਕਿੱਲਸ ਉਹਦੀ ਕੀ ਹੈਗੀ ਆ, ਉਹ ਸਾਡੇ ਨੂੰ ਫਾਇਦਾ ਕਰੂਗਾ ਸਾਨੂੰ ਨੁਕਸਾਨ ਕਰੂਗਾ। ਸੋ ਅਨਫੋਰਚੂਨਟਲੀ ਆ ਜਿਹੜੀਆਂ ਮੋਸਟ ਇੰਪੋਰਟੈਂਟ ਚੀਜ਼ਾਂ ਹੁੰਦੀਆਂ, ਜੇ ਹੁਣ ਮੈਂ ਮੇਨ ਸਟ੍ਰੀਮ 'ਚ ਜਾਵਾਂ, ਜੇ ਹੁਣ ਸਪੋਜ਼ ਕਰੋ ਕੋਕੇਜਨ ਕਮਿਊਨਿਟੀ ਲਈ ਮੈਂ ਕਰਨਾ, ਉਹਨਾਂ ਨੇ 2-3 ਰੀਅਲਟਰ ਨੂੰ ਸੱਦ ਕੇ ਉਹਨਾਂ ਤੇ ਵੈਲੂਏਸ਼ਨ ਲੈਣੀ ਘਰ ਦੀ, ਜਾਂ ਹੁਣ ਜੇ ਮੈਂ ਕਿਸੇ ਨੇ ਮੈਨੂੰ ਪ੍ਰਾਪਰਟੀ ਤੇ ਮੇਰੇ ਫੋਨ ਆਇਆ ਉਹਨੇ ਮੇਰੇ ਸਾਰੇ ਕੋਈ ਕੁਐਸਚਨ ਪੁੱਛਣੇ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ, ਹਾਂ ਉਹਨੇ ਜਾ ਕੇ ਵੈਬਸਾਈਟ 'ਚ ਰਿਸਰਚ ਕਰਕੇ ਫਿਰ ਉਹਨਾਂ ਨੇ ਰੀਅਲ ਏਸਟੇਟ ਦੇ ਨਾਲ ਕਮਿਟਮੈਂਟ ਕਰਨੀ ਹੈਗੀ ਆ। ਸੋ ਪ੍ਰੋਪਰ ਜਾਂ ਸ਼ੁਰੂ ਕਰਨਾ ਮੈਂ ਤੁਹਾਡੇ ਨਾਲ ਕੰਮ ਦਸਤਖਤ ਹੋਣੇ ਨੇ, ਦਸਤਖਤ ਹੋਣੇ ਆ, ਤੁਸੀਂ ਏਜੰਟ ਤੇ ਕਸਟਮਰ ਦੇ ਸਾਈਨ ਹੋਣੇ। ਅੱਜ ਕੱਲ੍ਹ ਜਿਹੜੇ ਸਾਡੇ ਕੋਲ ਜਿਹੜੇ ਰੂਲਸ ਹੈਗੇ ਆ ਤੇ ਵੈਰੀ ਸਟ੍ਰਿਕਟ ਰੂਲ ਹੈਗੇ ਆ ਜਿਹਦੇ ਨਾਲ ਅਸੀਂ ਗਵਰਨ ਹੋ ਰਹੇ ਹੈਗੇ ਆ। ਐਨੀ ਟਾਈਮ ਜੇ ਹੁਣ ਸਪੋਜ਼ ਕਰੋ ਮੈਨੂੰ ਕੋਈ ਕਲਾਇੰਟ ਫੋਨ ਵੀ ਕਰ ਰਿਹਾ ਮੇਰੀ ਲਿਸਟਿੰਗ ਤੇ, ਪਹਿਲਾਂ ਉਹਨੂੰ ਕੁਐਸਚਨ ਪੁੱਛਣਾ ਵੀ ਤੂੰ ਤੇਰੇ ਕੋਲ ਰੀਅਲ ਏਸਟੇਟ ਏਜੰਟ ਹੈਗਾ, ਤੂੰ ਕਿਸੇ ਦੇ ਨਾਲ ਕੰਮ ਕਰ ਰਿਹਾ, ਵੀ ਜੇ ਉਹ ਕੰਮ ਕਰ ਰਿਹਾ ਵੀ ਠੀਕ ਆ। ਜਿਹੜੀ ਮੈਂ ਆਪਣੀ ਪ੍ਰਾਪਰਟੀ ਅੱਜ ਕੱਲ੍ਹ ਮੈਂ ਲਿਸਟਿੰਗ ਆ ਉੱਤੇ ਮੈਂ ਸਿਰਫ ਸੈਲਰਸ ਨੂੰ ਰੈਪਰੈਜ਼ੈਂਟ ਕਰ ਰਿਹਾ, ਮੈਂ ਬਾਇਰ ਨੂੰ ਨਹੀਂ ਰੈਪਰੈਜ਼ੈਂਟ ਕਰ ਸਕਦਾ। ਤੁਸੀਂ ਡਬਲ ਐਂਡ ਨਹੀਂ ਕਰ ਸਕਦੇ, ਡਬਲ ਐਂਡ ਨਹੀਂ ਕਰਦੇ। ਇੱਕ ਸ਼ਬਦ ਭਾਈਚਾਰੇ ਬੜਾ ਚੱਲਦਾ ਡਬਲ ਐਂਡ ਦਾ, ਉਹ ਕੀ ਆ ਭਾਜੀ? ਡਬਲ ਐਂਡ ਇਦਾਂ ਵੀ ਜੇ ਹੁਣ ਮੈਂ ਘਰ ਸੇਲ ਤੇ ਲਾਏ ਆ, ਕਈ ਬੰਦਿਆਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਵੀ ਜੋ ਮੈਂ ਲਿਸਟਿੰਗ ਏਜੰਟ ਦੇ ਕੋਲੋਂ ਜਾ ਕੇ ਲੈ ਲਵਾਂ ਮੈਨੂੰ ਡੀਲ ਬੈਟਰ ਮਿਲਦੀ ਆ। ਇਹਨਾਂ ਦਾ ਇਹ ਡਬਲ ਐਂਡ ਇਹਨਾਂ ਦਾ ਹੈਗਾ ਆ। ਅੱਗੇ ਹੁੰਦਾ ਸੀਗਾ ਚੱਲਦਾ ਸੀਗਾ ਡਬਲ ਐਂਡ 'ਚ, ਅੱਗੇ ਇੱਦਾਂ ਸੀਗਾ ਲਿਮਟਿਡ ਡੂਅਲ ਏਜੰਸੀ ਹੁੰਦੀ ਸੀ, ਉਹਦੇ ਵਿੱਚ ਤੁਸੀਂ ਇੱਦਾਂ ਵੀ ਤੁਸੀਂ ਦੋਨਾਂ ਨੂੰ ਡਿਸਕਲੋਜ਼ ਕਰਦੇ ਆ ਵੀ ਹਾਂ ਮੈਂ ਦੋਨਾਂ ਲਈ ਕੰਮ ਕਰ ਰਿਹਾ ਹੈਗਾ, ਫਿਰ ਤੁਹਾਨੂੰ ਫੇਅਰਨੈਸ ਵੀ ਉੱਥੇ ਹੁੰਦਾ ਹੈਗਾ। ਕਿਉਂ ਇਹ 'ਚ ਕੰਪਲੇਨ ਹੋਣ ਕਰਕੇ ਪਿਛਲੇ 5-10 ਸਾਲ ਮਿਸਯੂਜ਼ ਹੋਣ ਕਰਕੇ ਤਾਂ ਰੀਅਲ ਏਸਟੇਟ ਕਾਉਂਸਲ ਨੇ ਫਿਰ ਡੂਅਲ ਏਜੰਸੀ ਜਿਹਨੂੰ ਸਾਦੇ ਉਹਨਾਂ ਨੇ ਫਿਰ ਬੰਦ ਕੀਤੀ ਹੈਗੀ ਆ। ਸੋ ਹੁਣ ਬਾਇਰ ਤੇ ਸੈਲਰ ਲਈ ਹੁਣ ਤੁਹਾਡਾ ਘਰ ਆ ਸੇਲ ਤੇ ਲਾਇਆ, ਹਾਂਜੀ ਮੈਨੂੰ ਰੀਅਲਟਰ ਲੈਣ ਦੀ ਜ਼ਰੂਰਤ ਹੈ, ਮੈਂ ਤੁਹਾਡੇ ਤੋਂ ਸਿੱਧਾ ਨਹੀਂ ਲੈ ਸਕਦਾ? ਡੈਫੀਨਿਟਲੀ ਮੈਂ ਰეკਮੈਂਡ ਕਰਦਾ ਤੁਸੀਂ ਦੇਖੋ ਜੀ, ਤੁਸੀਂ ਜਿਹੜੀ ਰਿਲੇਸ਼ਨਸ਼ਿਪ ਤੁਸੀਂ ਇਸਟੈਬਲਿਸ਼ ਕਰਦੇ ਆਪਣੇ ਰੀਅਲ ਏਸਟੇਟ ਏਜੰਟ ਨਾਲ, ਉਹਨੇ 100% ਤੁਹਾਨੂੰ ਕਮਿਟਮੈਂਟ ਦੇਣੀ ਹੈਗੀ ਆ। ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਤੁਹਾਨੂੰ ਨਹੀਂ ਜਾਣਦਾ। ਸੋ ਕਈ ਵਾਰੀ ਇਹ ਆਪਣੇ ਲੋਕਾਂ ਦੇ ਵਿੱਚ ਮਿਸਕਨਸੈਪਸ਼ਨ ਹੁੰਦੀ ਹੈ ਲਿਸਟਿੰਗ ਏਜੰਟ ਜਾ ਕੇ ਸਾਨੂੰ ਬੈਟਰ ਡੀਲ ਮਿਲਦੀ ਆ, ਨਹੀਂ ਬੈਟਰ ਡੀਲ ਨਹੀਂ ਮਿਲਦੀ। ਕਿਉਂ? ਨੈਗੋਸ਼ੀਏਟ ਉਹ ਸੈਲਰ ਦੇ ਬਿਹਾਫ ਤੇ ਕਰ ਸਕਦਾ, ਉਹ ਜਿਹੜਾ ਸੈਲਰ ਦੀ ਇਨਸਾਈਡ ਸਾਰੀ ਇਨਫੋਰਮੇਸ਼ਨ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਹੈਗਾ। ਸੋ ਇਟਸ ਇੰਪੋਰਟੈਂਟ ਹੈਗਾ ਤੁਸੀਂ ਆਪਣਾ ਰੀਅਲ ਏਸਟੇਟ ਪਹਿਲਾਂ ਸਿਲੈਕਟ ਕਰੋ। ਘਰ ਦੇਖਣ ਤੋਂ ਬਾਅਦ ਤੁਹਾਨੂੰ ਦੂਸਰੇ ਰੀਅਲ ਏਸਟੇਟ ਏਜੰਟ ਨੂੰ ਫੋਨ ਕਰਨ ਦੀ ਜ਼ਰੂਰਤ ਹੀ ਨਹੀਂ। ਜਿਹੜਾ ਮੈਨੂੰ ਫੋਨ ਕਰਦਾ ਹੈਗਾ ਕੋਈ ਬਾਇਰ ਆ, ਰੀਅਲਟਰ ਹੋਵੇ ਬਹੁਤ ਵਧੀਆ, ਉਹਨੂੰ ਮੈਂ ਪਹਿਲਾਂ ਇਹ ਕਹਿੰਦਾ ਵੀ ਪਹਿਲਾਂ ਤੁਹਾਡਾ ਰੀਅਲਟਰ ਹੈਗਾ, ਕਈ ਪਹਿਲਾਂ ਕਹਿੰਦੇ ਨਹੀਂ ਮੇਰੇ ਕੋਲ ਹੈ ਨਹੀਂ, ਫਿਰ ਜਿਹੜੇ ਬਾਅਦ ਚ ਨਾ ਗੱਲਾਂ ਬਾਤ ਕਰਕੇ ਪਤਾ ਹਾਂਜੀ ਮੇਰੇ ਕੋਲ ਹੈਗਾ। ਮੈਂ ਕਿਹਾ ਤੁਸੀਂ ਆਪਣੇ ਰੀਅਲ ਏਸਟੇਟ ਏਜੰਟ ਤੋਂ ਉਹਨਾਂ ਨੂੰ ਕਹੋ ਅਪਾਇੰਟਮੈਂਟ ਬਣਾਵੋ, ਉਹਨਾਂ ਨੂੰ ਕਹੋ ਇਨਫੋਰਮੇਸ਼ਨ ਦਿਓ। ਕਿਉਂ? ਦੇਖੋ ਜੇ ਰੀਅਲ ਏਸਟੇਟ ਏਜੰਟ ਨੇ ਕਮਿਸ਼ਨ ਲੈਣਾ ਆ ਸੈਲਿੰਗ ਲਿਸਟਿੰਗ ਏਜੰਟ ਤੋਂ, ਉਹਨਾਂ ਨੇ ਕੰਮ ਕੀ ਕੀਤਾ? ਜੇ ਤੁਸੀਂ ਫੋਨ ਕਰਕੇ ਰੀਅਲਟਰ ਸਾਰੀ ਡੀਟੇਲ ਲੈਂਦੇ ਆ, ਫਿਰ ਜਾ ਕੇ ਉਹਨੂੰ ਦੱਸਦੇ ਮੈਨੂੰ ਆਹ ਘਰ ਦਿਖਾਲ, ਫਿਰ ਤਾਂ ਉਹ ਘਰ ਬੈਠਾ ਮੌਜ ਨਾਲ ਬੈਠਾ ਹੈਗਾ ਤਾਂ ਤੁਸੀਂ ਉਹਨੂੰ ਬੈਠੇ ਨੂੰ ਪੈਸੇ ਦੇਈ ਜਾਂਦੇ ਹੈਗੇ। ਜਿਹੜਾ ਇਹ ਹਮੇਸ਼ਾ ਜਿਹੜਾ ਨਾ ਹੁਣ ਸਪੋਜ਼ ਕਰੋ ਜੇ ਤੁਸੀਂ ਮੈਨੂੰ ਕਹੋ ਗੁਰਦਾਰ ਮੈਂ ਮੋਰੇ ਘਰ ਖਰੀਦਣਾ ਆ, ਮੈਂ ਪਹਿਲਾਂ ਤੁਹਾਡੀ ਸਾਰੀ ਇਨਫੋਰਮੇਸ਼ਨ ਲੈਣੀ ਆ, ਆਪਣੀ ਪਹਿਲਾਂ ਦੇਖਣਾ ਹੈਗਾ ਵੀ ਤੁਸੀਂ ਕਿੰਨੇ ਤਾਂ ਮੋਰਗੇਜ ਦਾ ਪ੍ਰਾਈਸ ਰੇਂਜ ਆਪਣੀ ਕੀ ਹੈਗੀ ਆ। ਪਹਿਲਾਂ ਕਹਿਣਾ ਤੁਸੀਂ ਬੈਂਕ ਦੇ ਨਾਲ ਗੱਲ ਕਰੋ, ਜੇ ਬੈਂਕ ਨਹੀਂ ਹੈਗਾ ਤਾਂ ਮੋਰਗੇਜ ਬ੍ਰੋਕਰ ਦੇ ਨਾਲ ਤੁਹਾਨੂੰ ਅਸੀਂ ਦੇ ਸਕਦੇ, ਉਹਨਾਂ ਨਾਲ ਗੱਲ ਕਰਕੇ ਆਪਣੇ ਆਪ ਨੂੰ ਪਹਿਲਾਂ ਪ੍ਰੀ ਕੁਆਲੀਫਾਈ ਕਰੋ ਵੀ ਕਿੰਨੇ ਕੁ ਤਾਂ ਅਸੀਂ ਅਫੋਰਡ ਕਰ ਸਕਦੇ ਹਾਂ। ਫਿਰ ਏਰੀਆ ਦੇ ਹਿਸਾਬ ਨਾਲ ਦੇਖਣਾ ਕਿਹੜਾ ਏਰੀਆ ਆਪਾਂ ਨੂੰ ਚਾਹੀਦਾ ਹੈਗਾ, ਫਿਰ ਬਾਹਰ ਜਾ ਕੇ ਤੁਸੀਂ ਘਰ ਦੇਖੋ। ਇਹ ਨਾ ਨਾ ਪਈ ਗੱਡੀ ਤੋਂ ਮੋਰੇ ਪਹਿਲਾਂ ਘੋੜਾ ਪਾ ਦਿਓ, ਨਹੀਂ ਪਈ ਘੋੜੇ ਹਮੇਸ਼ਾ ਤੁਸੀਂ ਆਪਣਾ ਹੋਮਵਰਕ ਕਰਕੇ ਸਾਰਾ ਕੁਝ ਪ੍ਰਿਪੇਅਰ ਕਰੋ ਵੀ ਮੇਰੀ ਪ੍ਰਾਈਸ ਰੇਂਜ ਕੀ ਆ, ਵੀ ਮੇਰਾ ਏਰੀਆ ਕਿਹੜਾ ਦੇਖਦਾ। ਤਾਂ ਜਿਹੜਾ ਰੀਅਲਟਰ ਆ ਉਹ ਤੁਹਾਨੂੰ ਉੱਥੋਂ ਫਿਰ ਉਹ ਤੁਹਾਨੂੰ ਗਾਈਡ ਕਰ ਸਕਦਾ ਆ ਵੀ ਕਿਹੜੇ ਏਰੀਆ ਜਾ ਕੇ ਆਪਾਂ ਦੇਖੀਏ ਜਿੱਥੇ ਆਪਾਂ ਨੂੰ ਪ੍ਰੋਪਰ ਘਰ ਮਿਲ ਸਕਦਾ। ਬਸ ਆ ਇੱਕ ਹੋਰ ਦੱਸਿਓ ਜੀ, ਇੱਕ ਹੋਰ ਪ੍ਰੈਕਟਿਸ ਚੱਲਦੀ ਆ, ਘਰ ਤੁਹਾਡੀ ਲਿਸਟਿੰਗ ਆ ਸਰੀ 'ਚ 3 ਮਿਲੀਅਨ ਦੀ, ਤੇ ਮੈਨੂੰ ਘਰ ਪਸੰਦ ਆ ਗਿਆ,
ਮੈਂ ਫਿਰ ਉੱਥੇ ਕੀ ਕਰਨਾ ਵੀ ਕਿਸੇ ਤੇ ਆਸਾਨ ਕਰਨ ਲਈ ਕੋਈ ਦੋਸਤ ਦਾ ਮੁੰਡਾ ਹੈ, ਉਹਨੂੰ ਮੈਂ ਲੈ ਤਾਂ ਤੁਹਾਡੇ ਤੋਂ ਹੀ ਰਿਹਾ, ਇਨਫੋਰਮੇਸ਼ਨ ਲੈ ਲਈ, ਉਹ ਨਾ ਵੀ ਮੇਰਾ ਹੁਣ ਅਖੀਰ 'ਚ ਜਾ ਕੇ ਕਹਿੰਦੇ ਮੇਰਾ ਆਹ ਰੀਲਟਰ, ਕਿਉਂਕਿ ਉਹਨੂੰ 10-12,000 15,000 ਬਣਾ ਕੇ ਦੇਣਾ, ਫਿਰ ਉਹ ਤੋਂ ਗਾਹਾਂ ਕੰਮ ਲਵਾਂਗੇ। ਇਹ ਪ੍ਰੈਕਟਿਸ ਜਦ ਮੈਂ ਤੁਹਾਡੇ ਤੋਂ ਕੰਮ ਹੀ ਸਾਰਾ ਕਰਾ ਲਿਆ, ਫਿਰ ਮੈਂ ਤੁਹਾਡੇ ਤੋਂ ਹੀ ਕਿਉਂ ਨਹੀਂ ਬਾਏ ਕਰਦਾ, ਮੈਂ ਕਿਉਂ ਗੱਬੇ ਪਾਉਣਾ ਫਿਰ ਬੰਦਾ ਰੀਲਟਰ। ਜਿਹੜੇ ਹੁਣ ਸਾਡਾ ਐਕਚੁਅਲੀ ਹੈਗਾ, ਜੇ ਹੁਣ ਤੁਸੀਂ ਕਹੋ ਵੀ ਮੈਂ ਮੇਰੇ ਕੋਲ ਆਣਾ, ਫਿਰ ਸਾਡੇ ਕੋਲ ਇਸ ਵੇਲੇ ਮੇਰਾ ਜਿਹੜਾ ਲਿਸਟਿੰਗ ਜਿਹੜਾ ਓਨਰ ਹੈਗਾ ਆ ਉਹ ਮੇਰਾ ਕਲਾਇੰਟ ਹੈਗਾ, ਮੈਂ ਉਹਦੇ ਲਈ 100% ਮੇਰੀ ਡਿਊਟੀ ਐਂਡ ਆਬਲੀਗੇਸ਼ਨ ਹੈਗੀ ਆ। ਜੇ ਤੁਸੀਂ ਕਹੋ ਹਾਂ ਵੀ ਮੈਂ ਤੇਰੇ ਕੋਲੋਂ ਲੈਣਾ ਹੈਗਾ, ਫਿਰ ਉਹ ਬਣ ਜਾਂਦਾ ਅਨਰੈਪ੍ਰੈਜ਼ੈਂਟਡ ਲਿਸਟਿੰਗ ਏਜੰਟ ਬੇਸ ਸਕਦਾ ਆ। ਉਹਦਾ ਮਤਲਬ ਹੈਗਾ ਅਸੀਂ ਤੁਹਾਨੂੰ ਪ੍ਰਾਪਰਟੀ ਦੀ ਇਨਫੋਰਮੇਸ਼ਨ ਦੇ ਰਹੇ ਹਾਂ, ਪਰ ਨੈਗੋਸ਼ੀਏਸ਼ਨਸ ਓਨਰਸ ਦੇ ਇਨਸਾਈਡ ਇਨਫੋਰਮੇਸ਼ਨ ਕੋਈ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਸਕਦੇ, ਪਰ ਤੁਹਾਡੀ ਇਨਫੋਰਮੇਸ਼ਨ ਸੈਲਰਸ ਨਾਲ ਅਸੀਂ ਸ਼ੇਅਰ ਕਰ ਸਕਦੇ ਹਾਂ। ਸੋ ਇਸੇ ਕਰਕੇ ਇਹ ਵੀ ਥੋੜ੍ਹਾ ਜਿਹਾ ਤੁਹਾਨੂੰ ਬਾਇਰ ਨੂੰ ਵੀ ਇਹ ਵੀ ਖਿਆਲ ਰੱਖਣਾ ਚਾਹੀਦਾ ਵੀ ਪਹਿਲਾਂ ਹੀ ਤੁਸੀਂ ਆਪਣਾ ਰੀਅਲਟਰ ਲਿਆਵੋ, ਉਹਨੂੰ ਤੁਸੀਂ ਸਾਰਾ ਕੁਝ ਦੱਸ ਸਕਦੇ ਆ, ਉਹਦੀ ਫਿਰ ਡਿਊਟੀ ਐਂਡ ਆਬਲੀਗੇਸ਼ਨ ਉਹਨੇ ਗਾਹਾਂ ਡਿਸਕਲੋਜ਼ ਨਹੀਂ ਕਰਨਾ, ਉਹਨੇ ਤੁਹਾਡੇ ਲਈ ਕਰਨਾ। ਜੇ ਤੁਸੀਂ ਸਾਰਾ ਕੁਝ ਲਿਸਟਿੰਗ ਏਜੰਟ ਨੂੰ ਦੱਸ ਦਿੱਤਾ ਵੀ ਮੈਂ ਆਪਣਾ ਘਰ ਵੇਚ ਲਿਆ, ਮੈਨੂੰ ਹੁਣ ਲੈਣਾ ਪੈਣਾ ਆ, ਤਾਂ ਉਹ ਜੇ ਤੁਸੀਂ ਆਲਰੇਡੀ ਜਿੱਦਾਂ ਲੋਅਰ ਪੋਜੀਸ਼ਨ 'ਚ ਆ ਜਾਂਦੇ ਆ। ਸੋ ਰੈਕਮੈਂਡੇਸ਼ਨ ਇਹ ਹੈ ਕਿ ਵੀ ਦੇਖੋ ਜਿਸਲੇ ਰੀਅਲ ਏਸਟੇਟ ਏਜੰਟ ਤੁਸੀਂ ਇਨਵੋਲਵ ਕਰਨਾ ਆ, ਪਹਿਲਾਂ ਉਹਨੂੰ ਇਨਵੋਲਵ ਕਰੋ, ਉਹ 'ਤੇ ਸਾਰਾ ਕੁਝ ਉਹਨਾਂ ਤੋਂ ਕੋਈ ਕੰਮ ਕਰੋ। ਅਨਫੋਰਚੂਨਟਲੀ ਜਿਹੜੇ ਰੀਅਲਟਰਸ ਵੀ ਹੈਗੇ ਆ, ਉਹ ਆਪਣੇ ਕਲਾਇੰਟਸ ਨੂੰ ਇਹ ਕਹਿੰਦੇ ਆ ਤੁਸੀਂ ਬਾਹਰ ਜਾ ਕੇ ਘਰ ਦੇਖ ਲਓ, ਜਿਹੜਾ ਤੁਹਾਡੇ ਪਸੰਦ ਆ ਗਿਆ ਸਾਨੂੰ ਦੱਸ ਦਿਓ, ਤੁਸੀਂ ਆਫਰ ਲਿਖ ਲਵਾਂਗੇ, ਫਿਰ ਥੋੜ੍ਹਾ ਬਹੁਤ ਤੁਹਾਨੂੰ ਕਿੱਕ ਬੈਕ ਵੀ ਦੇ ਦੇਵਾਂਗੇ। ਆਹ ਚੱਲ ਰਿਹਾ। ਇਹਦੇ ਕਰਕੇ ਜਿਹੜੀ ਸਾਡੇ ਇੰਡਸਟਰੀ ਦੀ ਬਿਗੇਸਟ ਕੈਂਸਰ ਜਿਹੜੀ ਹੈਗੀ ਨਾ, ਇਹ ਜਿਹੜੇ ਪਾਰਟ ਟਾਈਮ ਰੀਅਲਟਰਸ ਆਏ ਹੈਗੇ ਆ, ਜਿਹੜੇ ਆਪਣੀ ਟ੍ਰੇਨਿੰਗ ਨਹੀਂ ਲੈਂਦੇ, ਜਿਨ੍ਹਾਂ ਨੂੰ ਕੋਈ ਮਾਰਕੀਟ ਦਾ ਨੌਲੇਜ ਨਹੀਂ ਹੈਗਾ, ਸਿਰਫ ਆਫਰ ਲਿਖਣੀ। ਹੁਣ ਕਈ ਵਾਰ ਸਾਡੇ ਕੋਲ ਕਾਂਟਰੈਕਟ ਵੀ ਆਉਂਦੇ ਆ, ਕਾਂਟਰੈਕਟ ਜੇ ਤੁਸੀਂ ਦੇਖੋ ਜੇ ਉਹ ਕਿਤੇ ਕੋਰਟ 'ਚ ਚੱਲ ਜਾਵੇ, ਉਹ ਕਾਂਟਰੈਕਟ ਡਸ ਨਾਟ ਸਟੈਂਡ ਅਪ। ਬਿਲਕੁਲ ਲਿਖਿਆ ਹੀ ਨਹੀਂ। ਤੁਹਾਨੂੰ ਤੁਸੀਂ ਟ੍ਰੇਨਿੰਗ ਨਹੀਂ ਲੈ ਰਹੇ, ਤੁਸੀਂ ਆਪਣੇ ਪ੍ਰੈਕਟਿਸ ਨਹੀਂ ਕਰ ਰਹੇ, ਤਾਂ ਡੇ ਟਾਈਮ 'ਤੇ ਕੋਈ ਹੋਰ ਜਾਬ ਆ, ਸ਼ਾਮ ਨੂੰ ਤੁਸੀਂ ਆ ਕੇ ਆਹ ਰੀਅਲ ਏਸਟੇਟ ਕਰਨਾ। ਇਹਦੇ ਕਰਕੇ ਜਿਹੜਾ ਹੁਣ ਸਾਡੀ ਇੰਡਸਟਰੀ ਦੇ ਹੁਣ ਤੁਸੀਂ ਇੰਨਾ ਦੇਖ ਲਓ, ਜਿੰਨੇ ਇੱਥੇ ਲੌਂਗ ਟਾਈਮ ਰੀਅਲਟਰਸ ਹੈਗੇ ਆ 100% ਫੁੱਲ ਟਾਈਮਸ ਹੈਗੇ। ਯੈਸ। ਤੁਹਾਨੂੰ ਜੇ ਤੁਸੀਂ ਬਾਇਰ ਹੈਗੇ ਆ, ਤੁਹਾਨੂੰ ਰੀਅਲ ਏਸਟੇਟ ਏਜੰਟ ਤੁਹਾਨੂੰ ਕੋਈ ਜ਼ੀਰੋ ਤੁਹਾਨੂੰ ਚਾਰਜ ਕਰ ਰਿਹਾ, ਕਿਉਂ? ਜਿਹੜਾ ਕਮਿਸ਼ਨ ਹੈਗਾ ਉਹ ਓਨਰ ਪੇ ਕਰ ਰਿਹਾ। ਬਿਲਕੁਲ। ਓਨਰ ਨੇ ਆਪਣੇ ਲਿਸਟਿੰਗ ਏਜੰਟ ਨੂੰ ਪੇ ਕਰਨਾ, ਲਿਸਟਿੰਗ ਏਜੰਟ ਨੇ ਗਾਹਾਂ ਤੁਹਾਡੇ ਰੀਅਲਟਰ ਦੇ ਨਾਲ ਸ਼ੇਅਰ ਕਰਨਾ ਹੈਗਾ। ਸੋ ਤੁਸੀਂ ਕਾਹਦੇ ਕੋਈ ਐਵੇਂ ਇਨਐਕਸਪੀਰੀਅੰਸ ਬੰਦਾ ਹਾਇਰ ਕਰਦੇ ਆ? ਵਾਈ ਨਾਟ ਗੋ ਆਊਟ ਹਾਇਰ ਦ ਬੈਸਟ। ਤੇ ਜੇ ਹੁਣ ਤੁਹਾਡੇ ਸਰਜਰੀ ਹੈਗੀ, ਤੁਸੀਂ ਬੈਸਟ ਡਾਕਟਰ ਲੱਭਦੇ ਆ। ਜੇ ਤੁਹਾਡੇ ਕੋਲ ਲੀਗਲ ਇਸ਼ੂ ਹੈਗਾ, ਤੁਹਾਡੇ ਸੀ ਬੈਸਟ ਲੋਅਰ ਲੱਭਦੇ ਆ। ਸੋ ਉਹਦੇ ਹਿਸਾਬ ਨਾਲ ਤੁਸੀਂ ਸਾਡੀ ਇੰਡਸਟਰੀ ਹੈਗਾ ਵੀ ਤੁਸੀਂ ਦੇਖੋ ਜਿੱਦਾਂ ਉਹ ਬਾਕੀ ਇੰਡਸਟਰੀ ਪ੍ਰੋਫੈਸ਼ਨਲ ਪ੍ਰੈਕਟਿਸ ਕਰਦੇ ਆ, ਸਾਡਾ ਗੋਲ, ਮੇਰਾ ਪਰਸਨਲ ਗੋਲ ਇਹ ਹੈ ਕਿ ਉਸ ਹਿਸਾਬ ਨਾਲ ਉਸ ਲੈਵਲ 'ਤੇ ਜਾ ਕੇ ਤੁਸੀਂ ਆਪਣੀ ਬਿਜ਼ਨਸ ਪ੍ਰੈਕਟਿਸ ਕਰੋ, ਜਿਹਦੇ ਨਾਲ ਅਗਲਾ ਤੁਹਾਨੂੰ ਵੀ ਅਕਨੌਲੇਜ ਵੀ ਕਰਦਾ, ਹਾਂ ਵੀ ਮੈਂ ਅਪਰੀਸ਼ੀਏਟ ਵੀ ਕਰਦਾ ਵੀ ਜਿਹੜੀ ਤੁਸੀਂ ਸਰਵਿਸ ਵੀ ਦਿੰਦੇ ਹੈਗੇ। ਬਸ ਹੁਣ ਦੀ ਤੇਜ਼ ਮਾਰਕੀਟ ਦੀ ਹੁਣ ਗੱਲ ਕਰੀਏ, ਰੀਅਲਟਰ ਕਹਿੰਦਾ ਹੈ ਬਸ ਵੇ ਆਹ ਕਰ ਲੈ ਤੇ ਇਹਨੂੰ ਇੰਨਾ ਕੁ ਕਰ ਲੈ ਤੇ ਆਪਾਂ ਫਲਿੱਪ ਕਰ ਦੇਣਾ, ਅਗਲੀ ਵੀ ਸੈੱਟ ਕਰ ਲਈ ਜਿਹੜੀ 6 ਮਹੀਨੇ ਨੂੰ ਤੂੰ ਰੈਨੋਵੇਟ ਕਰਕੇ ਕਰਨੀ ਹੈ, ਫਿਰ ਫਲਿੱਪ ਕਰਨਾ। ਇਸ ਗਰਮ ਮਾਰਕੀਟ 'ਚ ਹੁਣ ਗੱਲ ਕੀ ਬਾਹਰ ਚੱਲ ਰਹੀ ਹੈ, ਮਲਟੀਪਲ ਆਫਰਸ, ਇੱਕੋ ਦਿਨ ਅਸੀਂ ਆਫਰਾਂ ਖੋਲ੍ਹਣੀਆਂ ਨੇ, ਜਿਹੜੀ ਹਾਈਐਸਟ ਬਿਡਰ ਹੋ ਉਹਨੂੰ ਦੇ ਦੇਣਾ। ਨੌਨ ਸਬਜੈਕਟ ਆਫਰ ਤਾਂ ਅਸੀਂ ਲੈਣੀ ਹੋਈ ਨਹੀਂ। ਇੱਕ ਆ ਬਾਹਰ ਬੜੀ ਗੱਲ ਚੱਲੀ, ਵਿਦਾਊਟ ਫੀਜ਼ੇਬਲ, ਵਿਦਾਊਟ ਸਬਜੈਕਟ ਆਫਰ ਮੈਂ ਬਾਉਂਡ ਹੋ ਗਿਆ ਤੇ ਮੈਨੂੰ ਨੌਨ ਸਬਜੈਕਟ ਆਫਰ ਦੇਤੀ, ਮੈਨੂੰ ਕੱਲ੍ਹ ਨੂੰ ਬੈਂਕ ਨੇ ਇੱਕ ਅੱਜ ਮੇਰੀ ਅਪਰੂਵ ਕੀਤੀ, ਕੱਲ੍ਹ ਨੂੰ ਮੇਰੀ ਡਿਸਅਪਰੂਵ ਕਰਤੀ, ਮੈਂ ਕਿੱਥੇ ਫਸੂੰਗਾ ਜਾ ਕੇ? ਇਹ ਗਰਮ ਮਾਰਕੀਟ ਦੇ ਵਿੱਚ ਜਿਹੜਾ ਹੈ, ਜਿਹੜੀ ਵਿਡਿੰਗ ਵਾਰ ਹੈ, ਇਹਨੂੰ ਸਮਝਾਓ ਜੀ, ਇਹ ਕੀ ਹੈ? ਪਹਿਲੀ ਤਾਂ ਹੈਗਾ ਜਿੱਦਾਂ ਵੀ ਹੁਣ ਦੇਖ ਲਓ ਪਈ ਇੰਨਾ ਚਿਰ ਹੋ ਗਿਆ ਮੈਨੂੰ ਮਾਰਕੀਟ 'ਚ ਕੰਮ ਕਰਦੇ ਨੂੰ, ਅਸੀਂ ਅਪਸ ਐਂਡ ਡਾਊਨਸ ਦੇਖੇ ਹੈਗੇ ਆ। ਯੈਸ। ਪਰ ਪਹਿਲੀ ਵਾਰੀ ਇਹ ਮਾਰਕੀਟ ਜਿਹੜੀ ਦੇਖ ਲਿਆ ਜਿੱਥੇ ਸਾਨੂੰ ਆਪ ਜਿਹੜੇ ਐਕਸਪੀਰੀਅੰਸ ਰਹੇ, ਸਾਨੂੰ ਵੀ ਆਪ ਡਰ ਲੱਗਦਾ। ਕਿਉਂ? ਤੁਸੀਂ ਹੁਣ ਜਿਹੜੇ ਆਪਣੇ ਕਲਾਇੰਟ ਸਾਡੇ ਹੈਗੇ ਆ, ਉਹਨਾਂ ਦੀ ਤੁਸੀਂ ਬਿਗੇਸਟ ਐਸੈਟ ਲਈ ਉਹਨਾਂ ਨੇ ਹੈਂਡਲ ਕਰ ਰਹੇ ਹੈਗੇ ਆ, ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ। ਉਹਨਾਂ ਦੀ ਫੈਮਿਲੀ ਉੱਥੇ ਰਹਿ ਰਹੇ ਹੈਗੇ ਆ, ਫੈਮਿਲੀ ਨੇ ਇੱਕ ਘਰ ਕੱਢ ਕੇ ਦੂਸਰੇ ਘਰ 'ਚ ਉਹਨੂੰ ਲੈ ਕੇ ਜਾਣਾ। ਕੋਸ਼ਿਸ਼ ਇਹੀ ਹੈ ਕਿ ਤੁਸੀਂ ਆਪਣੇ ਲੋ ਬੈਸਟ ਤੋਂ ਬੈਸਟ ਅਗਲੇ ਨੂੰ ਐਡਵਾਈਸ ਦੇਵੋ। ਪਰ ਜਿਹੜਾ ਹੁਣ ਆਹ ਚੀਜ਼ਾਂ ਜਿੱਦਾਂ ਪੇ ਹੋ ਰਹੀਆਂ ਹੈਗੀਆਂ ਪੇ, ਹਾਂ ਪਈ ਸਾਨੂੰ ਨਾਨ ਸਬਜੈਕਟ ਆਫਰ ਦੇਵੋ, ਸੇਮ ਟਾਈਮ 'ਤੇ ਆਫਰ ਦੇਖਦੇ ਹੈਗੇ ਆ, ਇਹ ਹੈਗਾ ਪੇ ਡਿਊ ਟੂ ਦ ਸਾਈਨ ਆਫ ਟਾਈਮਸ। ਕਿਉਂ? ਸਾਡੇ ਕੋਲ ਜਿਹੜੇ ਹੁਣ ਪੀਰੀਅਡ ਅਸੀਂ ਲੰਘ ਕੇ ਗਏ ਆ, ਸਾਡੇ ਕੋਲ ਨਫ ਇਨਵੈਂਟੋਰੀ ਨਹੀਂ ਸੀ। ਕਿਉਂ? ਜਿਹੜੀ ਇਨਵੈਂਟੋਰੀ ਸਾਡੇ ਡਰਾਈ ਅਪ ਹੋ ਗਈ ਡਿਊ ਟੂ ਕੋਵਿਡ, ਕਿਉਂਕਿ ਬਹੁਤ ਲੋਕ ਡਰਦੇ ਸੀ ਵੀ ਅਸੀਂ ਨਹੀਂ ਆਪਣੀ ਮਾਰਕੀਟ 'ਤੇ ਲਾਉਣੀ ਆ। ਦੂਸਰਾ ਹੋ ਗਿਆ ਪੇ ਜਿੱਦਾਂ ਹੁਣ ਤੁਸੀਂ ਇਹ ਦੇਖੋ, ਇਹ ਨਾ ਕਹੋ ਪੇ ਹਾਂ ਪਈ ਇਹ ਰੀਅਲਟਰ ਇੱਦਾਂ ਕਰ ਰਿਹਾ ਜ਼ਿਆਦਾ, ਪਰ ਜਿਹੜਾ ਤੁਸੀਂ ਹੁਣ ਇਹ ਸੋਚੋ ਵੀ ਜਿਹੜਾ ਅੱਜ ਮਾਲਕ ਨੇ ਘਰ ਸੇਲ 'ਤੇ ਲਾਇਆ, ਅੱਜ ਉਹ ਹੈਗਾ ਸੈਲਰ, ਕੱਲ੍ਹ ਨੂੰ ਉਹਨੇ ਬਣਨਾ ਹੈਗਾ ਬਾਇਰ। ਉਹ ਮਾਲਕ ਵੀ ਚਾਹੁੰਦਾ ਵੀ ਮੈਨੂੰ ਬੈਸਟ ਤੋਂ ਬੈਸਟ ਪ੍ਰਾਈਸ ਮਿਲੇ। ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਇਹ ਵੇਚ ਕੇ ਮੋਰੇ ਕੁਛ ਲੈਣਾ ਹੈਗਾ। ਪਰ ਜੇ ਤੁਸੀਂ ਜਿਹੜਾ ਰੀਅਲਟਰ ਤੁਹਾਨੂੰ ਕਹਿ ਰਿਹਾ ਹੈਗਾ ਆ
ਵੀ ਤੁਸੀਂ ਨੋ ਸਬਜੈਕਟ ਆਫਰ ਸਾਨੂੰ ਦੇਵੋ, ਉਹ ਤੁਹਾਨੂੰ ਆਪ ਸੋਚਣਾ ਪੈਂਦਾ ਹੈਗਾ ਵੀ ਜੇ ਅਸੀਂ ਨਾਨ ਸਬਜੈਕਟ ਆਫਰ ਦੇ ਰਹੇ ਹਾਂ ਵੀ ਸਾਨੂੰ ਫਾਈਨੈਂਸਿੰਗ ਸਾਡੀ ਕੁਛ ਆਲਰੇਡੀ ਪ੍ਰੀ ਅਪਰੂਵ ਹੈਗੀ ਜਾਂ ਨਹੀਂ। ਤੋ ਜਿੱਦਾਂ ਤੋਂ ਆਪਾਂ ਪਹਿਲਾਂ ਗੱਲ ਕੀਤੀ, ਪਹਿਲਾ ਸਟੈਪ ਤੁਹਾਡਾ ਹੈਗਾ ਆ ਵੀ ਤੁਸੀਂ ਮੋਰਗੇਜ ਬ੍ਰੋਕਰ ਨਾਲ ਜਾਂ ਆਪਣੇ ਬੈਂਕ ਦੇ ਨਾਲ ਗੱਲ ਕਰਕੇ ਦੇਖੋ ਵੀ ਸਾਡੀ ਅਫੋਰਡੇਬਿਲਿਟੀ ਕੀ ਹੈਗੀ ਆ, ਕਿੰਨੀ ਅਸੀਂ ਪ੍ਰਾਈਸ ਕਿੱਥੇ ਤਾਂ ਅਸੀਂ ਅਫੋਰਡ ਕਰ ਸਕਦੇ ਹਾਂ। ਦੂਸਰਾ ਹੈਗਾ ਵੀ ਜਦੋਂ ਤੁਸੀਂ ਘਰ ਉਹ ਚੈੱਕ ਕਰਦੇ ਹੈਗੇ ਆ, ਬਿਲਡਿੰਗ ਇੰਸਪੈਕਸ਼ਨ ਕਰਾਵੋ। ਉਹ ਤੁਸੀਂ ਪਹਿਲਾਂ ਸਬਜ ਆਫਰ ਤੋਂ ਦੇਣ ਤੋਂ ਪਹਿਲਾਂ ਬਿਲਡਿੰਗ ਇੰਸਪੈਕਸ਼ਨ ਕਰਾ ਸਕਦੇ, ਆਪਣੇ ਆਪ ਨੂੰ ਸੈਟਿਸਫਾਈਡ ਹੈਗੇ ਆ। ਪਰ ਮੋਸਟ ਇੰਪੋਰਟੈਂਟ ਠੀਕ ਹੈ ਵੀ ਮੇਕ ਸ਼ੋਰ ਵੀ ਜੇ ਤੁਸੀਂ ਨਾਨ ਸਬਜੈਕਟ ਲਿਖਦੇ ਹੈਗੇ ਆ, ਤੁਸੀਂ ਆਪ ਆਪਣੇ ਨੂੰ ਤਸੱਲੀ ਕਰੋ ਵੀ ਮੈਨੂੰ ਮੋਰਗੇਜ ਮੇਰੀ ਅਪਰੂਵਲ ਉੱਥੇ ਤਾਂ ਹੈਗੀ, ਮੈਂ ਲੈ ਸਕਦਾ ਹੈਗਾ। ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ ਇਹ ਨਾ ਕਹੋ ਵੀ ਕੱਲ੍ਹ ਨੂੰ ਤੁਹਾਨੂੰ ਮੋਰਗੇਜ ਨਹੀਂ ਮਿਲੀ ਤਾਂ ਤੁਹਾਡਾ ਡਿਪੋਜ਼ਿਟ ਵੀ ਜਾਂਦਾ। ਗੱਲਬਾਤ ਖਾਸ ਚੱਲ ਰਹੀ ਹੈ ਜੀ ਰੀਅਲਟਰ ਤੇ ਕਸਟਮਰ ਦੇ ਬਾਰੇ। ਮੈਂ ਕਸਟਮਰ ਵਾਲੇ ਪਾਸੇ ਨੂੰ ਆਉਣਾ, ਪਹਿਲਾਂ ਇੱਕ ਰੀਅਲਟਰ ਦਾ ਖਾਸ ਸਵਾਲ ਬਾਦ ਸਾਹਿਬ ਤੋਂ ਪੁੱਛ ਲਵਾਂ। ਬਾਦ ਸਾਹਿਬ ਇੱਕ ਦੱਸਿਓ ਜੀ ਮੈਨੂੰ, ਜਿਹੜੀ ਵਾਰ ਚੱਲ ਰਹੀ ਹੈ, 10 ਲੱਖ ਦਾ ਮੇਰਾ ਘਰ ਆ, ਮਾਰਕੀਟ ਵੈਲਿਊ ਤੁਸੀਂ ਮੈਨੂੰ ਦੱਸਤੀ, ਫਿਰ ਮੈਂ ਤੁਹਾਨੂੰ ਕਹਿਣਾ ਵੀ ਹੁਣ ਤੇਰਾ ਜਲਵਾ ਕੀ ਹੈ, ਉਹ ਕਹਿੰਦਾ ਜਲਵਾ ਕੀ ਦਿਖਾਉਣਾ, ਆਪਾਂ 7 ਲੱਖ ਦਾ ਲਾ ਦਿੰਦੇ ਹਾਂ ਬਸ, ਤੈਨੂੰ ਤੇਰੇ ਮਿਲੀਅਨ ਤੇਰਾ ਠੀਕ ਹੈ, ਨਹੀਂ ਮੈਨੂੰ 50 ਦੇ ਦੇ। ਉਹ ਕਹਿੰਦਾ ਮਿਲੀਅਨ 50,000 ਤੇਰਾ ਠੀਕ ਹੈ, ਉੱਪਰ ਕਹਿੰਦਾ ਤੇਰਾ। ਫਿਰ ਉਹ ਵਾਰ ਸ਼ੁਰੂ ਹੁੰਦੀ ਹੈ, 50 ਬੰਦੇ ਆਉਣਗੇ, ਇੱਕ ਦਿਨ ਖੁੱਲੂਗੀ। ਜਾਂ ਚੀਜ਼ ਇਹ $1 ਮਿਲੀਅਨ ਦੀ ਆ, ਉਹਨੂੰ 7.5 ਲੱਖ ਦੀ ਕਿਉਂ ਲਾਉਂਦੇ ਨੇ ਜੀ? ਇਹਦੇ ਤੇ ਕੋਡ ਆਫ ਕੰਡਕਟ ਕੋਈ ਨਹੀਂ ਹੈ। ਅਨਫੋਰਚੂਨੇਟਲੀ ਇਹਦੇ ਵਿੱਚ ਅਸੀਂ ਕੁਛ ਤਾਂ ਕਾਉਂਸਲ ਨਹੀਂ ਕੁਛ ਕਰ ਸਕਦਾ, ਕਿਉਂਕਿ ਆਪਣੇ ਓਨਰ ਦੀ ਮਰਜ਼ੀ ਹੈਗੀ ਆ, ਰੀਅਲ estate ਏਜੰਟ ਦੀ ਪਈ ਹੈ। ਜਿੱਦਾਂ ਹੁਣ ਤੁਸੀਂ ਓਵਰ ਪ੍ਰਾਈਸ ਵੀ ਲਾਉਂਦੇ ਹੋ ਨਾ ਲਿਸਟਿੰਗ, ਇਹਦੇ ਵਿੱਚ ਬਹੁਤਾ ਇਹ ਡਿਕਟੇਟ ਨਹੀਂ ਕਰ ਸਕਦੇ। ਪਰ ਜੇ ਪ੍ਰੋਫੈਸ਼ਨਲ ਲੈਵਲ ਤੇ ਦੇਖੋ, ਐਜ਼ ਅ ਰੀਅਲ estate ਏਜੰਟ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਆ ਵੀ ਜੇ ਇਸ ਪ੍ਰਾਪਰਟੀ ਦੀ ਵੈਲਿਊ $1 ਮਿਲੀਅਨ ਹੈਗੀ ਆ, ਵੀ ਮੈਂ 800 ਦੀ ਕਾਹਤੇ ਲਾ ਰਿਹਾ, ਉਹਦੇ 'ਚ ਇੱਦਾਂ ਵੀ ਥੋੜ੍ਹੀ ਮਿਸ ਇਨਫੋਰਮੇਸ਼ਨ ਭੇਜ ਰਿਹਾ ਬਾਇਰ ਨੂੰ। ਹੁਣ ਜਿਹੜੇ ਵਿਚਾਰੇ 8-9 ਲੱਖ ਦੇ ਵਾਲੀ ਰੇਂਜ 'ਚ ਦੇਖਦੇ ਆ, ਉਹਨਾਂ ਨੇ ਆ ਕੇ ਦੇਖਣਾ ਕਿਹੜਾ ਸਾਡੀ ਪ੍ਰਾਈਸ ਰੇਂਜ 'ਚ ਆ, ਉਹਨਾਂ ਨੇ ਆਪਣਾ ਟਾਈਮ ਵੇਸਟ ਕਰਨਾ ਆ। ਤਾਂ ਉਹਨਾਂ ਨੇ ਜਾ ਕੇ ਜੋ ਦੇਖਣਾ, ਤਾਂ ਫਿਰ ਇਹੋ ਹੀ ਆ ਵੀ ਅਸੀਂ ਐਸਰ ਵੀਕ ਬਾਅਦ ਅਸੀਂ ਆਫਰਾਂ ਦੇਖਣੀਆਂ, 10-15-20 ਆਫਰਾਂ ਆ ਜਾਣ। ਸੋ ਇਹ ਕਰਕੇ ਜਿਹੜਾ ਰੀਅਲਟਰ ਨੂੰ ਵੀ ਅਸੀਂ ਮੇਰੀ ਰਿਕੁਐਸਟ ਹੈਗੀ ਆ, ਜਿਹੜੇ ਨੂੰ ਹੁਣ ਹਰੇਕ ਨਾਲ ਗੱਲ ਕਰਦਾ। ਹੁਣ ਐਗਜ਼ਾਮਪਲ ਤੁਹਾਨੂੰ ਦੱਸਦਾ, ਇੱਥੇ ਰਿਚਮੰਡ 'ਚ ਘਰ ਲੱਗਾ ਸੀ $2 ਮਿਲੀਅਨ ਦਾ। ਹੁਣ ਮੇਰੇ ਕਲਾਇੰਟ ਨੇ ਮੈਨੂੰ ਫੋਨ ਆਇਆ, ਗੁਰਦਾਸ ਭਾਜੀ ਆ ਇੰਨੇ ਦਾ ਘਰ ਆ, ਸਾਨੂੰ ਲੈ ਦਿਓ। ਮੈਂ ਕਿਹਾ ਇਹ ਘਰ 25 ਦਾ ਵਿਕਣਾ ਆ, ਘੱਟ ਤੋਂ ਘੱਟ। ਹੁਣ ਉਹ 25 ਦਾ ਵਿਕਿਆ, ਦੱਸਤਾ ਪਹਿਲਾਂ, ਰਾਈਟ। ਹੁਣ ਪੇ ਮੈਂ ਕਿਹਾ ਜੇ ਤੁਸੀਂ ਸਾਡਾ ਬਜਟ $2 ਮਿਲੀਅਨ ਤਾਂ ਹੀ ਆ ਪੇ ਆਪਾਂ ਟਾਈਮ ਨਾ ਵੇਸਟ ਕਰੋ ਪੇ, ਇੱਦਾਂ ਹੈਗਾ। ਪਰ ਹੁਣ ਅਸੀਂ ਉਹ ਫਿਰ ਜੇ ਮੇਰੀ ਐਡਵਾਈਸ ਨਾ ਲੈਣ, ਉਹਨੇ ਜਾ ਕੇ ਸਿੱਧਾ ਉਹ ਕਿਸੇ ਹੋਰ ਰੀਅਲਟਰ ਨੂੰ ਕਹਿ ਦੇਣਾ ਦੇਖੋ। ਪਰ ਜਿਹੜੇ ਇਹਦੇ ਵਿੱਚ ਹੈਗਾ, ਇਹ ਜਿਹੜਾ ਬਿਗੇਸਟ ਪ੍ਰੋਬਲਮ ਅਸੀਂ ਹੁਣ ਆ ਦੇਖਿਆ ਪਿਛਲੇ 5-10 ਸਾਲਾਂ ਤੋਂ ਜਿਹੜੀ ਆ ਰਹੀ ਹੈ ਨਾ, ਜਿਹੜੀ ਅੰਡਰ ਲਿਸਟ ਕਰਦੇ ਆ, ਫਿਰ ਐਡਵਰਟਾਈਜ਼ ਕਰਦੇ ਸੀ ਓਵਰ ਸੋਲਡ ਓਵਰ ਆਸਕਿੰਗ। ਪਰ ਉਹ ਜੇ ਤੁਸੀਂ ਸੋਚੋ, ਜੇ ਉਹਦੀ ਵੈਲਿਊ ਪਹਿਲਾਂ ਹੀ $1 ਮਿਲੀਅਨ ਹੈਗੀ ਆ, ਤੁਸੀਂ $1.50 ਮਿਲੀਅਨ ਦਾ ਲਾ ਦਿਓ। ਜਿਹੜੇ ਤੁਹਾਡੇ ਕੋਲ ਉਹੀ ਸੀਰੀਅਸ ਬਾਇਰ ਉਸ ਪ੍ਰਾਈਸ ਰੇਂਜ 'ਚ ਹੈਗੇ, ਉਹ ਆ ਕੇ ਦੇਖੂਗੇ, ਤੁਸੀਂ ਪ੍ਰੋਪਰਲੀ ਨੈਗੋਸ਼ੀਏਟ ਕਰ ਸਕਦੇ ਆ। ਦੂਸਰਾ ਜਿਹੜਾ ਹੁਣ ਆਹ ਸੈਲਰਸ ਵੀ ਕਈ ਵਾਰੀ ਹੈਗੇ ਆ, ਅੱਜ ਉਹ ਸੈਲਰ ਵਾ, ਕੱਲ੍ਹ ਉਹਨੇ ਵੀ ਬਾਇਰ ਬਣਨਾ। ਉਹਨਾਂ ਨੂੰ ਵੀ ਇਹ ਵਾਚ ਕਰਨਾ ਪੈਣਾ ਅਸੀਂ ਕਿਹੜੀ ਮਾਰਕੀਟ 'ਚ ਐਂਟਰ ਹੋ ਰਹੇ ਹਾਂ, ਕੀ ਲੈਣਾ। ਵੇਚਣ ਤੋਂ ਪਹਿਲਾਂ ਤੁਸੀਂ ਇਹ ਸੋਚੋ, ਰੀਅਲਟਰ ਦੀ ਜਾਂ ਹੋਰ ਕਿਸੇ ਦੀ ਹਾਈਪ ਦੇ ਥੱਲੇ ਨਾ ਆਵੋ। ਦੇਖੋ ਵੀ ਹਾਂ ਜੇ ਅੱਜ ਮੈਂ ਆਹ ਘਰ ਵੇਚ ਰਿਹਾ, ਮੋਹਰੇ ਸਾਡੇ ਲੈਣ ਲਈ 2-4-5 ਘਰ ਹੈਗੇ ਆ, ਜੇ ਨਹੀਂ ਹੈਗੇ ਫਿਰ ਆਪਣਾ ਨਾ ਵੇਚੋ। ਸਸਤਾ ਕਿਵੇਂ ਮਿਲੂ? ਉਹ ਵੀ ਮਾਰਕੀਟ ਦੇ ਵਿੱਚ, ਉਹ ਹੋਰ ਨਹੀਂ ਕੋਈ ਸਸਤਾ ਲੈ ਲੂ। ਆਹੀ ਤਾਂ ਮੈਨੂੰ ਹੁਣ ਵੀਕਐਂਡ ਤੇ ਮੈਨੂੰ ਫੋਨ ਇਦਾਂ ਆਇਆ ਹੈਗਾ, ਇੱਕ ਜੈਂਟਲਮੈਨ ਦਾ ਭਾਈ ਸਾਹਿਬ ਦਾ ਆਇਆ ਫੋਨ, ਪੇ ਇੱਦਾਂ ਕਰ ਮੈਂ ਆਪਣਾ ਘਰ ਵੇਚਦਾ, ਮੈਨੂੰ ਇਸ ਰੇਂਜ 'ਚ ਲੈ ਦਿਓ। ਉਹ ਜਿਹੜੇ ਜਿਸ ਰੇਂਜ 'ਚ ਉਹਨੇ ਵੇਚਿਆ, ਉਹ ਤੋਂ ਕਹਿੰਦੇ 2.5 ਲੱਖ ਦਾ ਕੋਈ ਮੈਨੂੰ ਹੋਰ ਦਾ ਸਸਤਾ ਦਵਾ ਦਿਓ। ਮੈਂ ਕਿਹਾ ਭਾਈ ਸਾਹਿਬ ਜਿਹਨੇ ਤੁਹਾਡਾ ਲਿਆ, ਉਹਨਾਂ ਨੂੰ ਪਤਾ 2.5 ਲੱਖ ਸਸਤਾ ਮਿਲਦਾ। ਸੋ ਇਸੇ ਕਰਕੇ ਇਦਾਂ ਕਈ ਵਾਰੀ ਜਿਹੜੇ ਏਜੰਟ ਵੀ ਹੈਗੇ, ਮੈਂ ਨਹੀਂ ਕਹਿੰਦਾ ਪਈ ਹਾਂ, ਕਈ ਵਾਰੀ ਇਹ ਵੀ ਨਹੀਂ ਪ੍ਰੋਪਰ ਜੇ ਅਗਲੇ ਦੱਸੋ ਵੀ ਜੇ ਤੁਸੀਂ ਹੁਣ ਵੇਚਣ 'ਚ ਤੁਹਾਨੂੰ ਫਾਇਦਾ ਜਾਂ ਨੁਕਸਾਨ ਆ। ਕਿਉਂ ਜੇ ਕਿਸੇ ਦਾ ਪਰਿਵਾਰ ਐਵੇਂ ਤੁਸੀਂ ਇੱਥੋਂ ਇੱਕ ਘਰ ਚੱਕ ਕੇ ਉਹਨੂੰ ਮੋਹਰੇ ਕहीं ਨਹੀਂ ਮਿਲਿਆ, ਫਿਰ ਅਗਲਾ ਫਸ ਗਿਆ, ਫਿਰ ਅਗਲੇ ਵਿਚਾਰੇ ਨੂੰ ਲੈਣਾ ਪੈਣਾ ਹੈ। ਜਾਂ ਤੁਸੀਂ ਚਲਾਬਾਗ ਚੱਲ ਜਾਓ, ਜਾਂ ਐਬਸਪੋਰਟ ਚੱਲ ਜਾਓ, ਜਾਂ ਉੱਧਰ ਹੋਰ ਕਿਤੇ ਬਾਹਰ ਚੱਲ ਜਾਓ। ਇਹ ਸਾਡੇ ਇੱਥੇ ਹੁੰਦੇ ਹੈਗੇ। ਹੁਣ ਕਈ ਵਾਰ ਮੈਂ ਅਗਲੇ ਨੂੰ ਪ੍ਰਾਈਸ ਦਿੱਤੀ ਆ, ਉਹ ਮੇਰੇ ਨੂੰ ਲਿਸਟਿੰਗ ਦੇਣ ਦੀ ਬਜਾਏ ਉਹ ਕਿਸੇ ਹੋਰ ਨੂੰ ਦੇਂਦੇ ਆ। ਜਿਸਲੇ ਚੀਜ਼ ਬੈਗੇ ਹੈਗੇ, ਫਿਰ ਮੈਨੂੰ ਮੁੜ ਕੇ ਫੋਨ ਆ ਜਾਂਦਾ, ਭਾਜੀ ਮੈਨੂੰ ਮੋਹਰੇ ਕੇ ਲੈ ਦਿਓ। ਫਿਰ ਜਿਸਲੇ ਦੇਖਦੇ ਆ ਵੀ ਮੋਹਰੇ ਸਾਨੂੰ ਇਹ ਨਹੀਂ ਮਿਲ ਰਿਹਾ, ਉਹ ਜਿਹੜੇ ਲਿਸਟਿੰਗ ਏਜੰਟ ਨੇ ਘਰ ਸੇਲ ਤੇ ਲਾ ਕੇ ਉਹ ਗਾਹਾਂ ਚਲੇ ਗਏ, ਉਹਨਾਂ ਨੇ ਆਪਣਾ ਕਮਿਸ਼ਨ ਲੈ ਲਿਆ। ਉਹ ਕਾਹਤੇ ਐਵੇਂ ਖੱਜੋ ਖੁਆਰ ਹੋਣ ਪਏ ਮਹੀਨਾ ਸਰੀ 'ਚ ਇੱਕ ਭਾਈ ਸਾਹਿਬ ਨੇ, ਮੀਡੀਆ ਵਾਲੇ ਨੇ ਵੇਚਤਾ ਇੱਕ, ਜਦ ਹੁਣ ਵਿਕੇ ਨਾ, ਉਹਨੇ ਦਾ ਮਿਲੇ ਨਾ, ਕਹਿੰਦਾ ਐਂ ਕਰੋ ਚਿਲਾਵੈਕ ਲੈ ਦਿੰਦੇ ਤੁਹਾਨੂੰ। ਉਹ ਕਹਿੰਦਾ ਚਿਲਾਵੈਕ ਤਾਂ ਦੂਰ ਆ, ਉਹ ਕਹਿੰਦਾ ਗੱਡੀ 'ਚ ਬਹਿਣਾ, ਮੈਂ ਵੀ ਆਉਣਾ ਹੀ ਆ ਫਰੇਜ਼ਰ ਵੈਲੀ ਤੋਂ, ਤੁਸੀਂ ਪਰਲੇ ਪਾਸਿਓਂ ਬਹਿ ਜਾਣਾ, ਗੁਰਦੁਆਰਾ ਆਪਾਂ ਬਣਾ ਰਹੇ ਹਾਂ ਉੱਥੇ। ਦੇਖੋ ਆਹ ਚੀਜ਼ਾਂ ਜਦ ਕਮਿਊਨਿਟੀ 'ਚ ਚੱਲਣਗੀਆਂ ਭਾਜੀ, ਐਥਿਕਸ ਕਿੱਥੇ ਰਹਿਣਗੇ, ਪ੍ਰੋਫੈਸ਼ਨਲਿਜ਼ਮ ਕਿਵੇਂ ਰਹੂਗਾ। ਅੱਛਾ ਹੁਣ ਮੈਂ ਕਸਟਮਰ ਦੀ ਵੀ ਗੱਲ ਕਰਾਂ, ਰੀਅਲਟਰ ਦੀ ਤਾਂ ਤੁਹਾਡੀ ਤਾਂ ਮੈਂ ਕਰਤੀ। ਸਾਡੇ ਕੀ ਗੁਣ ਚਾਹੀਦੇ ਨੇ? ਮੈਂ ਬਾਇਰ ਹਾਂ, ਮੈਂ ਸੈਲਰ ਹਾਂ, ਮੇਰਾ ਕੀ ਗੁਣ ਚਾਹੀਦਾ? ਮੈਂ ਇੱਕ ਰੀਅਲਟਰ ਦੇ ਰਾਹੀਂ ਲੱਗਿਆ ਘਰ 10 ਰਾਹੀਂ ਮੈਂ ਦੇਖ ਰਿਹਾ, ਲੈ ਰਿਹਾ ਮੈਂ 11ਵੇਂ ਰਾਹੀਂ।
ਜਾਂ ਅਖੀਰ 'ਚ ਜਦ ਮੈਨੂੰ ਘਾਟਾ ਪੈ ਗਿਆ ਤੇ ਇੱਕ ਬੰਦਾ ਮੇਰੇ ਲਈ 6 ਮਹੀਨੇ ਕੰਮ ਕਰ ਰਿਹਾ, ਉਹਨੂੰ ਕਹਿੰਦਾ ਵੀ ਤੇਰਾ 30,000 ਬਣਦਾ, 15 ਤੇਰਾ 15 ਮੇਰਾ, ਜਾਂ ਕਿੱਕ ਬੈਕ। ਇਹ ਕਸਟਮਰ ਦਾ ਕੀ ਹੈ ਜੀ ਅਖੀਰ 'ਚ? ਇਹ ਦੱਸੋ। ਇਹ ਕਸਟਮਰ ਨੂੰ ਵੀ ਆਪ ਇਹਨਾਂ ਨੂੰ ਵੀ ਆਪ ਦੇਖਣਾ ਚਾਹੀਦਾ ਵੀ ਓਨੈਸਟੀ, ਜਿਸ ਬੰਦੇ ਦੇ ਤੁਸੀਂ ਅਗਲੇ ਦਾ ਟਾਈਮ ਸਪੈਂਡ ਕਰਦੇ ਆ ਉਹ ਵੀ ਫੈਮਿਲੀ ਪਰਸਨ ਆ। ਹਾਂ, ਅਗਲੇ ਨੇ ਵੀ ਆਪਣੇ ਟੱਬਰ ਨੂੰ ਪਾਲਣਾ, ਅਗਲਾ ਵੀ ਆਪਣਾ ਟਾਈਮ ਕੱਢ ਕੇ ਮੈਂ ਜਿਹੜੇ ਆਹ ਚੀਜ਼ ਦੇਖੀ ਹੈ ਕਿ ਮੈਂ ਪਹਿਲੀ ਚੀਜ਼ ਆਪਣੇ ਨਾਲ ਪੁੱਛਦਾ ਹੈਗਾ ਵੀ ਤੁਸੀਂ ਕਿਸੇ ਹੋਰ ਰੀਅਲਟਰ ਨਾਲ ਕੰਮ ਕਰ ਰਹੇ ਆ, ਜੇ ਇਹਦੇ ਨਾਲ ਤੁਸੀਂ ਕੰਮ ਕਰ ਰਹੇ ਉਹਦੇ ਨਾਲ ਤੁਸੀਂ ਸਟਿਕ ਕਰੋ, ਪਰ ਉਹਦੇ ਤੋਂ ਤੁਸੀਂ ਐਕਸਪੈਕਟੇਸ਼ਨ ਵੀ ਇਹ ਹੋਵੇ ਉਹ ਤੁਹਾਨੂੰ ਪੂਰੀ ਸਰਵਿਸ ਵੀ ਪ੍ਰੋਵਾਈਡ ਕਰੇ। ਪਰ ਜਿਹੜੇ ਹੁਣ ਮੈਂ ਦੇਖਿਆ, ਮੈਨੂੰ ਫੋਨ ਆ ਭਾਜੀ ਮੈਂ 50 ਨੂੰ ਦੱਸਿਆ ਜਿਹੜਾ ਪਹਿਲਾਂ ਮੈਨੂੰ ਲੈ ਦੂਗਾ, ਉਹ ਹੋ ਜਾਂਦੀ ਰੈਟ ਰੇਸ। ਰੈਟ ਉਹਦੇ ਇੱਦਾਂ ਹੁੰਦਾ ਵੀ ਅਗਲੇ ਹਰੇਕ ਨੇ ਕਹਿਣਾ ਵੀ ਮੈਂ ਇਹਨੂੰ ਪਹਿਲਾਂ ਲੈ ਦੂੰ, ਨਹੀਂ ਤਾਂ ਕੱਲ੍ਹ ਨੂੰ ਹਰਜੀਤ ਤੋਂ ਲੈ ਲੈਣਾ, ਜੇ ਹਰਜੀਤ ਤੋਂ ਨਾ ਲਿਆ ਕੱਲ੍ਹ ਨੂੰ ਕਿਸੇ ਹੋਰ ਤੋਂ ਲੈ ਲੈਣਾ। ਸੋ ਇਹ ਚੀਜ਼ ਤੋਂ ਬਚੋ। ਜਿਹੜਾ ਕਸਟਮਰ ਨੂੰ ਵੀ ਇਹ ਚਾਹੀਦਾ ਤੁਸੀਂ ਆਪਣੀ ਲੋਇਲਟੀ ਵੀ ਦੱਸੋ, ਤੁਸੀਂ ਅਗਲੇ ਦੇ ਨਾਲ ਰਲ ਕੇ ਕੰਮ ਕਰੋ। ਇਟਸ ਅ ਟੀਮ ਵਰਕ। ਵੀ ਜੇ ਤੁਸੀਂ ਮੈਨੂੰ ਪਤਾ ਜਿਹਨਾਂ ਨਾਲ ਮੈਂ ਕੰਮ ਕਰਦਾ, ਮੈਨੂੰ ਪਤਾ ਉਹਨਾਂ ਨੇ ਮੇਰੇ ਤੋਂ ਅੱਜ ਘਰ ਲੈਣਾ ਜਾਂ 6 ਮਹੀਨੇ ਲੈਣਾ ਮੇਰੇ ਤੋਂ ਹੀ ਆ, ਉਹ ਵੀ ਮੇਰਾ ਵੀ ਫਰਜ਼ ਬਣਦਾ ਵੀ ਅਗਲੇ ਨੂੰ ਗੁੱਡ ਸਰਵਿਸ ਦੇਵੋ, ਟਾਈਮਲੀ ਅਗਲੇ ਨੂੰ ਚੀਜ਼ਾਂ ਦਿਖਾ ਲਓ। ਸੋ ਜੇ ਹੁਣ ਤੁਸੀਂ ਅਗਲੇ ਦੇ ਨਾਲ ਆਪ ਨਹੀਂ ਤੁਸੀਂ ਓਨੈਸਟ ਹੈਗੇ, ਤੁਸੀਂ ਆਪ 10 ਰੀਅਲਟਰ ਨੂੰ ਦੇਖ ਰਹੇ ਹੈਗੇ ਆ, ਤਾਂ ਪਹਿਲਾਂ ਤਾਂ ਰੀਅਲਟਰ ਨੂੰ ਵੀ ਇਹੀ ਚਾਹੀਦਾ ਤੁਸੀਂ ਕੰਮ ਉਹਦੇ ਨਾਲ ਕਰੋ ਜਿਹੜਾ ਤੁਹਾਡੇ ਨੂੰ ਆਪਣੀ ਕਮਿਟਮੈਂਟ ਦਿੰਦਾ। ਜੇ ਮੈਂ ਆਪਣੀ ਕਮਿਟਮੈਂਟ ਤੁਹਾਨੂੰ ਦੇ ਰਿਹਾ, ਉੱਧਰੋਂ ਵੀ ਤੁਹਾਨੂੰ ਵੀ ਕਮਿਟਮੈਂਟ ਚਾਹੀਦੀ ਹੈਗੀ ਆ। ਸੋ ਕਸਟਮਰ ਨੂੰ ਆਪਣੇ ਕਸਟਮਰ ਵੀ ਕਮਿਊਨਿਟੀ ਵੀ ਇਹ ਚਾਹੀਦਾ ਆ ਵੀ ਜਿਹਦੇ ਨਾਲ ਤੁਸੀਂ ਟਾਈਮ ਸਪੈਂਡ ਕਰਦੇ ਆ, ਪਹਿਲਾਂ ਤੁਸੀਂ ਆਹੀ ਆ ਵੀ ਪਹਿਲਾਂ ਤੁਸੀਂ ਅਗਲੇ ਨੂੰ ਕੁਆਲੀਫਾਈ ਕਰੋ ਵੀ ਅਗਲਾ ਕੇਪੇਬਲ ਹੈਗਾ ਮੈਨੂੰ ਸਰਵਿਸ ਦੇਣ ਜੋਗਾ, ਤਾਂ ਜੇ ਹੈਗਾ ਫਿਰ ਇੱਕ ਦੇ ਨਾਲ ਕੰਮ ਕਰੋ। ਕਿਉਂ ਤੁਸੀਂ ਇੱਕ ਤੋਂ ਹੀ ਕਰ ਲੈਣਾ ਆ। ਤੁਹਾਡੇ ਕੋਲ 10 ਡਾਕਟਰ ਨਹੀਂ, ਤੁਹਾਡੇ ਕੋਲ 10 ਵਕੀਲ ਨਹੀਂ, 10 ਮਕੈਨਿਕ ਨਹੀਂ, ਇੱਕੋ ਹੀ ਹੈਗਾ। ਇੱਕ ਦੇ ਨਾਲ ਰੱਖੋ, ਫਿਰ ਉਹ ਲਾਈਫ ਟਾਈਮ ਤੁਹਾਡੀ ਕਮਿਟਮੈਂਟ ਹੋ ਜਾਂਦੀ ਆ, ਜਿਹਦੇ ਨਾਲ ਅਗਲੇ ਨੇ ਵੀ ਤੁਹਾਡੇ ਫਾਇਦੇ ਲਈ ਦੇਖਣਾ। ਹੁਣ ਮੈਂ ਇਹ ਦੇਖਣਾ ਹੈਗਾ ਆ ਵੀ ਜੇ ਹਰਜੀਤ ਉਹਨਾਂ ਨੂੰ ਮੈਂ ਘਰ ਲੈ ਕੇ ਦੇਣਾ, ਇਹਨਾਂ ਦੀ ਫੈਮਿਲੀ ਲਈ ਸੂਟੇਬਲ ਹੈਗਾ, ਅੱਜ ਮੈਂ ਤੁਹਾਨੂੰ ਲੈ ਕੇ ਦਿੱਤਾ, ਇਹੀ ਕੱਲ੍ਹ ਨੂੰ ਮੇਬੀ ਤੁਹਾਡੇ ਲਈ ਮੈਂ ਵੇਚਾਂ, ਫਿਰ ਆ ਕੇ ਮੈਂ 10 ਨੁਕਸ ਕੱਢਣੇ ਆ, ਆ ਨਹੀਂ। ਪਰ ਜਦੋਂ ਤੁਸੀਂ ਲੈ ਕੇ ਦਿੰਦੇ ਆ ਉਦੋਂ ਤੁਸੀਂ ਉਹਨੇ ਦੱਸਦੇ ਨਹੀਂ ਹੈਗੇ ਈਜ਼ਮੈਂਟ ਆ ਜਾਂ ਰਾਈਟ ਵੇ ਆ ਜਾਂ ਹਾਊਸ ਸਾਈਜ਼ ਰਿਸਟ੍ਰਿਕਸ਼ਨ ਜਿਹੜੇ ਹੈਗੇ ਆ। ਇੱਕ ਜਿਹੜਾ ਤੁਸੀਂ ਜਦ ਨਵਾਂ ਜਿਵੇਂ ਦਵਾ ਪ੍ਰੋਫੈਸ਼ਨ 'ਚ ਬੰਦੇ ਨੂੰ ਲੈ ਕੇ ਆਉਂਦੇ ਆ, ਮੇਰਾ ਮੰਨ ਲਓ ਮੈਂ 60,000 ਬਾਹਰ ਕਮਾਉਣਾ, ਉਹ ਕਹਿੰਦਾ 3 ਤਾਂ ਵੇਚੇਗਾ ਸਾਲ 'ਚ ਮਿਲੀਅਨ ਦੇ, 25 ਤੀਆ 75, ਬਸ ਕੁਛ ਨਹੀਂ, ਸਵੇਰੇ ਜਿੰਮ ਜਾਣਾ ਹੈ, ਕੱਪੜੇ ਵਧੀਆ ਪਾਉਣੇ ਨੇ, ਗੱਡੀ ਲੀਜ਼ ਤੇ ਲੈਣੀ ਹੈ। ਜਦ ਅਲਿਓਰਿੰਗ ਹੁੰਦੀ ਹੈ ਨਾ ਕਿਸੇ ਵੱਲ ਵੇਖ ਕੇ ਵੀ ਭਾਜੀ ਆਉਂਦੇ ਨੇ ਜੀ ਐਸ ਕਲਾਸ ਹੈ, ਸੂਟ 2000 ਦਾ ਪਾਇਆ ਹੋਇਆ, 2000 ਸਕੁਅਰ ਫੁੱਟ ਆਫਿਸ ਹੈ, ਮੈਂ ਵੇਖ ਲੈਣਾ। ਪਰ ਮੈਂ 35 ਸਾਲ ਦਾ ਤਜਰਬਾ, 35 ਸਾਲ ਦੀ ਮਿਹਨਤ ਬੈਗ ਚੱਕ ਕੇ ਕਦੇ $1000 ਦੀ ਗੱਡੀ 'ਚ ਫਿਰਦੇ, ਉਹ ਮੇਰੇ ਯਾਦ ਨਹੀਂ। ਸੋ ਜਦ ਪ੍ਰੋਫੈਸ਼ਨ 'ਚ ਕਿਤੇ ਜਾਣਾ, ਮੈਂ ਇਹਦੇ ਬਾਰੇ ਵੀ ਅਖੀਰ 'ਚ ਦੱਸ ਕੇ ਜਾਓ ਬਈ ਰੀਅਲਟਰ ਕੌਣ ਬਣਨਾ ਚਾਹੀਦਾ, ਕਿਹਨੂੰ ਬਣਨਾ ਚਾਹੀਦਾ। ਕਮਿਸ਼ਨ ਦੀ ਗੱਲ ਬਾਅਦ ਦੀ ਹੈ। ਇਹ ਤੁਹਾਡੀ ਵੈਰੀ ਵੈਰੀ ਗੁੱਡ ਕੁਐਸਚਨ ਹੈ। ਤੁਸੀਂ ਪਹਿਲਾਂ ਤੁਹਾਡੇ ਮਨ 'ਚ ਆਉਣਾ ਚਾਹੀਦਾ ਵੀ ਮੈਂ ਸਰਵਿਸ ਇੰਡਸਟਰੀ 'ਚ ਐਂਟਰ ਹੋਣਾ। ਇਹ ਸਰਵਿਸ ਇੰਡਸਟਰੀ ਹੈਗੀ ਆ। ਤੁਸੀਂ ਅਗਲਿਆਂ ਦੇ ਬਿਗੇਸਟ ਫਾਈਨੈਂਸ਼ੀਅਲ ਐਸਟ ਦੇਖ ਰਹੇ ਹੈਗੇ ਆ, ਤੁਸੀਂ ਮੈਨੇਜ ਕਰ ਸਕਦੇ ਆ, ਤੁਹਾਡੇ ਕੋਲ ਪ੍ਰਾਈਵੇਸੀ ਆਉਣੀ ਆ, ਤੁਹਾਡੇ ਕੋਲ ਨੌਲੇਜ ਹੈਗੀ ਆ। ਵੀ ਤੁਸੀਂ ਇਹ ਨਾ ਸੋਚੋ ਵੀ ਮੈਂ ਇੰਨੇ ਪੈਸੇ ਬਣਨੇ। ਹੁਣ ਅਸੀਂ ਹੈਗਾ ਆ ਵੀ ਜਿਹੜੇ 80% ਦਾ ਜਿਹੜਾ ਬਿਜ਼ਨਸ ਹੈਗੀ ਆ ਇਸ ਵੇਲੇ ਹੋ ਰਹੀ ਆ, ਉਹ 20% ਦਾ ਰੀਅਲ ਏਸਟੇਟ ਕਰ ਰਹੇ ਆ। 80-20 ਰੂਲ ਜਿਹੜਾ ਸਾਰੇ ਚੱਲਦਾ ਹੈਗਾ। ਹੁਣ ਜਿਹੜੇ ਆਮ ਜਿਹੜੇ ਹੈਗੇ ਆ, ਜਿਹੜੇ ਪਾਰਟ ਟਾਈਮਰਸ ਹੈਗੇ ਆ, ਜਾਂ ਜਿਹੜੇ ਪੂਰਾ ਆਪਣੇ ਆਪ ਨੂੰ ਅਪ ਟੂ ਡੇਟ ਨਹੀਂ ਕਰ ਰਹੇ, ਹੁਣ ਕਈਆਂ ਨੂੰ ਅਨਫੋਰਚੂਨੇਟਲੀ ਹੈਗਾ ਕੰਟਰੈਕਟ ਵੀ ਨਹੀਂ ਲਿਖਣੇ ਆਉਂਦੇ। ਜੇ ਹੁਣ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਕੋਲ ਆਫਰ ਆ ਜਾਂਦੀ ਹੈਗੀ ਆ। ਦੂਸਰਾ ਹੈਗਾ ਜੇ ਤੁਸੀਂ ਬਲਾਈਂਡ ਲੀਡਿੰਗ ਬਲਾਈਂਡ, ਜੇ ਤੁਹਾਨੂੰ ਆਪ ਨਹੀਂ ਨੌਲੇਜ ਹੈਗੀ ਤਾਂ ਤੁਸੀਂ, ਪਰ ਇੱਦਾਂ ਹੁਣ ਆਪਣੇ ਹੈਗਾ ਆਪਣੇ ਇੱਕ ਦੂਜੇ ਨੂੰ ਦੇਖ ਕੇ ਜਿੱਦਾਂ ਉਹਨੇ ਘਰ ਵੱਡਾ ਪਾ ਲਿਆ, ਪਰ ਇਹ ਦੇਖ ਲੈਂਦੇ ਵੀ ਖਰਾ ਜੇ ਰੀਅਲ ਏਸਟੇਟ ਇੰਡਸਟਰੀ ਪੈਸੇ ਬਹੁਤ ਬਣਦੇ ਆ। ਯੈਸ ਬਣਦੇ ਆ ਜੇ ਤੁਸੀਂ ਮਿਹਨਤ ਕਰੋ ਤਾਂ। ਉਹ ਐਨੀ ਬਿਜ਼ਨਸ ਹੈਗੀ ਜਿਹੜੀ ਐਨੀ ਬਿਜ਼ਨਸ, ਤੁਸੀਂ ਮਿਹਨਤ ਕਰੋ, ਤੁਸੀਂ ਟਾਪ ਤੇ ਰਾਈਜ਼ ਆਪੇ ਹੋਣਾ ਹੈਗਾ। ਬਾਕੀ ਜੇ ਹੁਣ ਦੇਖੋ, ਜੇ ਤੁਸੀਂ ਕਸਟਮਰ ਨੂੰ ਆਪਣੇ ਕਲਾਇੰਟ ਨੂੰ ਸਰਵਿਸ ਦਿੰਦੇ ਆ, ਉਹਨਾਂ ਨੇ ਮੁੜ ਕੇ ਤੁਹਾਨੂੰ ਆਪੇ ਗਾਹਾਂ ਹੋਰ ਜਿਹੜੇ ਰਿਸ਼ਤੇਦਾਰਾਂ ਨੇ ਕਿਸੇ ਵੀ ਲੈਣਾ ਤੁਹਾਨੂੰ ਆਪੇ ਰੈਕਮੈਂਡੇਸ਼ਨ ਦੇਣੀ ਹੈਗੀ ਆ। ਸੋ ਇੰਪੋਰਟੈਂਟ ਚੀਜ਼ ਇਹ ਹੈਗਾ ਰੀਅਲਟਰ ਨੂੰ ਵੀ ਤਾਂ ਪਬਲਿਕ ਨੂੰ ਵੀ। ਤੁਸੀਂ ਇਹ ਦੂਸਰੀ ਸਾਈਡ ਦਾ ਵੀ ਦੇਖੋ, ਪੁੱਟ ਯੋਰਸੈਲਫ ਇਨ देयर ਸ਼ੂਜ਼। ਬਿਲਕੁਲ ਵੀ ਉਹ ਜਿਹੜਾ ਦਿਨ ਰਾਤ ਤੁਹਾਡੇ ਲਈ ਮਿਹਨਤ ਕਰ ਰਹੇ ਹੈਗੇ ਆ, ਰਾਈਟ, ਉਹਨਾਂ ਕੋਲ ਕਿੰਨਾ ਕੁ ਟਾਈਮ ਲੱਗਦਾ। ਹੁਣ ਜੇ ਐਵਰੇਜ ਰੀਅਲਟਰ ਦੇਖੋ ਅੱਜ ਕੱਲ੍ਹ ਭਈ ਚੁੱਪਰ ਕੇ ਲਾਇਸੈਂਸ ਲੈ ਕੇ ਹੈਂਗ ਕਰ ਦਿੰਦੇ, ਕੋਈ ਟ੍ਰੇਨਿੰਗ ਨਹੀਂ ਹੈਗੀ। ਜੇ ਹੁਣ ਜਿਸ ਟਾਈਮ 'ਤੇ ਅਸੀਂ ਸ਼ੁਰੂ ਕੀਤਾ, ਜੋ ਹੁਣ ਵੀ ਅਸੀਂ ਕਰਦੇ ਹਾਂ, ਹੁਣ ਵੀ ਸੈਮੀਨਾਰ 'ਤੇ ਜਾਂਦੇ, ਹੁਣ ਵੀ ਕੋਰਸਿਸ ਕਰਦੇ, ਹੁਣ ਵੀ ਰੀਅਲ ਏਸਟੇਟ ਕਾਊਂਸਲ ਦੇ ਦੇਖਦੇ ਪਏ ਕੀ ਅਸੀਂ ਅਪਗ੍ਰੇਡ ਕਰਦੇ, ਜਿਹਦੇ ਨਾਲ ਸਾਨੂੰ 1 ਸਟੈਪ ਹੈਡ ਹੋਈਏ। ਪਰ ਜੇ ਹੁਣ ਬੰਦਾ ਸੋਚਦਾ ਬਖਰਿਆ ਪਏ ਰੀਅਲ ਏਸਟੇਟ 'ਚ ਪੈਸੇ ਹੈਗੇ ਆ, ਪਰ ਉਹ ਆ ਕੇ ਤਾਂ ਹੀ ਹੈਗਾ ਪਹਿਲੇ ਸਾਲ ਦੇ 2 ਸਾਲ ਦੇ ਵਿੱਚ ਨਿਕਲ ਜਾਂਦੇ ਆ। ਪਰ ਆ ਜਿਹੜਾ ਪਾਰਟ ਟਾਈਮ ਕਰ ਦਿੱਤਾ ਨਾ, ਇਹਦੇ ਨਾਲ ਇਦਾਂ ਵੀ ਅਗਲਾ ਦਿਨੇ ਕੋ ਆਪਣਾ ਕੋਈ ਹੋਰ ਕੰਮ ਕਰਦਾ ਆ। ਕਿਸੇ ਫਰੈਂਡ ਨੇ ਕਹਿ ਦਿੱਤਾ ਵੀ ਆਹ ਚਲੋ ਹੁਣ ਮੈਨੂੰ ਘਰ ਲੈ ਦੇ, ਉਹ ਘਰ ਬਾਹਰੋਂ ਦਿਖਾ ਕੇ
ਤਾਂ ਨਾ ਤਾਂ ਉਹਨਾਂ ਨੂੰ ਪਤਾ ਵੀ ਮੈਂ ਕੀ ਚੈੱਕ ਕਰਨਾ, ਈਜ਼ਮੈਂਟ, ਰਾਈਟ ਵੇਜ਼, ਰਿਸਟ੍ਰਿਕਟਿਡ ਕਵਨੈਂਟਸ, ਉਹ ਕੁਛ ਨਹੀਂ ਉਹਨਾਂ ਨੂੰ ਪਤਾ। ਉਦੋਂ ਹੁੰਦਾ ਇੱਕ ਵਾਰ ਜਦੋਂ ਬਾਹਰ ਤੁਹਾਡੇ ਕਲਾਇੰਟ ਨੇ ਸਾਈਨ ਕਰ ਦਿੱਤੇ ਹੈਗੇ ਆ, ਫਿਰ ਤਾਂ ਉਹ ਫਸ ਗਿਆ। ਜਦੋਂ ਇੱਕ ਵਾਰ ਡਿਪੋਜ਼ਿਟ ਦਿੱਤਾ ਤਾਂ ਫਿਰ ਇੱਥੇ ਕਰਕੇ ਸਾਡੇ ਜਿਹੜੇ ਇਸ਼ੂਜ਼ ਆਉਂਦੇ ਹੈਗੇ ਆ। ਸੋ ਮੇਰੀ ਹਰੇਕ ਜਿਹੜੇ ਰੀਅਲਟਰ ਬਣਨਾ ਵੀ ਚਾਹੁੰਦੇ, ਇਟਸ ਅ ਗੁੱਡ ਪ੍ਰੋਫੈਸ਼ਨ, ਪਰ ਤੁਸੀਂ ਇਹ ਦੇਖੋ ਤੁਸੀਂ ਆਪਣੇ ਪ੍ਰੋਫੈਸ਼ਨਲ ਲੈਵਲ ਤੇ ਕੰਮ ਕਰੋ। ਇਟਸ ਅ ਵੈਰੀ ਵੈਰੀ ਰਿਵਾਰਡਿੰਗ ਬਿਜ਼ਨਸ। ਬਾਕੀ ਹੈਗੇ ਜਿਹੜੇ ਕਸਟਮਰਸ ਨੂੰ ਵੀ ਹੈਗਾ ਵੀ ਤੁਸੀਂ ਰੀਅਲਟਰ ਨੂੰ ਵੀ ਟਰੀਟ ਕਰੋ ਜਿੱਦਾਂ, ਜੇ ਹੁਣ ਸਪੋਜ਼ ਕਰੋ ਤੁਸੀਂ ਇੱਥੇ ਕੰਮ ਕਰ ਰਹੇ ਆ, ਮਹੀਨੇ ਬਾਅਦ 'ਚ ਤੁਹਾਡਾ ਮਾਲਕ ਹੈ ਦੇ ਵਿੱਚ ਤੁਹਾਨੂੰ ਪੈਸੇ ਨਹੀਂ ਦੇਣੇ, ਤੁਸੀਂ ਈਵਨ ਤਾਂ ਤੁਸੀਂ ਆਪਣੇ 40 ਘੰਟੇ ਜਾਂ 60 ਘੰਟੇ ਲਾਤੇ ਆ ਵੀ ਸੌਰੀ ਤੁਹਾਨੂੰ ਪੈਸੇ ਨਹੀਂ ਮਿਲੇ, ਫਿਰ ਤੁਸੀਂ ਕਿੱਦਾਂ ਫੀਲ ਕਰੋਗੇ? ਇਸੇ ਤਰ੍ਹਾਂ ਉਹ ਰੀਅਲਟਰ ਹੈ। ਪਰ ਰੀਅਲਟਰ ਮੈਂ ਇਹੀ ਪਹਿਲਾਂ ਖੈਰ ਕਹਿੰਦਾ ਨਾ, ਦੇਖੋ ਤੁਸੀਂ ਰਿਲੇਸ਼ਨਸ਼ਿਪ ਬਿਲਡ ਕਰੋ ਜਿਹਦੇ ਨਾਲ ਅਗਲੇ ਨੇ ਤੁਹਾਡੇ ਤੋਂ ਘਰ ਲੈਣਾ ਆ ਜਾਂ ਤੁਹਾਡੇ ਥਰੂ ਵੇਚਣਾ, ਅੱਜ ਵੇਚੇ ਜਾਂ ਕੱਲ੍ਹ ਨੂੰ ਵੇਚੇ। ਇਹ ਨਾ ਤੁਸੀਂ ਆਪੇ ਕਹੋ ਵੀ ਹਾਂ ਚਲੋ ਹਾਹਾ ਵੱਡੋ ਵੀ ਆ ਕਾ ਵੇਚ ਕੇ ਗਾਹਾਂ ਨੂੰ ਕੁਛ ਹੋ ਲੈ ਲਿਓ। ਦੂਸਰਾ ਵੀ ਮੈਂ ਹੁਣ ਤੁਸੀਂ ਜੇ ਮੈਨੂੰ ਕਹੋ ਵੀ ਮੈਂ ਤੁਹਾਨੂੰ ਪ੍ਰੋਮਿਸ ਕਰਾਂ ਵੀ ਕੱਲ੍ਹ ਨੂੰ ਮਾਰਕੀਟ ਇੱਥੇ ਹੋਣੀ, ਨਹੀਂ, ਨੋਬਡੀ ਨੋਜ਼ ਵੀ ਅੱਜ ਕੀ ਹੋਣਾ ਹੈਗਾ। ਸੋ ਇਸ ਕਰਕੇ ਜਿਹੜਾ ਲਾਲਚ ਦੇ ਕੇ ਤਾਂ ਅਗਲੇ ਕਹਿੰਦੇ ਹਾਂ ਵੀ ਤੁਹਾਨੂੰ ਪੈਸੇ ਕੱਢ ਲੈਣ, ਇੱਦਾਂ ਦੀਆਂ ਚੀਜ਼ਾਂ ਤੋਂ ਤੁਸੀਂ ਤੁਹਾਨੂੰ ਬਚਣਾ ਚਾਹੀਦਾ। ਭਾਜੀ ਧੰਨਵਾਦ ਤੁਹਾਡੇ ਸਮੇਂ ਲਈ, ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ। ਗੁਰਦਿਆਲ ਸਿੰਘ ਬਾਦ ਰੀਮੈਕਸ ਦੇ ਉੱਗੇ ਰੀਅਲਟਰ ਨੇ ਗੱਲਬਾਤ ਕਰ ਰਹੇ ਸੀ। ਬਹੁਤ ਦਿਨਾਂ ਦੀ ਗੱਲ ਮੇਰੇ ਮਨ 'ਚ ਸੀ ਵੀ ਐਥਿਕਸ ਕੀ ਨੇ ਕਸਟਮਰ ਦੇ ਅਤੇ ਰੀਅਲਟਰ ਦੇ। ਬਹੁਤ ਜਿਹੜਾ ਰਿਵਾਰਡਿੰਗ ਪ੍ਰੋਫੈਸ਼ਨ ਆ ਅਤੇ ਇਹਨੂੰ ਸਤਿਕਾਰ ਦੇ ਨਾਲ ਹੀ ਕਰਨਾ ਚਾਹੀਦਾ ਅਤੇ ਦੋਨੇ ਪਾਸਿਓਂ ਸਾਫ਼ ਗੋਈ ਚਾਹੀਦੀ। ਸਰ ਗੁਰਦਿਆਲ ਸਿੰਘ ਬਾਦ ਉਹਨਾਂ ਨਾਲ ਕੋਈ ਤੁਸੀਂ ਉਹਨਾਂ ਦਾ ਓਪੀਨੀਅਨ ਲੈਣਾ ਤਾਂ 604 351 51 11 6043515111 ਅਤੇ ਅਗਲੇ ਮੰਡੇ ਨੂੰ ਮੈਂ 2-3 ਸੈਗਮੈਂਟਸ ਕਰਨੀਆਂ ਚਾਹੁੰਦਾ। ਅਗਲੇ ਸੋਮਵਾਰ ਨੂੰ ਤੁਹਾਡੇ ਸਵਾਲ ਜਿਹੜੇ ਨੇ ਉਹ ਅਸੀਂ ਲਵਾਂਗੇ। ਸਾਰੇ ਤੁਹਾਡੇ ਲਈ ਸਮਾਂ 40 ਮਿੰਟ ਦਾ ਰੱਖਾਂਗੇ ਕਿ ਤੁਸੀਂ ਸਵਾਲ ਪੁੱਛ ਸਕਦੇ ਹੋ। ਜਿੰਨੀ ਵੀ ਇਹਦੇ 'ਚ ਅਵੇਅਰਨੈਸ ਹੋਵੇ ਉਹ ਕਰਨੀ ਚਾਹੁੰਦੇ ਆ। ਅਗਲੇ ਮੰਡੇ ਨੂੰ ਫੇਰ 10:10 ਤੇ ਗੁਰਦਿਆਲ ਸਿੰਘ ਬਾਦ ਹੋਣੀ ਆਉਣਗੇ। ਨਾਰਥ ਵੈਸਟ ਡਰਾਫਟਿੰਗ ਤੇ ਡਿਜ਼ਾਈਨ 604 729 6260 604 729 6260। ਪਿੰਦਰ ਸੰਧੂ ਬ੍ਰਦਰਜ਼ ਤੁਹਾਨੂੰ ਘਰ ਵੀ ਬਣਾ ਕੇ ਦਿੰਦੇ ਨੇ। ਉਦੋਂ ਪਹਿਲਾਂ ਤੁਹਾਡੇ ਘਰ ਨੂੰ ਡਿਜ਼ਾਈਨ ਕਿਵੇਂ ਕਰਨਾ, ਡਰਾਫਟਿੰਗ ਕਿਵੇਂ ਕਰਨੀ ਹੈ, ਲਾਇਬ੍ਰੇਰੀ ਕੀ ਹੈ, ਪ੍ਰੋਫੈਸ਼ਨਲਿਜ਼ਮ ਕੀ ਹੈ, ਇੱਥੇ ਦੇ ਮੁੰਡੇ ਕਿਵੇਂ ਵਿਜ਼ੂਅਲਾਈਜ਼ ਕਰਦੇ ਨੇ ਤੁਹਾਡਾ ਘਰ ਆਟੋਕੈਡ ਤੇ ਬਣਾ ਕੇ ਅਸਲ ਕੰਪਿਊਟਰ ਤੇ ਦਿਖਾਉਣਗੇ ਕਿਹੋ ਜਿਹਾ ਲੱਗਦਾ। ਯੂਨਿਟ 201 84 33 132 ਸਟਰੀਟ ਸਰੀ ਦੇ ਵਿੱਚ ਨਾਰਥ ਵੈਸਟ ਡਰਾਫਟਿੰਗ ਤੇ ਡਿਜ਼ਾਈਨ। ਪੇਲੈਸ ਕੁਆਲਿਟੀ ਡੋਰ ਨੂੰ CNC ਆਪਰੇਟਰ, ਟੇਬਲ ਸਾਹ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ। ਗੁਰਦੀਪ ਸਿੰਘ ਹਾਂਸ 604 817 87 77 ਤੇ ਪੇਲੈਸ ਕੁਆਲਿਟੀ ਡੋਰ ਤੇ ਅੱਜ ਇਹ ਗੱਲਬਾਤ ਕਰ ਸਕਦੇ ਹੋ। ਬਸੰਤ ਮੀਟ ਸ਼ਾਪ ਐਬਸਪੋਰਟ 'ਚ ਮੀਟ ਤੁਸੀਂ ਖਰੀਦਣਾ, ਚਿਕਨ ਲੈਮ ਗੋਟ ਮੈਰੀਨੇਟ ਕੀਤਾ ਤੇ ਖਾਸ ਤੌਰ ਤੇ ਸੂਪ ਖਰੌੜਿਆਂ ਦਾ 604 776 3535 31940 ਸਾਊਥ ਫਰੇਜ਼ਰ ਵੇ ਐਬਸਫੋਰਡ ਮੀਡੋ ਫੇਅਰ ਪਲਾਜ਼ਾ ਦੇ ਵਿੱਚ। ਤੇ ਫਰੂਟੀ ਕਹਿਣਾ ਪ੍ਰੋਗਰਾਮ ਦੇ ਸਪਾਂਸਰ। ਫਰੂਟੀ ਕਹਿਣਾ ਤੇ ਤੁਸੀਂ ਗੱਲਬਾਤ ਕਰਨੀ ਹੈ, ਕੋਈ ਵੀ ਕਿਸੇ ਕਿਸਮ ਦੀ ਤੁਸੀਂ ਗਰੋਸਰੀ ਲੈਣੀ ਆ, ਫਰੂਟੀ ਕਹਿਣਾ ਨੂੰ ਯਾਦ ਰੱਖਣਾ। 27 ਸਾਲ ਹੋ ਗਏ ਭਾਈਚਾਰੇ 'ਚ ਤੇ 16 ਸਾਲ ਹੋ ਗਏ ਐਬਸਫੋਰਡ 'ਚ ਵੱਡੇ ਸਟੋਰ ਨੇ। ਫਰੂਟੀ ਕਹਿਣਾ ਨੂੰ ਤੁਸੀਂ ਯਾਦ ਰੱਖਿਓ ਕਿ ਫਰੂਟੀ ਕਹਿਣਾ ਤੋਂ ਗਰੋਸਰੀ ਖਰੀਦਣੀ। ਕੋਸ਼ਿਸ਼ ਹੈ ਜੀ ਕਿ ਪ੍ਰੋਫੈਸ਼ਨਲਿਜ਼ਮ ਹੁਨਰ ਕੀ ਹੈ, ਫੁੱਲ ਟਾਈਮ ਇਹ ਜੌਬ ਹੈ, ਇਸ 'ਤੇ ਕੰਮ ਕਰਨਾ ਸੌਖਾ ਨਹੀਂ। ਤੁਸੀਂ 10 ਸੈਂਟ ਗੈਸ ਸਸਤਾ ਹੋਵੇ ਸਰੀ ਦੇ ਦੂਜੇ ਪਾਸੇ ਜਾਣਾ, ਜਿੰਦਾ $1 ਮਿਲੀਅਨ ਦਾ ਘਰ ਖਰੀਦਣਾ ਤੇ ਉਦਣ ਅਸੀਂ ਇਉਂ ਚਾਹੁੰਦੇ ਹਾਂ ਵੀ ਇੱਥੋਂ ਵੀ ਤੇ ਵੀ ਇੱਥੋਂ ਘਟਾ ਲਾ, ਤੂੰ ਕਮਿਸ਼ਨ ਘਟਾ ਲਾ। ਨੋ, ਇਸ ਤਰ੍ਹਾਂ ਨਹੀਂ। ਸੋ ਇਹ ਜਿਹੜਾ ਆਪਾਂ ਨੂੰ ਇਸ 'ਤੇ ਮੈਂ ਹੋਰ ਚਾਹੁੰਦਾ ਵੀ ਅਗਲੇ ਵੀਕ ਸੋਮਵਾਰ ਨੂੰ ਤੁਹਾਡੇ ਸਵਾਲ ਲੈ ਜਾ। ਰੱਬ ਰੱਖਾ।